ਡਾਕਟਰ ਸੁਰਿੰਦਰ ਸਿੰਘ ਨਰੂਲਾ ਦੀ ਪੁਸਤਕ ਪੰਛੀ ਦੀ ਉਡਾਨ ਦੀ ਅਗਲੀ ਕਹਾਣੀ ਹੈ ਦੇਸ਼ ਭਗਤ ਦੀ ਵਾਪਸੀ। ਭਗਤ ਸਿੰਘ ਨੂੰ ਸਵਰਗ 'ਚ ਰਹਿੰਦਿਆਂ ਕਈ ਦਹਾਕੇ ਬੀਤ ਚੁੱਕੇ ਸਨ। ਇਹਨਾਂ ਦਹਾਕਿਆਂ 'ਚ ਉਹਦੀ ਜਵਾਨੀ ਪਹਿਲੇ ਵਾਂਗ ਹੀ ਕਾਇਮ ਰਹੀ ਸੀ। ਉਹ ਪਹਿਲਾਂ ਵਾਂਗ ਹੀ ਗੱਭਰੂ ਸੀ। ਉਹਦਾ ਕੱਦਾਵਰ ਜੁੱਸਾ ਹਰੀਆਂ ਫਲੀਆਂ ਨਾਲ ਲੱਦੇ ਟਾਹਲੀ ਦੇ ਪੁਰਾਣੇ ਰੁੱਖ ਵਾਂਗ ਲਹਿਰਾਉਂਦਾ ਸੀ। ਜਦੋਂ ਆਪਣੀ ਹਯਾਤੀ ਸਮੇਂ ਕ੍ਰਾਂਤੀਕਾਰੀ ਸਰਗਰਮੀਆਂ 'ਚ ਜੁਟਿਆ ਹੋਇਆ ਸੀ ਤਾਂ ਉਸ ਕਈ ਵਾਰ ਜਰਨੈਲੀ ਸੜਕ ਦੇ ਦੋਵੇਂ ਪਾਸੇ ਉੱਗੀਆਂ ਟਾਹਲੀਆਂ ਦੀ ਓਟ ਵਿੱਚ ਲੁਕ ਛੁਪ ਕੇ ਗੋਲੀਆਂ ਚਲਾਉਣ ਦੀ ਪ੍ਰੈਕਟਿਸ ਕੀਤੀ ਸੀ। ਜਰਨੈਲੀ ਸੜਕ ਦੀਆਂ ਇਹ ਟਾਹਲੀਆਂ ਉਹਨੂੰ ਬਹੁਤ ਪਿਆਰੀਆਂ ਲੱਗਦੀਆਂ ਹੁੰਦੀਆਂ ਸਨ। ਇਹੀ ਤਾਂ ਉਹਨੂੰ ਸਾਉਣ ਦੇ ਮਹੀਨੇ 'ਚ ਮੁਟਿਆਰਾਂ ਦੀਆਂ ਪੀਂਘਾਂ ਨੂੰ ਭੁੱਲਣ ਨਹੀਂ ਸਨ ਦਿੰਦੀਆਂ। ਇੱਕ ਵਾਰ ਉਸ ਤੋਂ ਪੁੱਛਿਆ ਗਿਆ ਕਿ ਸਵਰਗਵਾਸ ਸਮੇਂ ਉਹਦੀ ਕੋਈ ਇੱਛਾ ਪੂਰੀ ਹੋਣ ਤੋਂ ਰਹਿ ਤੇ ਨਹੀਂ ਗਈ, ਤਾਂ ਉਹ ਉਚੇਚੀ ਬੇਨਤੀ ਕਰਕੇ ਆਪਣੇ ਆਨੰਦ ਕੁੰਜ ਵਿੱਚ ਇੱਕ ਦੋ ਟਾਹਲੀ ਦੇ ਰੁੱਖ ਲਗਵਾਏ ਸਨ। ਇਸ ਤੋਂ ਛੋਟੋ ਨੇ ਸਵਰਗ ਦੇ ਦੂਸਰੇ ਵਾਸੀਆਂ ਵਾਂਗ ਸਵਰਨ ਤਾਰਾਂ ਵਾਲੇ ਟਾਸੇ ਦੇ ਕੱਪੜੇ ਪਾਉਣ ਦੀ ਥਾਂ ਖੱਦਰ ਦਾ ਬਸੰਤੀ ਚੋਲਾ ਪਾਈ ਰੱਖਿਆ ਸੀ। ਹੋਰਨਾਂ ਵਾਂਗ ਰੱਬ ਦਾ ਗੁਣ ਗਾਇਣ ਉਹ ਨਹੀਂ ਸੀ ਕਰਦਾ, ਸਗੋਂ ਮੇਰਾ ਰੰਗ ਦੇ ਬਸੰਤੀ ਚੋਲਾ ਵਾਲਾ ਪੁਰਾਣਾ ਪ੍ਰਿਆ ਗੀਤ ਅਕਸਰ ਗਾਉਂਦਾ ਹੁੰਦਾ ਸੀ। ਇਹ ਚੋਲਾ ਬਜ਼ਾਰੂ ਰੰਗਾਂ 'ਚ ਨਹੀਂ ਸੀ ਰੰਗਿਆ ਜਾਂਦਾ। ਸਵਰਗ 'ਚ ਰਹਿੰਦਿਆਂ ਉਹ ਅਕਸਰ ਆਪਣੀ ਮਾਂ ਨੂੰ ਯਾਦ ਕਰਦਾ ਹੁੰਦਾ ਸੀ। ਕਿਸ ਤਰ੍ਹਾਂ ਪੋਹ ਦੇ ਮਹੀਨੇ ਦੀ ਕੰਬਣੀ ਛੇੜੂ ਠੰਡ ਵਿੱਚ ਉਹਦੀ ਮਾਂ ਤੜਕਸਾਰ ਉੱਠ ਕੇ ਉਹਦਾ ਚੋਲਾ ਰੰਗਣ ਲਈ ਕੇਸਰੀ ਰੰਗ ਤਿਆਰ ਕਰਦੀ ਹੁੰਦੀ ਸੀ। ਪੀਲੇ ਰੰਗ ਦੇ ਮੌਸਮੀ ਫੁੱਲਾਂ ਦੇ ਚੂਰੇ ਤੋਂ ਉਹ ਇਹ ਕੇਸਰੀ ਰੰਗ ਤਿਆਰ ਕਰਦੀ ਹੁੰਦੀ ਸੀ। ਭਗਤ ਸਿੰਘ ਦੀ ਮਾਂ ਨੇ ਸਰੋਂ ਦੇ ਸੁੱਕੇ ਫੁੱਲਾਂ ਲਈ ਨਾਲ ਮਿੱਟੀ ਦੇ ਕਈ ਮੱਟ ਭਰੇ ਹੋਏ ਸਨ। ਫਿਰ ਰੁੱਤ ਅਨੁਸਾਰ ਗੁਲਨਾਰ, ਮੌਲਸਰੀ, ਗੁਲਾਬ ਆਦਿ ਅਨੇਕ ਰੰਗਾਂ ਦੇ ਫੁੱਲਾਂ ਨੂੰ ਸੁਕਾ ਕੇ ਰੱਖਦੀ ਸੀ। ਜਦੋਂ ਕੇਸਰੀ ਚੋਲਾ ਰੰਗਣਾ ਹੁੰਦਾ ਤਾਂ ਅਨੇਕ ਕਟੋਰੀਆਂ ਕੇਸਰ ਦੀਆਂ ਉਹ ਅੱਡ-ਅੱਡ ਰੰਗਾਂ ਦੇ ਫੁੱਲਾਂ ਦੇ ਕਾੜੇ ਵਿੱਚ ਘੋਲਦੀ ਹੁੰਦੀ ਸੀ ਤੇ ਆਪਣੇ ਸਿਰ ਦੇ ਦੁਪੱਟੇ ਦੇ ਦੋ ਸਿਰਿਆਂ ਨੂੰ ਇਸ ਕੇਸਰ ਮਿਲੇ ਘੋਲ ਵਿੱਚ ਘੋਲ ਕੇ ਡਬੋ ਕੇ ਪੱਕੀ ਕਰਦੀ ਹੁੰਦੀ ਸੀ ਕਿ ਸਹੀ ਰੰਗ ਦੀ ਪਾ ਉਸ ਵਿੱਚੋਂ ਲਿਸ਼ਕੋਰੀ ਮਾਰਦੀ ਹੈ ਕਿ ਨਹੀਂ। ਇਸ ਗੱਲ ਦਾ ਨਿਰਣੇ ਕੀਤੇ ਬਗੈਰ ਕਿ ਅਸਲੀ ਕੇਸਰੀ ਜਾਂ ਬਸੰਤੀ ਰੰਗ ਨਿਖਰ ਆਇਆ ਹੈ। ਜਦੋਂ ਆਪਣੇ ਸਵਰਗਵਾਸ ਸਮੇਂ ਭਗਤ ਸਿੰਘ ਨੂੰ ਇਹ ਸਾਕਾ ਯਾਦ ਆਇਆ ਤਾਂ ਉਸ ਸਮੇਂ ਉਹਨੇ ਨਾਰਦ ਮੁਨੀ ਨੂੰ ਆਪਣੇ ਵੱਲ ਆਉਂਦਾ ਵੇਖਿਆ। ਭਗਤ ਸਿੰਘ ਇਸ ਗੱਲ ਤੋਂ ਭਲੀ ਪ੍ਰਕਾਰ ਜਾਣੂ ਸੀ ਕਿ ਮੌਜੀ ਠਾਕਰ ਨਾਰਦ ਆਪਣੀ ਇੱਛਾ ਅਨੁਸਾਰ ਹਲਤ ਪਲਤ ਮਾਤਲੋਕ ਤੇ ਦੇਵਲੋਕ ਵਿਚਾਲੇ ਵਿਚਰਦਾ ਰਹਿੰਦਾ ਹੈ ਤੇ ਸਾਰੇ ਸਵਰਗ ਲੋਕ ਵਿੱਚ ਇਸ ਗੱਲ ਦਾ ਚਰਚਾ ਸੀ। ਉਹ ਹੁਣੇ ਮਾਤਲੋਕ ਦੀ ਫੇਰੀ ਤੋਂ ਮੁੜਿਆ ਹੈ। ਭਗਤ ਸਿੰਘ ਦੀ ਦਿਲੀ ਖਾਹਿਸ਼ ਸੀ ਕਿ ਉਹ ਨਾਰਦ ਮੁਨੀ ਕੋਲੋਂ ਮਾਤਲੋਕ ਦੇ ਸਮਾਚਾਰ ਸੁਣੇ। ਨਾਰਦ ਮੁਨੀ ਦੀਆਂ ਗੱਲਾਂ ਹਮੇਸ਼ਾ ਹੀ ਹੈਰਾਨ ਕਰਨ ਵਾਲੀਆਂ ਹੁੰਦੀਆਂ ਸਨ। ਜਦੋਂ ਚਟਖਾਰੇ ਲੈ ਕੇ ਗੱਲਾਂ ਸੁਣਾਉਂਦਾ ਹੁੰਦਾ ਸੀ ਤਾਂ ਭਗਤ ਸਿੰਘ ਨੂੰ ਬਸ ਮਜ਼ਾ ਹੀ ਆ ਜਾਂਦਾ ਸੀ। ਜਦੋਂ ਨਾਰਦ ਮੁਨੀ ਭਗਤ ਸਿੰਘ ਵੱਲ ਆ ਰਿਹਾ ਸੀ ਤਾਂ ਉਸ ਮਹਿਸੂਸ ਕੀਤਾ ਕਿ ਨਾਰਦ ਮੁਨੀ ਸਧਾਰਨ ਨਾਲੋਂ ਵਧੇਰੇ ਪ੍ਰਸੰਨ ਸੀ। ਉਹਦੀਆਂ ਨਟਖਟ ਅੱਖਾਂ ਅੱਗੇ ਨਾਲੋਂ ਵਧੇਰੇ ਮੁਸਕਰਾ ਰਹੀਆਂ ਸਨ। ਹੱਥਲਾ ਮਰਦੰਗ ਬਿਨ ਛੇੜਿਆਂ ਹੀ ਵੱਜ ਰਿਹਾ ਸੀ। ਇੰਝ ਲੱਗਦਾ ਸੀ ਜਿਵੇਂ ਨਾਰਦ ਮੁਨੀ ਰਾਗ ਦੀਆਂ ਲਹਿਰਾਂ ਉੱਤੇ ਹਚਕੋਲੇ ਖਾਂਦਾ ਆ ਰਿਹਾ ਹੋਵੇ। ਭਗਤ ਸਿੰਘ ਨਾਰਦ ਮੁਨੀ ਦੀ ਚਾਲ ਢਾਲ ਤੋਂ ਪਹਿਲਾਂ ਹੀ ਮੰਤਰ ਮੁਗਧ ਸੀ। ਉਹ ਬੜਾ ਪ੍ਰਭਾਵਿਤ ਹੋਇਆ ਤੇ ਨਾਰਦ ਦੀ ਅਗਵਾਨੀ ਕਰਦਾ ਹੋਇਆ ਕਹਿਣ ਲੱਗਾ, ਮੁਨੀਵਰ, ਇਸ ਵਾਰ ਮਾਤਲੋਕ ਦੀ ਯਾਤਰਾ ਕਰਦੇ ਸਮੇਂ ਆਪ ਨੂੰ ਕੋਈ ਅਦਭੁਤ ਸਫਲਤਾ ਮਿਲੀ ਲੱਗਦੀ ਹੈ। ਅੱਜ ਤਾਂ ਸਾਰੇ ਸਵਰਗ ਵਿੱਚ ਮੈਨੂੰ ਕੋਈ ਵੀ ਦੇਵਤਾ ਜਾਂ ਸੁਰ आप जिया प्रसन्न नहीं दिसता। भगत सिंह अब नारायण की कृपा से अपना भी कल्याण हो गया लगता है। अब मुझे मातलोक की यात्राओं का कष्ट सहारना नहीं पड़ेगा। अब मैं भी स्वर्ग में रहकर प्रभु की आराधना किया करूँगा। नारायण नारायण। यदि आप मातलोक की यात्रा पर नहीं जाएंगे तो फिर हम स्वर्ग निवासियों को मातलोक के समाचार कैसे मिलेंगे? ਭਗਤ ਸਿੰਘ ਨੇ ਪੁੱਛਿਆ। ਉਹਦੀ ਆਵਾਜ਼ 'ਚ ਤਰਲਾ ਸੀ, ਜਿਵੇਂ ਆਪਣੇ ਲੰਮੇ ਸਵਰਗਵਾਸ ਸਮੇਂ ਵੀ ਉਹਨੂੰ ਮਾਤਲੋਕ ਦੀ ਯਾਦ ਸਤਾਉਂਦੀ ਹੋਵੇ। भगत सिंह, तुम ठीक कहते हो, परंतु मातलोक में जिस कार्य के लिए मुझे भेजते रहे हैं वो कार्य पूरा हो गया है।
अब मुझे वहाँ जाने की आवश्यकता नहीं। क्यों महाराज? भगत सिंह ने उत्सुकतावश पूछा। भगत सिंह, मैं मातलोक में इसलिए जाता था कि हास्य व्यंग में टिप्पणी और सिठनी के माध्यम से मैं लोगों को दया और करुणा के मार्ग पर चलने की प्रेरणा दूं। पर अब यह मेरे वश का रोग नहीं रह गया। लोग तो अब नारद ने गल ना मुकाई ते विच ही रुक गया। भगत सिंह ने घबराहट च पूछा, पर क्यों महाराज? भगत सिंह, तुम अपना ही उदाहरण ले लो। तुम्हें मातलोक से आए कई वर्ष हो गए हैं। देखने को तो तुम्हारी कीर्ति दिनों दिन बढ़ती रही है। थाई प्रथाई सारे भारत में तुम्हारे स्मारक बनवाए गए हैं। हर एक भारतवासी तुम्हारे नाम का सिमरन करता है। यहाँ स्वर्ग में तुम्हारी बड़ी प्रतिष्ठा है। पर अब यही मान और प्रतिष्ठा विनाश का कारण बन रही है। मातलोक में लोग तेरा नाम ले लेकर लड़ रहे हैं, एक दूसरे से घृणा कर रहे हैं। नारद कहता गया। वो कैसे महाराज? भगत सिंह ने वाक पूरा ना किया ते गुनाही वांग अखां नूं नीवां कर लिया। इस पिछों नारद ने अपनी मातलोक यात्रा का विस्तृत हाल दस्या कि किस तरह वो भारत के ਅੱਡ ਅੱਡ शहरों विचों हुंदा होया जलंधर पहुंचिया सी, जिथे लोग दो धड़ियां च वंडे हुए सन ते भगत सिंह दे बुੱਤ दे ਸਰੂਪ बारे आपस विच लड़ रहे सन। एक धड़ा कट्टड़पंथी हिंदुआं दा सी, जिहड़ा इस गल उत्ते जोर दे रहा सी कि शहर दे वगदे चौराहे उत्ते लगे हुए भगत सिंह दे बुੱਤ दे सिर उत्ते हैट ही रहना चाहिए है, क्योंकि उसने कभी भी सिख मत के असूलों को पूरी तरह नहीं सी अपनाया। नाले ये धड़ा इस गल का भी दावा करता सी कि भगत सिंह ते उसका प्यो किशन सिंह कट्टड़ आरिया समाजी सन। दूसरे पासे गर्म दलीए सिख नौजवान सन, जिहड़े कहंदे सन कि उन्हां कोल इस गल के पक्के सबूत सन कि भगत सिंह ने फांसी की रस्सी नूं चुम्मण तो पहला मुड़ के केस रख लए सन ते अपने अखीरले दिनां चों पूਰਨ सिख बन गया सी। इसलिए सरकार नूं भगत सिंह का नवां बुੱਤ बनवाउणा चाहीदा है, जिस विच उहदे सिर उत्ते दस्तार सजी होवे ते पुराने बुੱਤ नूं हटा देना चाहीदा है। सारे दा सारा शहर सुनसान सी, जिवें कोई जिन फिर गया होवे। एक धड़े दे बंदे दूसरे धड़े दे बंदियां दे खून दे प्यासे सन। एक दूए दे धड़े दे बंदियां नूं कतल करदे सन, अग्गां लाउंदे सन ते मकान साड़दे सन। शहर विच अक्सर करफ्यू लगा रहिंदा सी। दिन वेले शहर विच अंधड़ चलदा रहिंदा सी ते हरेक रात कहर दी रात हो निबड़दी सी। पुराना भाईचारा खत्म सी ते नवें सदभावी भाईचारे बारे लोक आगूआं दे भाषण तां सुणदे सन, पर उन्हां दीयां गल्लां वल ना तां कोई ध्यान दिंदा सी ते ना ही आगू लोग अपने भाषणां दीयां गल्लां ते अमल करदे सन। सरकार ते पब्लिक हतैशियां दीयां सारियां कोशिशां बेकार गईयां सन ते लोग दो फाड़ होए हुए सन। अमन कायम करन दीयां आगूआं दीयां गल्लां बस जुबानी जमा खर्ची सन। लोकां दे हत्थ चाकू फड़े हुए सन ते फिरकू धड़े एक दूसरे दे खून दे प्यासे सन। दिन रात सारे शहर च एक दंगा मचिया रहिंदा सी। शहर दीयां गलियां ते बाज़ारां विचों लोग सेवा समती दे कारकुन लाशां ढोंदे रहिंदे सन। कई बार इस गल का पता नहीं सी लगता कि लाश हैट दे मुदई दी है कि दस्तार दे मुदई दी, क्योंकि लाश का सिर अक्सर गायब हुंदा सी। इस हालत विच सरकारी आदेश ये सी कि अजिही लाश का पहला हिंदू मर्यादा अनुसार संस्कार किया जाए, फिर सिख मर्यादा अनुसार भी कर लिया जाए, क्योंकि सरकार पक्षपात के इल्जाम तो बचना चाहती सी। लोग सब कुछ जानते सन ते अक्सर कह छड़ते सन कि सरकार बस तमाशा ही कर रही है। अज्ञानवश उन्हें कदे ये सोचिया भी नहीं सी कि आप ही सरकार सन ते सरकार वालों कीते जा रहे तमाशे दे तमाशबाई भी सरकार का प्रतिरूप होने कारण वो आप भी दंभी ते फरेबी सन। भगत सिंह नूं अपने स्वर्गी जीवन विच नारद दीयां गल्लां ते एतबार नहीं सी आ रहा। उन्हें हाले तक मातलूकी जीवन दे ਉਹ दिन याद सन ਜਦੋਂ फांसी की कोठड़ी 'ਚ ਬੈਠਿਆਂ भी ਉਹਨੂੰ लाहौर वासियों ਵੱਲੋਂ लगाए जा रहे इनकलाब जिंदाबाद ਦੇ ਨਾਰਿਆਂ ਦੀ गूंज सुनाई देंदी सी। आखिर लोग क्यों दिन रात ਉਹਦਾ जस गाउंदे ਰਹਿੰਦੇ ਹਨ? बस इसे लिए ਉਹ ਤੇ ਉਹਦੇ ਸਾਥੀ मुल्क ਵਿੱਚ ਆਉਣ वाले इनकलाब ਦਾ प्रतीक सन।
ਹੁਣ ਜਦੋਂ ਇਨਕਲਾਬ ਆ ਚੁੱਕਾ ਸੀ ਤੇ ਆਜ਼ਾਦੀ ਮਿਲ ਚੁੱਕੀ ਸੀ, ਉਹ ਲੋਕਾਂ ਦੇ ਵਿਵਹਾਰ 'ਤੇ ਹੈਰਾਨ ਸੀ। ਹਰ ਇੱਕ ਪਿੜ ਵਿੱਚ ਲੋਕਾਂ ਦੀ ਨੈਤਿਕ ਗਿਰਾਵਟ ਬਾਰੇ ਉਹ ਸਵਰਗ 'ਚ ਬੈਠਾ ਹੋਇਆ ਵੀ ਅਕਸਰ ਸੋਚਦਾ ਰਹਿੰਦਾ ਸੀ। ਜਲੰਧਰ ਸ਼ਹਿਰ ਦਾ ਹਰੇਕ ਵਸਨੀਕ ਵਿਸੰਗਤੀ ਬਣਿਆ ਹੋਇਆ ਸੀ। ਆਪਣੇ ਆਲੇ ਦੁਆਲੇ ਘਰ-ਬਾਰ ਸਭ ਤੋਂ ਨਿਰਾਸ਼ ਸੀ। ਉਹ ਆਪਣੇ ਆਪ ਵਿੱਚ ਸੁੰਗੜ ਕੇ ਰਹਿ ਗਿਆ। ਬਹੁਤ ਸਾਰੇ ਸ਼ਹਿਰ ਮੂਲਵਾਦੀ ਆਤੰਕਵਾਦੀਆਂ ਦੇ ਪਿਛਲੱਗ ਬਣ ਗਏ ਸਨ। ਇੱਕ ਸੌੜੀ ਸੋਚ ਨੇ ਹਰੇਕ ਸ਼ਹਿਰੀ ਦੇ ਦਿਲ ਦਿਮਾਗ ਨੂੰ ਜਕੜ ਕੇ ਰੱਖਿਆ ਹੋਇਆ ਸੀ। ਇਸ ਜਕੋ ਤਕੋ ਦਾ ਸਦਕਾ ਹਰੇਕ ਬੰਦਾ ਆਪ ਹੀ ਆਪਣਾ ਕਾਤਿਲ ਬਣ ਚੁੱਕਾ ਸੀ। ਜਦੋਂ ਭਗਤ ਸਿੰਘ ਨਾਰਦ ਦੀਆਂ ਗੱਲਾਂ ਸੁਣ ਰਿਹਾ ਸੀ ਤਾਂ ਆਪਣੀ ਸਵਰਗੀ ਦਿਵ ਦ੍ਰਿਸ਼ਟੀ ਸਦਕਾ ਮਾਤ ਲੋਕ ਦੇ ਦੇਖੇ ਹੋਏ ਦ੍ਰਿਸ਼ਾਂ ਦਾ ਚੇਤਾ ਉਹਦੇ ਨਾਰਦ ਕੋਲੋਂ ਸੁਣੇ ਸਾਖਿਆਂ ਦੀ ਪ੍ਰੋੜਤਾ ਕਰਦਾ ਲੱਗਦਾ ਸੀ। ਭਗਤ ਸਿੰਘ ਨੂੰ ਵੀ ਦੂਸਰੇ ਖੁਸ਼ ਨਸੀਬ ਲੋਕਾਂ ਵਾਂਗ ਮਾਤ ਲੋਕ ਤੋਂ ਸਵਰਗ ਵਿੱਚ ਆਉਣ ਉਪਰੰਤ ਉਹ ਦਿਵ ਦ੍ਰਿਸ਼ਟੀ ਪ੍ਰਾਪਤ ਹੋ ਗਈ ਸੀ, ਜਿਸ ਦਾ ਸਦਕਾ ਉਹ ਮਾਤ ਲੋਕ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੀ ਖਬਰਸਾਰ ਰੱਖ ਸਕਦਾ ਸੀ। ਇੱਕ ਦਿਨ ਜਦੋਂ ਭਗਤ ਸਿੰਘ ਆਪਣੇ ਸਵਰਗੀ ਆਸਣ ਉੱਤੇ ਅੰਤਰ ਧਿਆਨ ਬੈਠਾ ਸੀ ਤਾਂ ਉਸ ਦੇਖਿਆ ਕਿ ਜਲੰਧਰ ਸ਼ਹਿਰ ਵਿੱਚ ਉਹਦੀ ਯਾਦ ਵਿੱਚ ਲਗਾਏ ਬੁੱਤ ਨੂੰ ਕਿਸੇ ਨੇ ਚਬੂਤਰੇ ਤੋਂ ਗਾਇਬ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਜਦੋਂ ਵੀ ਭਗਤ ਸਿੰਘ ਨੇ ਦਿਵ ਦ੍ਰਿਸ਼ਟੀ ਸਦਕਾ ਬੁੱਤ ਵਾਲੀ ਥਾਂ ਦੇਖੀ ਸੀ ਤਾਂ ਉੱਥੇ ਬੜੀ ਰੌਣਕ ਹੁੰਦੀ ਸੀ, ਬੜੀ ਭੀੜ ਭਾੜ, ਬੜੀ ਗਹਿਮਾ ਗਹਿਮੀ। ਆਉਂਦੇ ਜਾਂਦੇ ਲੋਕ ਪੁਸ਼ਪ ਅੰਜਲੀਆਂ ਚੜਾਉਂਦੇ ਰਹਿੰਦੇ ਸਨ। ਬੁੱਤ ਆਪਣੇ ਥੜੇ ਤੋਂ ਗਾਇਬ ਸੀ। ਖਾਲੀ ਥੜਾ ਭਾਂ-ਭਾਂ ਕਰ ਰਿਹਾ ਸੀ। ਪਹਿਲਾਂ ਤਾਂ ਕੁਆਰੀਆਂ ਕੁੜੀਆਂ ਉਹਦੇ ਬੁੱਤ ਅੱਗੇ ਖੜੋ ਕੇ ਪ੍ਰਾਰਥਨਾ ਕਰਦੀਆਂ ਹੁੰਦੀਆਂ ਸਨ ਕਿ ਉਹਨਾਂ ਦਾ ਹੋਣ ਵਾਲਾ ਪਤੀ ਭਗਤ ਸਿੰਘ ਜਿਹਾ ਹੋਵੇ। ਉਹ ਮਿਸ਼ਰੀ ਦੀਆਂ ਡਲੀਆਂ, ਇਲਾਇਚੀਆਂ ਤੇ ਮਖਾਣੇ ਭੇਟਾ ਕਰਦੀਆਂ ਸਨ। ਮੌਲੀ ਦੀਆਂ ਆਟੀਆਂ ਬੁੱਤ ਦੇ ਜੰਗਲੇ ਨਾਲ ਬੰਨ੍ਹਦੀਆਂ ਸਨ। ਕਈ ਘੰਟੇ ਅਰਦਾਸਾਂ ਕਰਦੀਆਂ ਰਹਿੰਦੀਆਂ ਸਨ। ਬੁੱਤ ਦੇ ਥੜੇ ਦੇ ਹੇਠਾਂ ਇਕੱਤਰ ਹੋਏ ਕਬੂਤਰਾਂ ਨੂੰ ਘੰਟਿਆਂ ਬਤੀਤ ਚੋਗਾ ਖਿਲਾਰਿਆ ਕਰਦੀਆਂ ਸਨ। ਉਹ ਕੰਜ ਕੁਵਾਰੀਆਂ ਹੁਣ ਕਿਧਰੇ ਨਜ਼ਰ ਨਹੀਂ ਸਨ ਆਉਂਦੀਆਂ। ਸ਼ਹਿਰ ਵਿੱਚ ਫਸਾਦੀਆਂ ਦੀ ਚੜ੍ਹਤਲ ਸੀ। ਇਸ ਕਾਰਨ ਕਿਤੇ ਵੀ ਕੁਵਾਰੀਆਂ ਜਾਂ ਵਿਆਹੁਤਾ ਔਰਤਾਂ ਨਜ਼ਰ ਨਹੀਂ ਸਨ ਆਉਂਦੀਆਂ। ਉਹਨਾਂ ਵਿੱਚੋਂ ਕਿਸੇ ਨੂੰ ਵੀ ਇਸ ਗੱਲ ਦਾ ਹੌਸਲਾ ਨਹੀਂ ਸੀ ਪੈਂਦਾ। ਜਿਸ ਬੁੱਤ ਦੀ ਮੌਜੂਦਗੀ ਦਾ ਸਦਕਾ ਜਲੰਧਰ ਦੂਲਿਆਂ ਦਾ ਸ਼ਹਿਰ ਅਖਵਾਉਂਦਾ ਸੀ, ਉਹੀ ਬੁੱਤ ਅਚਾਨਕ ਗਾਇਬ ਹੋ ਗਿਆ ਸੀ। ਬੁੱਤ ਦੇ ਗਾਇਬ ਹੋਣ ਪਿੱਛੋਂ ਸ਼ਹਿਰ ਦੇ ਦੂਲੇ ਇੱਕ ਦੂਸਰੇ ਨੂੰ ਦਿਲਬਰੀਆਂ ਦੇਣ ਜੋਗੇ ਵੀ ਨਹੀਂ ਸਨ ਰਹੇ। ਭਗਤ ਸਿੰਘ ਸਵਰਗ 'ਚ ਬੈਠਾ ਹੋਇਆ ਸ਼ਹਿਰ ਵਾਸੀਆਂ ਦੀ ਪਰੇਸ਼ਾਨੀ ਨੂੰ ਮਹਿਸੂਸ ਕਰ ਰਿਹਾ ਸੀ। ਗਲੀਆਂ ਵਿੱਚ, ਬਾਜ਼ਾਰਾਂ ਵਿੱਚ, ਮਕਾਨਾਂ ਦੀਆਂ ਸਰਦਲਾਂ ਤੇ ਲੋਕ ਖੜੋਤੇ ਆਪਸ ਵਿੱਚ ਝਗੜਦੇ ਰਹਿੰਦੇ ਸਨ ਕਿ ਬੁੱਤ ਕਿਸ ਤਰ੍ਹਾਂ ਗੁੰਮ ਹੋ ਗਿਆ, ਇਸ ਨੂੰ ਕੌਣ ਲੈ ਗਿਆ। ਹਰੇਕ ਆਪਣੇ ਆਪਣੇ ਧੜੇ ਦੇ ਲੋਕਾਂ ਦੇ ਵਿਚਾਰ ਵਿਅਕਤ ਕਰਦਾ ਸੀ। ਹੈਟ ਵਾਲਾ ਧੜਾ ਦਸਤਾਰ ਵਾਲੇ ਧੜੇ ਨੂੰ ਇਸ ਕਮੀਨੇ ਕੰਮ ਲਈ ਜ਼ਿੰਮੇਵਾਰ ਠਹਿਰਾਉਂਦਾ ਸੀ ਤੇ ਦਸਤਾਰ ਵਾਲੇ ਧੜੇ ਦੇ ਲੋਕ ਇਹ ਕਹਿੰਦੇ ਸਨ ਕਿ ਇਹ ਕਮੀਨੀ ਹਰਕਤ ਹੈਟ ਵਾਲੇ ਧੜੇ ਦੇ ਲੋਕਾਂ ਨੇ ਕੀਤੀ ਹੈ। ਭਗਤ ਸਿੰਘ ਨੇ ਸਵਰਗ ਵਿੱਚ ਬੈਠਿਆਂ ਅੰਤਰ ਧਿਆਨ ਹੋ ਕੇ ਜਾਣ ਲਿਆ ਸੀ ਕਿ ਕਿਸ ਦੀ ਸ਼ਰਾਰਤ ਹੈ। ਫਾਹੇ ਲੱਗਣ ਤੋਂ ਪਹਿਲਾਂ ਭਗਤ ਸਿੰਘ ਦੇ ਵਕੀਲ ਅਮੋਲਕ ਰਾਮ ਨੇ ਸਰਕਾਰ ਤੋਂ ਭਗਤ ਸਿੰਘ ਦੀ ਇਹ ਮੰਗ ਮਨਜ਼ੂਰ ਕਰਵਾ ਲਈ ਸੀ ਕਿ ਉਸ ਉੱਤੇ ਬਾਹਰੋਂ ਕਿਤਾਬਾਂ ਮੰਗਵਾਉਣ ਉੱਤੇ ਜਿਹੜੀ ਪਾਬੰਦੀ ਲੱਗੀ ਹੋਈ ਸੀ ਉਹ ਹਟਾ ਦਿੱਤੀ ਜਾਵੇ। ਇਸ ਤਰ੍ਹਾਂ ਫਾਹੇ ਲੱਗਣ ਤੋਂ ਪਹਿਲਾਂ ਭਗਤ ਸਿੰਘ ਨੂੰ ਸਟਾਲਿਨ, ਲੈਨਿਨ ਤੇ ਮਾਰਕਸ ਰਚਿਤ ਪੁਸਤਕਾਂ ਪੜ੍ਹਨ ਦਾ ਮੌਕਾ ਮਿਲਿਆ ਸੀ। ਉਸ ਭਲੀ ਪ੍ਰਕਾਰ ਇਸ ਗੱਲ ਦਾ ਪਤਾ ਲਗਾ ਲਿਆ ਸੀ ਕਿ ਕਿਸ ਪ੍ਰਕਾਰ ਸਾਮਰਾਜੀ ਤਾਕਤਾਂ ਆਪਣੀ ਆਪਣੀ ਨੌ ਆਬਾਦੀ ਵਿੱਚ ਆਪਣੇ ਰਾਜ ਨੂੰ ਪੱਕੇ ਪੈਰੀਂ ਕਰਦੀਆਂ ਸਨ। ਲੋਕਾਂ ਨੂੰ ਜ਼ਾਤ-ਪਾਤ ਦੇ ਝਗੜਿਆਂ 'ਚ ਜਾਂ ਧਾਰਮਿਕ ਝਮੇਲਿਆਂ 'ਚ ਉਲਝਾਈ ਰੱਖਦੀਆਂ ਸਨ। ਉਹ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਉਂਦੀਆਂ ਸਨ। ਆਜ਼ਾਦੀ ਉਪਰੰਤ ਨਵੀਂ ਸਰਕਾਰ ਨੇ ਇਸੇ ਪਾਲਿਸੀ ਨੂੰ ਅਪਣਾ ਕੇ ਆਪਣੀ ਸੱਤਾ ਨੂੰ ਪੱਕੇ ਪੈਰੀਂ ਕਰਨ ਦਾ ਯਤਨ ਕੀਤਾ ਸੀ। ਸਾਮਰਾਜੀਆਂ ਦੀ ਥਾਂ ਨਵੇਂ ਸਰਮਾਏਦਾਰ ਪੈਦਾ ਹੋ ਗਏ ਸਨ ਤੇ ਪੁਰਾਣੇ ਸਰਮਾਏਦਾਰਾਂ ਨੂੰ ਲੁੱਟ-ਖਸੁੱਟ ਦੇ ਵਧੇਰੇ ਮੌਕੇ ਪ੍ਰਾਪਤ ਹੋ ਗਏ ਸਨ। ਭਗਤ ਸਿੰਘ ਨੂੰ ਸਵਰਗ ਵਿੱਚ ਰਹਿੰਦਿਆਂ ਇਹਨਾਂ ਨਵੇਂ ਹਾਲਾਤ ਬਾਰੇ ਪੂਰਾ ਗਿਆਨ ਸੀ ਤੇ ਜਦੋਂ ਦਿਵ ਦ੍ਰਿਸ਼ਟੀ ਦੁਆਰਾ ਮਾਤ ਲੋਕ ਦਾ ਇਹ ਹਾਲ ਦੇਖਿਆ ਤਾਂ ਬੇਹਾਲ ਹੋ ਉੱਠਿਆ। ਸਵਰਗ 'ਚ ਰਹਿਣਾ ਉਸ ਲਈ ਔਖਾ ਹੋ ਗਿਆ। ਜਦੋਂ ਸਵਰਗ ਦੇ ਆਨੰਦ ਕੁੰਜਾਂ ਵਿੱਚ
ਫੁੱਲਾਂ ਦੀ ਸੇਜ 'ਤੇ ਲੇਟਿਆ ਹੁੰਦਾ ਤਾਂ ਉਹਨੂੰ ਸੇਜ਼ਾਂ ਭਖਦੇ ਅੰਗਿਆਰਿਆਂ ਜਿਵੇਂ ਲੱਗਦੀਆਂ। ਉਹਨੂੰ ਲੱਗਦਾ ਜਿਵੇਂ ਉਹਦੇ ਪੁਰਾਣੇ ਜੀਵਨ ਕਾਲ ਵਾਲਾ ਇਨਕਲਾਬੀ ਜਜ਼ਬਾ ਉਸਦੇ ਸੀਨੇ ਅੰਦਰ ਲਹਿਰ ਵਾਂਗ ਮਚਲ ਰਿਹਾ ਹੋਵੇ ਤੇ ਉਹ ਮੁੜ ਲਾਹੌਰ ਸੈਂਟਰਲ ਜੇਲ੍ਹ ਦੀ ਕਾਲ ਕੋਠੜੀ ਦਾ ਵਸਨੀਕ ਬਣ ਗਿਆ ਹੋਵੇ। ਉਹਨੇ ਕੁਝ ਦਿਨ ਬੜੀ ਪਰੇਸ਼ਾਨੀ 'ਚ ਗੁਜ਼ਾਰੇ ਤੇ ਫਿਰ ਇੱਕ ਦਿਨ ਧਰਮਰਾਜ ਦੀ ਮਾਰਫਤ ਰੱਬ ਦੀ ਹਜ਼ੂਰੀ 'ਚ ਹਾਜ਼ਰ ਹੋ ਕੇ ਮੁੜ ਮਾਤਲੋਕ ਪਰਤ ਜਾਣ ਦੀ ਆਗਿਆ ਮੰਗੀ। ਰੱਬ ਦੇ ਕੁਝ ਹਜ਼ੂਰੀ ਦੇਵਤਿਆਂ ਉਸਨੂੰ ਮਾਤਲੋਕ ਪਰਤ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਭਗਤ ਸਿੰਘ ਆਪਣੀ ਗੱਲ ਤੇ ਅੜਿਆ ਰਿਹਾ ਤੇ ਅੰਤ ਨੂੰ ਰੱਬ ਨੇ ਉਸਨੂੰ ਮਾਤਲੋਕ ਨੂੰ ਪਰਤ ਜਾਣ ਦੀ ਆਗਿਆ ਦੇ ਦਿੱਤੀ। ਭਗਤ ਸਿੰਘ ਮਾਤਲੋਕ ਪਰਤ ਆਇਆ। ਉਹ ਜਲੰਧਰ ਪਹੁੰਚਿਆ ਤਾਂ ਸ਼ਹਿਰ ਵਿੱਚ ਫਸਾਦੀਆਂ ਵੱਲੋਂ ਕੀਤੀਆਂ ਵਾਰਦਾਤਾਂ ਦਾ ਸਦਕਾ ਕਰਫਿਊ ਲੱਗਿਆ ਹੋਇਆ ਸੀ। ਸਾਰੇ ਦਾ ਸਾਰਾ ਸ਼ਹਿਰ ਮਰਗਟ ਵਾਂਗ ਸੁੰਨਸਾਨ ਪਿਆ ਸੀ। CRP ਦੇ ਹਥਿਆਰਬੰਦ ਦਸਤਿਆਂ ਨਾਲ ਭਰੇ ਟਰੱਕ ਸ਼ਹਿਰ 'ਚ ਗਸ਼ਤ ਲਗਾ ਰਹੇ ਸਨ ਤੇ ਥਾਂ-ਥਾਂ ਪੁਲਿਸ ਵਾਲਿਆਂ ਨੇ ਨਾਕਾਬੰਦੀ ਕੀਤੀ ਹੋਈ ਸੀ। ਭਗਤ ਸਿੰਘ ਨੂੰ ਮਾਤਲੋਕ ਪਰਤ ਆਉਣ ਉਪਰੰਤ ਇਸ ਗੱਲ 'ਤੇ ਬੜੀ ਹੈਰਾਨੀ ਹੋਈ ਕਿ ਸਵਰਗ 'ਚ ਰਹਿਣ ਵਾਲੇ ਸਮੇਂ ਦਾ ਸਦੀਵੀ ਜਵਾਨੀ ਵਾਲਾ ਅਨੁਰਾਗ ਤੇ ਹੁਲਾਰਾ ਗਵਾ ਚੁੱਕਾ ਸੀ। ਉਹਦੀਆਂ ਲੰਮੀਆਂ ਉੱਭਰਵੀਆਂ ਬਾਹਾਂ ਉਹਦੇ ਮੋਢਿਆਂ ਲਈ ਬੋਝ ਬਣ ਚੁੱਕੀਆਂ ਸਨ ਤੇ ਉਹਦੇ ਪੈਰਾਂ ਦੀ ਪੁਰਾਣੀ ਇਨਕਲਾਬੀ ਫੁਰਤੀ ਗਾਇਬ ਸੀ। ਉਹਨੇ ਬੇਬਸੀ ਵੱਸ ਆਪਣਾ ਸੱਜਾ ਹੱਥ ਮੱਥੇ ਉੱਤੇ ਮਾਰਿਆ ਤਾਂ ਉਹਨੂੰ ਮੱਥੇ ਉਤਲੀਆਂ ਉੱਭਰਵੀਆਂ ਤਿਉੜੀਆਂ ਦਾ ਅਹਿਸਾਸ ਹੋਇਆ। ਉਹਦੀਆਂ ਅੱਖਾਂ ਵਿੱਚ ਤੇਜਸਵੀ ਜਗਿਆਸਾ ਦੀ ਝਲਕ ਸੀ ਤੇ ਇਹ ਹੀ ਪੁਰਾਣੇ ਭਗਤ ਸਿੰਘ ਦੀ ਯਾਦ ਕਰਵਾ ਸਕਦੀ ਸੀ। ਉਹ ਕਿਸੇ ਨਾ ਕਿਸੇ ਤਰ੍ਹਾਂ CRPF ਦੇ ਨੌਜਵਾਨਾਂ ਤੇ ਕਰਫਿਊ ਲਾਗੂ ਕਰਨ ਵਾਲੇ ਪੁਲਸੀਆਂ ਤੋਂ ਬਚਦਾ ਬਚਾਉਂਦਾ ਆਪਣੇ ਬੁੱਤ ਦੇ ਜੰਗਲੇ ਕੋਲ ਪਹੁੰਚ ਗਿਆ। ਜੰਗਲੇ ਦੇ ਬਾਰ-ਬਾਰ 4 CRPF ਦੇ ਨੌਜਵਾਨ ਹਥਿਆਰ ਸੰਭਾਲੀ ਬੈਠੇ ਸਨ। ਇੱਕ ਬੁੱਢੇ ਨੂੰ, ਜਿਸ ਦੀ ਕਮਰ ਝੁਕੀ ਹੋਈ ਸੀ, ਮੋਢੇ ਉਲਾਰੂ ਸਨ ਤੇ ਚਾਲ ਲੜਖੜਾਉਂਦੀ ਸੀ, ਜੰਗਲੇ ਵੱਲ ਵੱਧਦਾ ਦੇਖਿਆ ਤੇ ਉਹਨਾਂ ਵਿੱਚੋਂ ਇੱਕ ਬੰਦੂਕ ਨਾਲ ਨਿਸ਼ਾਨਾ ਬੰਨ੍ਹਦਾ ਉੱਚੀ ਸਾਰੀ ਬੋਲਿਆ, ਓਏ ਬੁੱਢਿਆ, ਕਿਉਂ ਮੌਤ ਨੂੰ ਵਾਜਾਂ ਮਾਰਨਾ ਹੈ? ਤੈਨੂੰ ਪਤਾ ਨਹੀਂ ਕਿ ਸਾਨੂੰ ਹੁਕਮ ਮਿਲਿਆ ਹੋਇਆ ਕਿ ਕਰਫਿਊ ਦੀ ਉਲੰਘਣਾ ਕਰਨ ਵਾਲੇ ਨੂੰ ਦੇਖਦਿਆਂ ਹੀ ਗੋਲੀ ਮਾਰ ਦਿੱਤੀ ਜਾਏ। ਇੰਨੀ ਗੱਲ ਆਖ ਕੇ CRPF ਦਾ ਉਹ ਜਵਾਨ ਤੇ ਉਹਦੇ ਦੂਸਰੇ ਹਥਿਆਰਬੰਦ ਸਾਥੀ ਅੱਗੇ ਵਧੇ ਤੇ ਉਹਨਾਂ ਭਗਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਭਗਤ ਸਿੰਘ ਨੂੰ ਜਦੋਂ ਫੌਜੀ ਟਰੱਕ ਵਿੱਚ ਜ਼ਬਰਦਸਤੀ ਚੜ੍ਹਾਇਆ ਜਾ ਰਿਹਾ ਸੀ ਤਾਂ ਉਹ ਸਾਰਾ ਤਾਨ ਲਾ ਕੇ ਉੱਚੀ ਆਵਾਜ਼ 'ਚ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ। ਇਹ ਨਾਅਰੇ ਆਕਾਸ਼ 'ਚ ਗੂੰਜ ਰਹੇ ਸਨ ਤੇ ਲੱਗਦਾ ਸੀ ਕਿ ਭਗਤ ਸਿੰਘ ਮੁੜ ਜਵਾਨ ਹੋ ਸੰਘਰਸ਼ ਲਈ ਤਿਆਰ ਬਰ ਤਿਆਰ ਸੀ। ਧੰਨਵਾਦ। ਡਾਕਟਰ ਸੁਰਿੰਦਰ ਸਿੰਘ ਨਰੂਲਾ ਦੇ ਕਹਾਣੀ ਸੰਗ੍ਰਹਿ ਪੰਛੀ ਦੀ ਉਡਾਨ ਦੀ ਪਹਿਲੀ ਕਹਾਣੀ ਪੰਛੀ ਦੀ ਉਡਾਨ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਕੁਝ ਸਾਲਾਂ ਵਿੱਚ ਹੀ ਪੰਜਾਬ ਅੰਦਰ ਬੇਸ਼ੁਮਾਰ ਬੰਦੇ ਕਤਲ ਕੀਤੇ ਗਏ ਸਨ। ਆਤੰਕਵਾਦੀਆਂ ਹੱਥੋਂ ਤੇ ਪੁਲਿਸ ਨਾਲ ਸੱਚੇ ਜਾਂ ਝੂਠੇ ਮੁਕਾਬਲਿਆਂ ਵਿੱਚ ਵੀ ਮਰਨ ਵਾਲੇ ਤਾਂ ਮਰ ਗਏ, ਪਰ ਜਿਹੜੇ ਪਿੱਛੇ ਰਹੇ ਉਹ ਤਾਂ ਜਿਉਂਦੇ ਹੀ ਮਰ ਗਏ ਸਨ। ਵੱਡੇ ਦੁੱਖ ਵਾਲੀ ਗੱਲ ਤਾਂ ਇਹ ਸੀ ਕਿ ਜਿਹੜੇ ਲੋਕ ਕਤਲ ਹੁੰਦੇ ਰਹੇ ਉਹ ਆਪਣੇ ਪਿੱਛੇ ਮਾਸੂਮ ਬੱਚੇ, ਜਵਾਨ, ਨਵ ਵਿਆਹਤ ਮੁਟਿਆਰਾਂ ਤੇ ਬੁੱਢੇ ਮਾਂ-ਬਾਪ ਛੱਡ ਗਏ, ਜਿਨ੍ਹਾਂ ਦੀ ਦੇਖਭਾਲ ਕਰਨ ਵਾਲਾ ਹੁਣ ਇਸ ਦੁਨੀਆ 'ਚ ਕੋਈ ਨਹੀਂ ਸੀ। ਪੰਜਾਬੀ ਲੋਕਾਂ ਦੇ ਮਨ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ ਤੇ ਇਹਨਾਂ ਜ਼ਖਮਾਂ ਦੀ ਮੱਲਮ ਪੱਟੀ ਕਿਸੇ ਵੱਲੋਂ ਵੀ ਨਹੀਂ ਸੀ ਕੀਤੀ ਜਾ ਰਹੀ। ਬਹੁਤੇ ਦਿਲਾਂ ਦੇ ਜ਼ਖਮ ਗੈਂਗਰੀਨ ਬਣ ਕੇ ਕਿਸੇ ਅਸਾਧ ਰੋਗ ਵਾਂਗ ਲੋਕਾਂ ਦੀਆਂ ਜਾਨਾਂ ਨੂੰ ਚਿੰਬੜੇ ਹੋਏ ਸਨ। ਅੰਮ੍ਰਿਤਸਰ ਦੇ ਚਾਟੀਵਿੰਡ ਦਰਵਾਜ਼ੇ ਦੀ ਬਸਤੀ ਵਿਖੇ ਸ਼ਿੱਬੂ ਕਿਆਂ ਦੇ ਮੁਖੀ ਦੀ ਲੂਣ, ਤੇਲ, ਆਟੇ, ਦਾਲ ਦੀ ਦੁਕਾਨ ਸੀ। ਆਸ-ਪਾਸ ਦੇ ਪਿੰਡਾਂ ਦੇ ਲੋਕ ਆ ਕੇ ਇਸ ਦੁਕਾਨ ਤੋਂ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਨਿੱਕ ਸੁੱਕ ਖਰੀਦ ਕੇ ਲੈ ਜਾਂਦੇ ਸਨ। ਸ਼ਿੱਬੂ ਦੇ ਘਰ ਵਾਲੇ ਨੂੰ ਉਧਾਰ ਉੱਤੇ ਮਾਲ ਦੀ ਰਕਮ ਉਗਰਾਉਣ ਲਈ ਆਸ-ਪਾਸ ਦੇ ਪਿੰਡਾਂ 'ਚ ਜਾਣਾ ਪੈਂਦਾ ਸੀ। ਉਗਰਾਈ ਲਈ ਚੱਕਰ ਉਹ ਆਪਣੇ ਪੁਰਾਣੇ ਸਾਈਕਲ ਉੱਤੇ ਹੀ ਲਗਾਉਂਦਾ ਹੁੰਦਾ ਸੀ। ਇੱਕ ਵਾਰ ਇੱਕ ਅਜਿਹੇ ਦੌਰੇ ਉੱਤੇ ਗਿਆ, ਪੁਲਿਸ ਤੇ ਆਤੰਕਬੰਦੀਆਂ ਵਿਚਾਲੇ ਹੋ ਰਹੀ ਨਾਕਾਬੰਦੀ ਮੁਕਾਬਲੇ 'ਚ ਮਾਰਿਆ ਗਿਆ। ਇਸ ਤਰ੍ਹਾਂ ਸ਼ਿੱਬੂ ਦਾ ਘਰ ਵਾਲਾ 2 ਯਤੀਮਾਂ ਤੇ ਆਪਣੀ ਘਰਵਾਲੀ ਨੂੰ ਬੇਸਹਾਰਾ ਛੱਡ ਕੇ ਕਾਲਵਸ ਹੋ ਗਿਆ। ਦੋਵੇਂ ਯਤੀਮਾਂ ਵਿੱਚੋਂ ਇੱਕ ਮੁੰਡਾ ਸੀ ਤੇ ਇੱਕ ਕੁੜੀ। ਇਹ ਇਤਫਾਕ ਦੀ ਗੱਲ ਸੀ ਕਿ ਉਹਦਾ ਮੁੰਡਾ, ਜਿਹਦੀ ਉਮਰ 20-22 ਸਾਲ ਸੀ,
ਬੁਖਾਰ ਚੜ੍ਹ ਜਾਣ ਕਾਰਨ ਹਾਦਸੇ ਵਾਲੇ ਦਿਨ ਉਹਦੇ ਨਾਲ ਨਹੀਂ ਸੀ ਗਿਆ, ਨਹੀਂ ਤਾਂ ਉਸ ਵੀ ਆਤੰਕਵਾਦੀਆਂ ਤੇ ਪੁਲਿਸ ਦੇ ਆਪਸੀ ਮੁਕਾਬਲੇ ਵਿੱਚ ਮਾਰਿਆ ਜਾਣਾ ਸੀ। ਜਦੋਂ ਸ਼ਿੱਬੋ ਨੂੰ ਦੁਰਘਟਨਾ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਕੁਝ ਗੁਆਂਢੀਆਂ ਨੂੰ ਨਾਲ ਲੈ ਕੇ ਆਪਣੇ ਘਰ ਵਾਲੇ ਦੀ ਲਾਸ਼ ਲੈਣ ਲਈ ਥਾਣੇ ਗਈ, ਪਰ SHO ਨੇ ਲਾਸ਼ ਦੇਣ ਤੋਂ ਨਾ ਕਰ ਦਿੱਤੀ ਸੀ, ਕਿਉਂਕਿ ਹਾਲੇ ਪੁਲਿਸ ਵੱਲੋਂ ਪੋਸਟਮਾਰਟਮ ਕਰਵਾਇਆ ਜਾਣਾ ਸੀ। ਫਿਰ ਮੁਹੱਲੇ ਦੇ ਲੋਕ ਇਲਾਕੇ ਦੇ ਕਾਂਗਰਸੀ MLA ਦੇ ਕੋਲ ਗਏ। ਉਸ ਦੀ ਕੋਸ਼ਿਸ਼ ਸਦਕਾ ਸ਼ਿੱਬੋ ਦੇ ਘਰ ਵਾਲੇ ਦੀ ਲਾਸ਼ ਰਿਸ਼ਤੇਦਾਰਾਂ ਦੇ ਹਵਾਲੇ ਕੀਤੀ ਗਈ ਸੀ। ਕਾਂਗਰਸ MLA ਨੇ ਹੀ ਮਾਲੀ ਸਹਾਇਤਾ ਦੇ ਕੇ ਦਾਹ ਸੰਸਕਾਰ ਦਾ ਪ੍ਰਬੰਧ ਕੀਤਾ ਸੀ। ਸ਼ਿੱਬੋ ਵਿਚਾਰੀ ਬੜੀ ਪਰੇਸ਼ਾਨ ਸੀ ਕਿ ਹੁਣ ਉਹਦਾ ਕੀ ਬਣੇਗਾ। ਉਸ ਦੀ ਛੋਟੀ ਕੁੜੀ ਕਮਲਾ ਹਾਲੇ 14-15 ਵਰ੍ਹਿਆਂ ਦੀ ਸੀ। ਮੁੰਡਾ ਭਾਵੇਂ 20-22 ਸਾਲ ਦਾ ਸੀ, ਪਰ ਆਪਣੇ ਪਿਓ ਦੇ ਜਿਉਂਦਿਆਂ ਉਸ ਕਾਰੋਬਾਰ ਵਿੱਚ ਦਿਲਚਸਪੀ ਨਹੀਂ ਸੀ ਲਿੱਤੀ। ਜਦੋਂ ਵੀ ਉਸ ਦਾ ਪਿਓ ਉਗਰਾਹੀ ਲਈ ਕਿਸੇ ਪਿੰਡ ਜਾਂਦਾ ਸੀ, ਉਹ ਬਸ ਵਹੀ ਖਾਤੇ ਵਾਲੀਆਂ ਲਾਲ ਕਿਤਾਬਾਂ ਚੁੱਕੀ ਫਿਰਦਾ ਸੀ। ਸ਼ਿੱਬੋ ਦੇ ਘਰ ਵਾਲੇ ਨੇ ਆਪਣੀ ਹਯਾਤੀ ਵਿੱਚ ਇਹ ਫੈਸਲਾ ਕਰ ਲਿਆ ਸੀ ਕਿ ਆਪਣੇ ਮੁੰਡੇ ਦਾ ਵਿਆਹ ਕਰਨ ਤੋਂ ਪਹਿਲਾਂ ਉਹ ਆਪਣੀ ਕੁੜੀ ਦੇ ਹੱਥ ਪੀਲੇ ਕਰੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਮਲਾ ਕਬੂਲ ਸੂਰਤ ਕੁੜੀ ਸੀ ਤੇ ਘਰ ਗ੍ਰਸਤੀ ਦੇ ਕੰਮਕਾਜ ਵਿੱਚ ਨਿਪੁੰਨ ਵੀ ਸੀ। ਪਰ ਭਾਰਤ ਵਿੱਚ ਕਬੂਲ ਸੂਰਤ ਹੋਣਾ ਤੇ ਘਰ ਗ੍ਰਸਤੀ ਦੇ ਕੰਮਕਾਜ ਵਿੱਚ ਨਿਪੁੰਨ ਹੋਣ ਨਾਲ ਹੀ ਚੰਗੇ ਵਰ ਘਰ ਦੀ ਜ਼ਾਮਨੀ ਨਹੀਂ ਸੀ ਮਿਲ ਸਕਦੀ। ਇਸ ਲਈ ਹੋਰ ਵੀ ਬੜਾ ਕੁਝ ਚਾਹੀਦਾ ਸੀ। ਰਸਮ ਮਰਿਆਦਾ ਅਨੁਸਾਰ ਚੰਗੇ ਦਾਜ ਦਾ ਪ੍ਰਬੰਧ ਕਰ ਸਕਣਾ ਕੁੜੀ ਵਾਲਿਆਂ ਲਈ ਵਧੇਰੇ ਜ਼ਰੂਰੀ ਸੀ। ਜੇਕਰ ਸ਼ਿੱਬੋ ਦਾ ਘਰ ਵਾਲਾ ਜਿਉਂਦਾ ਰਹਿੰਦਾ ਤਾਂ ਉਹ ਕੋਈ ਨਾ ਕੋਈ ਜੁਗਾੜ ਜ਼ਰੂਰ ਕਰ ਲੈਂਦਾ। ਸ਼ਿੱਬੋ ਨੇ ਆਪਣੇ ਘਰ ਵਾਲੇ ਦੀ ਹਯਾਤੀ ਵਿੱਚ ਕੁਝ ਗਹਿਣੇ ਤੇ ਕੱਪੜੇ ਆਪਣੀ ਕੁੜੀ ਲਈ ਬਣਵਾ ਲਏ ਸਨ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਦੀ ਹਯਾਤੀ ਨੇ ਵਫਾ ਨਾ ਨਿਭਾਈ ਤੇ ਉਹ ਕਮਲਾ ਦੇ ਹੱਥ ਪੀਲੇ ਕੀਤੇ ਬਗੈਰ ਹੀ ਆਤੰਕਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ। ਆਪਣੇ ਘਰ ਵਾਲੇ ਦੇ ਚਲਾਣਾ ਕਰ ਜਾਣ ਕਾਰਨ ਤੇ ਤੰਗੀ ਤੁਰਸ਼ੀ ਸਦਕਾ ਉਹ ਕੁੜੀ ਲਈ ਬਣਵਾਏ ਗਏ ਕੁਝ ਗਹਿਣਿਆਂ ਨੂੰ ਵੇਚਣ ਲਈ ਮਜਬੂਰ ਹੋ ਗਈ। ਇਹ ਸਭ ਕੁਝ ਨੇ ਉਹਦੇ ਤਨ ਮਨ ਨੂੰ ਝੰਜੋੜ ਕੇ ਰੱਖ ਦਿੱਤਾ। ਚਾਹੁੰਦੀ ਤਾਂ ਉਹ ਇਹ ਸੀ ਕਿ ਕਮਲਾ ਦੇ ਵਿਆਹ ਦਾ ਕਾਰਜ ਰਚਾਉਣ ਤੋਂ ਪਹਿਲਾਂ ਆਪਣੇ ਪਲੇਠੇ ਦਾ ਵਿਆਹ ਕਰ ਦੇਵੇ, ਪਰ ਉਸ ਨੂੰ ਭਾਰਤੀ ਮਰਿਆਦਾ ਦਾ ਪਤਾ ਸੀ ਕਿ ਮੁੰਡੇ ਨੂੰ ਤਾਂ ਰੱਬ ਦੀਆਂ ਰੱਖਾਂ ਹੁੰਦੀਆਂ ਨੇ ਅਤੇ ਕੰਨਿਆਦਾਨ ਬਿਨਾਂ ਕੰਨਿਆ ਦੀ ਅਗਲੇ ਜਨਮ ਵਿੱਚ ਵੀ ਗਤੀ ਨਹੀਂ ਹੋਣੀ। ਵਿਚਾਰੀ ਸ਼ਿੱਬੋ ਕਰੇ ਵੀ ਤਾਂ ਕੀ ਕਰੇ। ਸਰਕਾਰ ਵੱਲੋਂ ਸ਼ਿੱਬੋ ਨੂੰ ਘਰ ਵਾਲੇ ਦੇ ਕਤਲ ਕੀਤੇ ਜਾਣ ਉਪਰੰਤ ਜਿਹੜੀ ਮਾਲੀ ਸਹਾਇਤਾ ਮਿਲੀ ਸੀ, ਉਹ ਵੀ ਨਿੱਤ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਖਰਚ ਹੋ ਗਈ। ਕਮਲਾ ਬਾਰੇ ਸ਼ਿੱਬੋ ਦਿਨ ਰਾਤ ਸੋਚਦੀ ਰਹਿੰਦੀ ਸੀ, ਪਰ ਉਹ ਕਰੇ ਤਾਂ ਕੀ ਕਰੇ। ਆਖਰ ਰੱਬ ਨੇ ਹੀ ਉਸ ਦੀ ਮੁਸ਼ਕਿਲ ਹੱਲ ਕਰ ਦਿੱਤੀ। ਉਸ ਦੀ ਦੂਰ ਦੀ ਇੱਕ ਰਿਸ਼ਤੇਦਾਰਨ ਅਮਰੀਕਾ ਵਿੱਚ ਜਾ ਵਸੀ ਸੀ। ਉਹ ਕਦੇ ਕਦਾਈਂ 4-5 ਵਰ੍ਹਿਆਂ ਪਿੱਛੋਂ ਭਾਰਤ ਆਉਂਦੀ ਹੁੰਦੀ ਸੀ। ਆਤੰਕਵਾਦੀਆਂ ਦੁਆਰਾ ਕੀਤੀਆਂ ਵਾਰਦਾਤਾਂ ਕਾਰਨ ਤੇ ਇਸ ਤੌਖਲੇਵਸ ਕਿ ਆਤੰਕਵਾਦੀਆਂ ਨੂੰ ਵਿਦੇਸ਼ੀਆਂ ਤੋਂ ਸਹਾਇਤਾ ਮਿਲਦੀ ਹੈ, ਸਰਕਾਰ ਨੇ ਵਿਦੇਸ਼ੀਆਂ ਦੇ ਪੰਜਾਬ ਦਾਖਲੇ ਉੱਤੇ ਪਾਬੰਦੀ ਲਗਾਈ ਹੋਈ ਸੀ। ਸ਼ੀਲਾ, ਜਿਹੜੀ ਸ਼ਿੱਬੋ ਦੀ ਅਮਰੀਕਾ ਜਾ ਵਸੀ ਰਿਸ਼ਤੇਦਾਰਨ ਦਾ ਨਾਂ ਸੀ, ਨੇ ਸ਼ਿੱਬੋ ਨੂੰ ਦਿੱਲੀੋਂ ਹਮਦਰਦੀ ਭਰਿਆ ਖਤ ਲਿਖਿਆ ਤੇ ਉਸ ਵਿੱਚ ਇਸ ਗੱਲ ਦੀ ਤਾਕੀਦ ਕੀਤੀ ਕਿ ਉਹ ਕਮਲਾ ਨੂੰ ਨਾਲ ਲੈ ਕੇ ਉਹਨੂੰ ਦਿੱਲੀ ਵਿਖੇ ਮਿਲੇ, ਕਿਉਂਕਿ ਉਹ ਵਿਦੇਸ਼ੀ ਨਾਗਰਿਕ ਹੋਣ ਕਾਰਨ ਆਪ ਪੰਜਾਬ ਆ ਨਹੀਂ ਸੀ ਸਕਦੀ। ਉਸੇ ਵੀ ਤਜਵੀਜ਼ ਕੀਤਾ ਕਿ ਜੇ ਸ਼ਿੱਬੋ ਚਾਹੇ ਤਾਂ ਉਹ ਕਮਲਾ ਨੂੰ ਆਪਣੇ ਨਾਲ ਅਮਰੀਕਾ ਲੈ ਜਾਏਗੀ। ਸ਼ਿੱਬੋ ਦੀ ਮਦਦ ਨਾਲ ਜਿਵੇਂ ਭਗਵਾਨ ਆਪ ਹੀ ਬੋੜਿਆ ਹੋਵੇ, ਉਸਨੇ ਦਿੱਲੀ ਜਾਣ ਦਾ ਫੈਸਲਾ ਕਰ ਲਿਆ। ਗਲੀ ਮੁਹੱਲੇ ਦੀਆਂ ਆਪਣੀਆਂ ਜਾਣੂ ਔਰਤਾਂ ਨਾਲ ਸਲਾਹ ਕੀਤੀ ਤਾਂ ਉਹਨਾਂ ਨੇ ਵੀ ਕਮਲਾ ਨੂੰ ਅਮਰੀਕਾ ਭੇਜਣ ਦੀ ਸਲਾਹ ਦਿੱਤੀ। ਸ਼ਿੱਬੋ ਦੀ ਇਸ ਦੂਰ ਦੀ ਰਿਸ਼ਤੇਦਾਰਨ ਦਾ ਨਾਂ ਸੀ ਸ਼ੀਲਾ। ਸ਼ਿੱਬੋ ਨੂੰ ਇਹ ਚੰਗੀ ਤਰ੍ਹਾਂ ਯਾਦ ਸੀ ਕਿ ਕਿਸ ਤਰ੍ਹਾਂ ਮਾਂ-ਪਿਓ ਦੀ ਇਕਲੌਤੀ ਧੀ ਹੋਣ ਕਾਰਨ ਸ਼ੀਲਾ ਪੋਤੜਿਆਂ ਤੋਂ ਹੀ ਵਿਗੜੀ ਹੋਈ ਸੀ। ਉਸ ਦੀ ਆਪਣੇ ਘਰ ਵਾਲੇ ਦੇ ਨਾਲ ਕਦੀ ਨਹੀਂ ਸੀ ਬਣੀ ਤੇ ਬਾਲ ਬੱਚਾ ਹੋਣ ਤੋਂ ਪਹਿਲਾਂ ਹੀ ਉਸ ਨੂੰ ਆਪਣੇ ਘਰ ਵਾਲੇ ਤੋਂ ਤਲਾਕ ਲੈਣਾ ਪੈ ਗਿਆ ਸੀ। ਫਿਰ ਇੱਕ ਵਾਰ ਇਹ ਯੋਗੀ ਮਹੇਸ਼ ਦੇ ਦਰਸ਼ਨਾਂ ਲਈ ਹਰਿਦੁਆਰ ਗਈ।
ਉੱਥੇ ਯੋਗੀ ਮਹੇਸ਼ ਦੇ ਕਿਸੇ ਸ਼ਿਸ਼ ਨੇ ਉਹਨੂੰ ਅਮਰੀਕਾ ਆਉਣ ਦਾ ਸੱਦਾ ਦਿੱਤਾ। ਇੱਕ ਵਾਰ ਅਮਰੀਕਾ ਪਹੁੰਚ ਕੇ ਸ਼ੀਲਾ ਉੱਥੋਂ ਦੀ ਹੋ ਗਈ। ਸ਼ਿਬੂ ਨੇ ਬਸ ਇੰਨਾ ਹੀ ਸੁਣ ਰੱਖਿਆ ਸੀ ਕਿ ਸ਼ਿਕਾਗੋ ਵਿਖੇ ਯੋਗੀ ਮਹੇਸ਼ ਦੇ ਮਿਸ਼ਨ ਵੱਲੋਂ ਚਲਾਏ ਜਾ ਰਹੇ ਸਕੂਲ ਵਿੱਚ ਉਹ ਪੜ੍ਹਾਉਂਦੀ ਸੀ। ਜਦੋਂ ਵੀ ਉਹ ਭਾਰਤ ਆਉਂਦੀ ਸੀ, ਆਪਣੇ ਵਾਕਫਕਾਰਾਂ ਅਤੇ ਰਿਸ਼ਤੇਦਾਰਾਂ ਲਈ ਢੇਰ ਸਾਰੀਆਂ ਚੀਜ਼ਾਂ ਲੈ ਕੇ ਆਉਂਦੀ ਹੁੰਦੀ ਸੀ। ਨਾਇਲਨ ਦੀਆਂ ਸਾੜੀਆਂ, ਨਾਈਟੀਆਂ, ਘਰੇਲੂ ਵਰਤੋਂ ਲਈ ਅੱਡ-ਅੱਡ ਤਰ੍ਹਾਂ ਦਾ ਸਮਾਨ, ਇਲੈਕਟ੍ਰੋਨਿਕ ਖਿਡੌਣੇ ਆਦਿ। ਭਾਰਤ ਪਹੁੰਚ ਕੇ ਇਹਨਾਂ ਵਿੱਚੋਂ ਕੁਝ ਚੀਜ਼ਾਂ ਸ਼ੀਲਾ ਮਹਿੰਗੇ ਭਾਅ 'ਤੇ ਵੇਚ ਦਿੰਦੀ ਸੀ। ਇਸ ਤਰ੍ਹਾਂ ਉਸ ਦਾ ਆਉਣ ਜਾਣ ਦਾ ਕਿਰਾਇਆ ਨਿਕਲ ਆਉਂਦਾ ਸੀ। ਸ਼ੀਲਾ ਮਹੇਸ਼ ਯੋਗੀ ਦੇ ਮਿਸ਼ਨ ਵੱਲੋਂ ਸ਼ਿਕਾਗੋ ਵਿਖੇ ਚਲਾ ਰਹੇ ਸਕੂਲ 'ਚ ਹਿੰਦੀ ਦੀ ਅਧਿਆਪਕਾ ਸੀ ਅਤੇ ਉਹਦਾ ਘਰਵਾਲਾ ਨਸ਼ਿਆਂ ਦਾ ਆਦੀ ਹੋਣ ਕਰਕੇ ਕੋਈ ਕੰਮ ਨਹੀਂ ਸੀ ਕਰਦਾ। ਵੈਸੇ ਵੀ ਅਮਰੀਕਾ 'ਚ ਬਹੁਤ ਘੱਟ ਲੋਕ ਨੌਕਰ ਦਾ ਖਰਚਾ ਬਰਦਾਸ਼ਤ ਕਰ ਸਕਦੇ ਹਨ ਅਤੇ ਘਰ ਦੇ ਬੰਦਿਆਂ ਨੂੰ ਹੀ ਸਾਰਾ ਕੰਮ ਕਰਨਾ ਪੈਂਦਾ ਹੈ। ਡਿਸ਼ ਵਾਸ਼ਰ ਵਿੱਚ ਉਹ ਆਪ ਹੀ ਬਰਤਨ ਸਾਫ਼ ਕਰਦੀ ਹੁੰਦੀ ਸੀ ਅਤੇ ਹਫ਼ਤੇ ਦੇ ਅਖੀਰਲੇ ਛੁੱਟੀ ਵਾਲੇ ਦਿਨ ਸ਼ੀਲਾ ਕੱਪੜੇ ਧੋਣ ਵਾਲੀ ਮਸ਼ੀਨ ਚਾਲੂ ਕਰਕੇ ਕੱਪੜੇ ਆਪ ਹੀ ਧੋਂਦੀ ਹੁੰਦੀ ਸੀ। ਉਸੇ ਸੋਚਿਆ ਕਿ ਜੇਕਰ ਕਮਲਾ ਉਸ ਨਾਲ ਅਮਰੀਕਾ ਜਾ ਸਕੇ ਤਾਂ ਉਹਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਹੱਲ ਹੋ ਜਾਣਗੀਆਂ। ਜਦੋਂ ਸ਼ਿਬੂ ਕਮਲਾ ਨੂੰ ਲੈ ਕੇ ਦਿੱਲੀ ਪਹੁੰਚੀ ਤਾਂ ਸ਼ੀਲਾ ਨੇ ਰਸਮੀ ਤੌਰ 'ਤੇ ਦੁੱਖ ਸੁੱਖ ਫੋਲਣ ਉਪਰੰਤ ਝੱਟ ਹੀ ਇਹ ਤਜਵੀਜ਼ ਪੇਸ਼ ਕਰ ਦਿੱਤੀ ਕਿ ਕਮਲਾ ਉਸ ਨਾਲ ਅਮਰੀਕਾ ਚੱਲੇ। ਪਹਿਲਾਂ ਤਾਂ ਸ਼ਿਬੂ ਕੁਝ ਝਿਜਕੀ, ਪਰ ਜਦੋਂ ਸ਼ੀਲਾ ਨੇ ਅਮਰੀਕਾ ਦਾ ਸਵਰਗੀ ਨਕਸ਼ਾ ਖਿੱਚਿਆ ਅਤੇ ਨਾਲ ਇਹ ਵੀ ਸੈਨਤ ਸੁੱਟੀ ਕਿ ਕਮਲਾ ਹੁਣ ਸਿਆਣੀ ਹੋ ਗਈ ਹੈ ਅਤੇ ਅਮਰੀਕਾ ਪਹੁੰਚਣ ਉਪਰੰਤ ਉਹਦੀ ਸ਼ਾਦੀ ਕਿਸੇ ਧਨਾਢ ਕਮਾਊ ਮੁੰਡੇ ਨਾਲ ਹੋ ਜਾਏਗੀ, ਤਾਂ ਉਹ ਸ਼ੀਲਾ ਦੀ ਗੱਲ ਮੰਨ ਗਈ। ਇਸ ਤੋਂ ਛੁੱਟ ਸ਼ੀਲਾ ਨੇ ਸ਼ਿਬੂ ਨੂੰ ਇਹ ਗੱਲ ਸਮਝਾਈ ਕਿ ਅਮਰੀਕਾ ਵਿੱਚ ਖਾਵੰਦ ਬੀਵੀ ਦੋਵੇਂ ਹੀ ਕਮਾਈ ਕਰਦੇ ਹਨ ਅਤੇ ਬਹੁਤੀਆਂ ਭਾਰਤੀ ਮੂਲ ਦੀਆਂ ਕੁੜੀਆਂ ਆਪਣੇ ਮਾਂ-ਬਾਪ ਨੂੰ ਉਸੇ ਤਰ੍ਹਾਂ ਡਾਲਰ ਭੇਜਦੀਆਂ ਹਨ ਜਿਸ ਤਰ੍ਹਾਂ ਕਿ ਮੁੰਡੇ ਭੇਜਦੇ ਹਨ। ਹੁਣ ਵਿਚਾਰੀ ਸ਼ਿਬੂ ਕੀ ਜਵਾਬ ਦਿੰਦੀ। ਉਹ ਆਪਣੀ ਕੁੜੀ ਕਮਲਾ ਨੂੰ ਸ਼ੀਲਾ ਨਾਲ ਭੇਜਣ ਲਈ ਤਿਆਰ ਹੋ ਗਈ। ਸ਼ੀਲਾ ਨੇ ਦੌੜ ਭੱਜ ਕਰਕੇ ਕਮਲਾ ਲਈ ਟੂਰਿਸਟ ਵੀਜ਼ਾ ਬਣਵਾ ਲਿਆ ਅਤੇ ਤੌਖਲੇ ਭਰੇ ਮਨ ਨਾਲ ਸ਼ਿਬੂ ਆਪਣੀ ਕੁੜੀ ਹਵਾਈ ਜਹਾਜ਼ ਵਿੱਚ ਸਵਾਰ ਕਰਾ ਕੇ ਦਿੱਲੀੋਂ ਮੁੜੀ। ਉਹ ਦਿੱਲੀੋਂ ਮੁੜਦੀ ਸਾਰਾ ਰਾਹ ਆਪਣੀ ਕੁੜੀ ਵਾਸਤੇ ਸ਼ੇਰਾਂ ਵਾਲੀ ਮਾਤਾ ਨੂੰ ਅਰਦਾਸ ਕਰਦੀ ਰਹੀ। ਉਸੇ ਮਨੌਤ ਵੀ ਮੰਨੀ ਕਿ ਉਹ ਜਲਦੀ ਵੈਸ਼ਨੋ ਦੇਵੀ ਦੀ ਯਾਤਰਾ ਕਰੇਗੀ। ਜਦੋਂ ਸ਼ੀਲਾ ਦਾ ਹਵਾਈ ਜਹਾਜ਼ ਸ਼ਿਕਾਗੋ ਦੇ ਹਵਾਈ ਅੱਡੇ ਦੇ ਨੇੜੇ ਪਹੁੰਚਿਆ ਤਾਂ ਹਵਾਈ ਜਹਾਜ਼ ਦੀ ਖਿੜਕੀ ਵਿੱਚੋਂ ਉਸ ਬਾਰ-ਬਾਰ ਨਜ਼ਰ ਮਾਰੀ। ਉਸ ਮਿਸ਼ੀਗਨ ਝੀਲ ਦਾ ਵਿਸ਼ਾਲ ਤਲ ਦੇਖਿਆ। ਭਾਵੇਂ ਇੰਨੀ ਉਚਾਈ ਤੋਂ ਉਹ ਝੀਲ ਦੇ ਤਲ ਉਤਲੀਆਂ ਜਲ ਫਰੇਗੀਆਂ ਨੂੰ ਨਹੀਂ ਸੀ ਦੇਖ ਸਕਦੀ, ਪਰ ਆਪਣੀ ਕਲਪਨਾ ਨਾਲ ਉਹ ਸਹਿਜੇ ਇਹਨਾਂ ਦਾ ਅਨੁਮਾਨ ਲਗਾ ਸਕਦੀ ਸੀ। ਉਸ ਨੂੰ ਸ਼ਿਕਾਗੋ ਵਿੱਚ ਰਹਿੰਦਿਆਂ ਕਈ ਸਾਲ ਹੋ ਗਏ ਸਨ। ਉਸ ਦੀ ਰਿਹਾਇਸ਼ ਵੀ ਝੀਲ ਲਾਗੇ ਮੱਛੀਆਂ ਦੇ ਅਜਾਇਬ ਘਰ ਨੇੜੇ ਸੀ। ਇਸ ਕਾਰਨ ਜਹਾਜ਼ ਦੇ ਅੱਡੇ ਉੱਤੇ ਉਤਰਨ ਤੋਂ ਪਹਿਲਾਂ ਹੀ ਉਸਨੇ ਝੀਲ ਦੇ ਆਲੇ ਦੁਆਲੇ ਉੱਤੇ ਉੱਡਦੀ ਨਜ਼ਰ ਮਾਰ ਲਈ ਸੀ। ਉਹ ਝੀਲ ਦੇ ਵਾਸਤਵਿਕ ਸਰੂਪ ਦਾ ਸਹਿਜੀ ਅੰਦਾਜ਼ਾ ਲਗਾ ਸਕੀ ਸੀ। ਜਦੋਂ ਹਵਾਈ ਜਹਾਜ਼ ਰਨਵੇ ਤੋਂ ਫਿਸਲਦਾ ਆਪਣੇ ਠਹਿਰਾਓ ਸਥਲ 'ਤੇ ਪਹੁੰਚਿਆ ਤਾਂ ਸਾਰਾ ਹਵਾਈ ਅੱਡਾ ਬਾਰਿਸ਼ ਦੇ ਪਾਣੀ ਨਾਲ ਭਰਿਆ ਪਿਆ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਅਸਫਾਲਟ ਦੇ ਫੈਲਾਅ ਉੱਤੇ ਰੋਗਨ ਪੋਚ ਕਰ ਦਿੱਤਾ ਹੋਵੇ। ਦੂਰੋਂ ਤੱਕਿਆ ਹਵਾਈ ਅੱਡੇ ਦਾ ਚਮਕੀਲਾ ਫਰਸ਼ ਲਿਸ਼ਕੋਰਾ ਮਾਰਦਾ ਸੀ। ਹਵਾਈ ਅੱਡੇ ਤੋਂ ਬਾਹਰ ਸ਼ਿਕਾਗੋ ਦੇ ਮੈਟਰੋਪੋਲੀਟਨ ਸ਼ਹਿਰ ਮੱਕੜੀ ਜਾਲ ਦੇ ਤਾਣੇ ਪੇਟੇ ਵਾਂਗ ਚਾਰੇ ਪਾਸੇ ਫੈਲਿਆ ਹੋਇਆ ਸੀ ਅਤੇ ਇੰਝ ਲੱਗ ਰਿਹਾ ਸੀ ਜਿਵੇਂ ਅਨੇਕ ਮੱਕੜੀ ਜਾਲਿਆਂ ਨੂੰ ਲੰਮੇ ਦਾ ਅਤੇ ਉੱਚੇ ਦਾ ਕਮਾਲ ਚਤੁਰਾਈ ਨਾਲ ਜੋੜ ਕੇ ਉੱਪਰ ਥੱਲੇ ਫੈਲਾ ਦਿੱਤਾ ਹੋਵੇ। ਹਵਾਈ ਜਹਾਜ਼ 'ਚ ਬੈਠਿਆਂ ਹੀ ਗੱਲਾਂ 'ਚ ਸ਼ੀਲਾ ਨੇ ਕਮਲਾ ਨੂੰ ਸੈਨਤ ਸੁੱਟੀ ਕਿ ਅਮਰੀਕਾ ਵਿੱਚ ਇਹ ਰਿਵਾਜ਼ ਹੈ ਕਿ ਮੁੰਡੇ ਕੁੜੀਆਂ ਛੋਟੀ ਉਮਰੇ ਹੀ ਸ਼ਾਦੀ ਕਰ ਲੈਂਦੇ ਹਨ। ਇਹ ਗੱਲ ਅਮਰੀਕੀ ਮੁੰਡੇ ਕੁੜੀਆਂ ਬਾਰੇ ਉਨੀ ਸੱਚੀ ਸੀ ਜਿੰਨੀ ਕਿ ਭਾਰਤ ਜਾਂ ਪਾਕਿਸਤਾਨ ਤੋਂ ਅਮਰੀਕਾ ਜਾ ਵਸੇ ਉਹਨਾਂ ਲੋਕਾਂ ਦੇ ਬੱਚਿਆਂ ਬਾਰੇ ਕਹੀ ਜਾ ਸਕਦੀ ਸੀ ਜਿਨ੍ਹਾਂ ਦਾ ਕਿ ਜਨਮ ਹੀ ਅਮਰੀਕਾ 'ਚ ਹੋਇਆ ਸੀ। ਸ਼ੀਲਾ ਦੀਆਂ ਨਜ਼ਰਾਂ ਵਿੱਚ ਸ਼ਿਕਾਗੋ ਨਿਵਾਸੀ ਇੱਕ ਗੁਆਂਢੀ ਦਾ ਮੁੰਡਾ ਸੀ ਜਿਹੜਾ ਕਿ ਕਮਲਾ ਲਈ ਯੋਗਵਰ ਹੋ ਸਕਦਾ ਸੀ। ਸ਼ਿਕਾਗੋ ਦੇ ਹਵਾਈ ਅੱਡੇ 'ਤੇ ਉਤਰਦਿਆਂ ਹੀ ਸ਼ੀਲਾ ਕਮਲਾ ਨੂੰ ਅੱਡੇ ਦੇ ਡਰੈਸਿੰਗ ਰੂਮ 'ਚ ਲੈ ਗਈ। ਉੱਥੇ ਉਹਨੇ ਕਮਲਾ ਦੇ ਵਾਲਾਂ ਨੂੰ ਅਮਰੀਕੀ ਢੰਗ ਨਾਲ ਸੰਵਾਰਿਆ
ਸੁਰਖੀ ਪਾਊਡਰ ਦੀ ਵਰਤੋਂ ਕਰਕੇ ਇੱਕ ਨਿਪੁੰਨ ਬਿਊਟੀਸ਼ੀਅਨ ਦੀ ਸਹਾਇਤਾ ਨਾਲ ਕਮਲਾ ਦੇ ਮੂੰਹ ਮੱਥੇ ਦੀ ਨੁਹਾਰ ਹੀ ਬਦਲ ਦਿੱਤੀ। ਉਸ ਆਪਣਾ ਇੱਕ ਨਵਾਂ ਸੂਟ ਕਮਲਾ ਨੂੰ ਪਹਿਨਣ ਲਈ ਦਿੱਤਾ, ਜਿਸ ਵਿੱਚ ਉਹ ਬਿਲਕੁਲ ਅਮਰੀਕਨ ਨਜ਼ਰ ਆਉਂਦੀ ਸੀ। ਉਹਦੇ ਵਾਲ ਨਵੇਂ ਢੰਗ ਨਾਲ ਬਣਵਾਏ। ਕਮਲਾ ਦੇ ਵਾਲ ਬਹੁਤੇ ਸੰਘਣੇ ਨਹੀਂ ਸਨ, ਇਸ ਲਈ ਉਹਦੇ ਵਾਲਾਂ ਨੂੰ ਮੱਥੇ ਉੱਪਰੋਂ ਉਭਰਵਾਂ ਦਰਸਾਉਣ ਲਈ ਉਸਨੇ ਰਬੜ ਦੇ ਈਨੂ ਜਿਹਾ ਥਲ-ਥਲ ਕਰਦਾ ਨਕਲੀ ਜੂੜਾ ਉਹਦੇ ਵਾਲਾਂ 'ਚ ਅੜਾ ਦਿੱਤਾ। ਸ਼ੀਲਾ ਨੇ ਕਮਲਾ ਨੂੰ ਆਪਣਾ ਬੈਗ ਫੜਾਇਆ ਤੇ ਉਸਨੂੰ ਬੈਗ ਸੰਭਾਲ ਕੇ ਰੱਖਣ ਲਈ ਆਖਿਆ। ਫਿਰ ਉਹ ਮੁਸਾਫਰਾਂ ਦੀ ਵਿਸ਼ਾਲ ਭੀੜ ਵਿੱਚ ਗੁੰਮ ਹੋ ਗਈ। ਕਮਲਾ ਨੇ ਪਹਿਲਾਂ ਤਾਂ ਸ਼ੀਲਾ ਦੇ ਬੈਗ ਨੂੰ ਹੱਥਾਂ ਵਿੱਚ ਸੰਭਾਲੀ ਰੱਖਿਆ, ਪਰ ਬੈਗ ਉਸਨੂੰ ਬਹੁਤ ਭਾਰੀ ਲੱਗ ਰਿਹਾ ਸੀ। ਉਸ ਬੈਗ ਨੂੰ ਫਰਸ਼ ਉੱਤੇ ਰੱਖ ਦਿੱਤਾ ਤੇ ਆਪ ਬੜੀ ਸਾਵਧਾਨੀ ਨਾਲ ਉਹਦੇ ਨੇੜੇ ਖੜੀ ਹੋ ਗਈ। ਇੰਨੀ ਦੇਰ ਨੂੰ ਸ਼ੀਲਾ ਵੀ ਮੁੜ ਆਈ ਤੇ ਉਸ ਨਾਲ ਇੱਕ ਸੂਟਡ ਬੂਟਡ ਅਮਰੀਕਨ ਵੀ ਆਇਆ। ਕਮਲਾ ਨੇ ਸੋਚਿਆ ਕਿ ਉਹ ਗੋਰਾ ਚਿੱਟਾ ਅਮਰੀਕਨ ਸ਼ੀਲਾ ਦਾ ਕੋਈ ਜਾਣੂ ਪਛਾਣੂ ਹੋਏਗਾ। ਫਿਰ ਦੋਵੇਂ ਵਾਪਸ ਚਲੇ ਗਏ ਤੇ ਸ਼ੀਲਾ ਨੇ ਕਮਲਾ ਨੂੰ ਉੱਥੇ ਖੜਾ ਰਹਿਣ ਦਿੱਤਾ। ਥੋੜ੍ਹੀ ਦੇਰ ਬਾਅਦ ਸ਼ੀਲਾ ਦਾ ਜਾਣੂ ਅਮਰੀਕਨ ਇਕੱਲਾ ਆਇਆ ਤੇ ਟੁੱਟੀ ਫੁੱਟੀ ਹਿੰਦੀ 'ਚ ਉਸ ਕਮਲਾ ਨੂੰ ਸਮਝਾਇਆ ਕਿ ਸ਼ੀਲਾ ਉਹਨੂੰ ਏਅਰਪੋਰਟ ਦੇ ਬਾਹਰਲੇ ਗੇਟ ਤੇ ਬੁਲਾ ਰਹੀ ਹੈ। ਜਦੋਂ ਉਸ ਅਮਰੀਕਨ ਅਜਨਬੀ ਨੇ ਕਮਲਾ ਨੂੰ ਆਪਣੇ ਨਾਲ ਚੱਲਣ ਲਈ ਆਖਿਆ ਤਾਂ ਉਹ ਘਬਰਾ ਗਈ। ਉਹ ਆਦਮੀ ਉਸ ਲਈ ਬਿਲਕੁਲ ਓਪਰਾ ਸੀ ਤੇ ਉਸ ਨਾਲ ਜਾਣ ਬਾਰੇ ਉਹ ਦੁਚਿੱਤੀ ਵਿੱਚ ਸੀ। ਇਸੇ ਦੌਰਾਨ ਉਸ ਅਜਨਬੀ ਅਮਰੀਕਨ ਨੇ ਆਪਣੀਆਂ ਬੁੱਲੀਆਂ ਉੱਤੇ ਮੁਸਕਣੀ ਲਿਆਉਂਦਿਆਂ ਕਿਹਾ, ਮੈਂ ਸ਼ੀਲਾ ਦਾ ਪੜੋਸੀ ਹਾਂ, ਮੇਰੇ ਨਾਲ ਚੱਲੋ। ਕਮਲਾ ਵਿਚਾਰੀ ਕੀ ਕਰਦੀ। ਲੋਕ ਤੇਜ਼ੀ ਨਾਲ ਹਵਾਈ ਅੱਡੇ ਤੋਂ ਬਾਹਰ ਜਾ ਰਹੇ ਸਨ। ਉਸ ਸੋਚਿਆ ਕਿ ਉਹ ਸ਼ਿਕਾਗੋ ਪਹਿਲੀ ਵਾਰ ਆਈ ਹੈ। ਸ਼ੀਲਾ ਉਸ ਬਾਰੇ ਦਸਤਾਵੇਜ਼ ਹਵਾਈ ਅੱਡੇ ਤੇ ਅਧਿਕਾਰੀਆਂ ਨੂੰ ਦਿਖਾ ਰਹੀ ਹੋਏਗੀ। ਜਦੋਂ ਆਪਣੇ ਨਵੇਂ ਵਾਕਫਕਾਰ ਦੇ ਪਿੱਛੇ ਹਵਾਈ ਅੱਡੇ ਤੋਂ ਬਾਹਰ ਜਾ ਰਹੀ ਸੀ ਤਾਂ ਕਸਟਮ ਵਾਲਿਆਂ ਦੀ ਇੱਕ ਟੋਲੀ ਉਹਨਾਂ ਵੱਲ ਵਧੀ ਤੇ ਉਸ ਟੋਲੀ ਨੂੰ ਦੇਖਦਿਆਂ ਹੀ ਕਮਲਾ ਦਾ ਸਾਥੀ ਰਫੂ ਚੱਕਰ ਹੋ ਗਿਆ। ਕਮਲਾ ਨੇ ਜਿਹੜਾ ਸ਼ੀਲਾ ਦਾ ਬੈਗ ਫੜਿਆ ਹੋਇਆ ਸੀ, ਉਸ ਦੀ ਤਲਾਸ਼ੀ ਲਿੱਤੀ ਗਈ। ਉਸ ਦੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਫਰੋਲਿਆ ਗਿਆ। ਉਸ ਦੇ ਕੋਲੋਂ ਕੁਝ ਨਾ ਨਿਕਲਿਆ। ਇੰਨੀ ਦੇਰ ਨੂੰ ਕਮਲਾ ਨੂੰ ਸ਼ੀਲਾ ਕਿਤੇ ਦੂਰ ਭੀੜ ਵਿੱਚ ਗੁਆਚੀ ਨਜ਼ਰ ਆਈ। ਜਦੋਂ ਉਹਨੇ ਆਪਣੀਆਂ ਅੱਡੀਆਂ ਨੂੰ ਚੁੱਕਦਿਆਂ ਸ਼ੀਲਾ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਸਿਰ ਉਤਲਾ ਝੁਕਾਵਾ ਜੂੜਾ ਖੁੱਲ੍ਹ ਗਿਆ ਤੇ ਉਸ ਵਿਚਲਾ ਈਨੂ ਵਰਗਾ ਪੈਡ ਜ਼ਮੀਨ ਉੱਤੇ ਡਿੱਗ ਪਿਆ। ਕਸਟਮ ਟੋਲੀ ਦੇ ਕੁਝ ਬੰਦੇ ਹਾਲੇ ਕਮਲਾ ਉੱਤੇ ਨਿਗਾਹ ਰੱਖ ਰਹੇ ਸਨ। ਉਹਨਾਂ ਵਿੱਚੋਂ ਇੱਕ ਨੇ ਅੱਗੇ ਵੱਧ ਕੇ ਝੁਕਾਵੇਂ ਜੂੜੇ ਵਿੱਚੋਂ ਡਿੱਗੇ ਝੁਕਾਵੇ ਪੈਡ ਨੂੰ ਚੁੱਕ ਲਿਆ। ਇਸ ਵਿੱਚ ਸ਼ੀਲਾ ਨੇ ਹਸ਼ੀਸ਼ ਲੁਕਾਈ ਹੋਈ ਸੀ। ਕਮਲਾ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਉਸ ਦੇ ਸਾਥੀਆਂ ਨੂੰ ਫੜਨ ਲਈ ਕਸਟਮ ਟੋਲੀ ਦੇ ਬੰਦੇ ਸਰਗਰਮ ਹੋ ਗਏ। ਧੰਨਵਾਦ। ਸਰਦਾਰ ਸੁਰਿੰਦਰ ਸਿੰਘ ਨਰੂਲਾ ਦੀ ਪੁਸਤਕ ਪੰਛੀ ਦੀ ਉਡਾਨ ਦੀ ਕਹਾਣੀ ਹੈ ਚੇਤ ਅਚੇਤ। ਜਦੋਂ ਰਾਏਕੋਟ ਜਾਣ ਲਈ ਜੌੜ ਸੜਕਾਂ ਦੇ ਬੱਸ ਸਟਾਪ ਤੋਂ ਬੱਸ ਵਿੱਚ ਚੜ੍ਹੀ ਤਾਂ ਉਹਨੂੰ ਇਸ ਗੱਲ ਦੀ ਉੱਕਾ ਹੀ ਉਮੀਦ ਨਹੀਂ ਸੀ ਕਿ ਉਹ ਬੱਸ ਵਿੱਚ ਬੈਠਣ ਜੋਗੀ ਥਾਂ ਪ੍ਰਾਪਤ ਕਰ ਸਕੇਗੀ। ਉਸਨੇ ਭਾਈ ਬਾਲਾ ਦੇ ਚੌਕ ਵੱਲੋਂ ਬੱਸ ਨੂੰ ਆਉਂਦਿਆਂ ਦੇਖਿਆ ਸੀ ਤਾਂ ਉਹਨੂੰ ਬੱਸ ਦੀ ਛੱਤ ਉੱਤੇ ਮੁਸਾਫਰਾਂ ਦੀ ਭੀੜ ਜੀ ਨਜ਼ਰ ਆਈ ਸੀ। ਜਦੋਂ ਬੱਸ ਦੇ ਨੇੜੇ ਆਉਣ 'ਤੇ ਉਹਨੇ ਸ਼ੇਖੂਪੁਰਾ ਬੱਸ ਸਰਵਿਸ ਦਾ ਬੋਰਡ ਪੜ੍ਹਿਆ ਤਾਂ ਉਸ ਨੂੰ ਇਸ ਗੱਲ ਦੀ ਉਮੀਦ ਹੋ ਗਈ ਕਿ ਬੱਸ ਦਾ ਕੰਡਕਟਰ ਉਸ ਨੂੰ ਬੱਸ 'ਚ ਚੜ੍ਹਾ ਲਏਗਾ। ਉਹ ਸ਼ੇਖੂਪੁਰਾ ਬੱਸ ਸਰਵਿਸ ਦੇ ਕਈ ਇੱਕ ਕੰਡਕਟਰਾਂ ਤੋਂ ਜਾਣੂ ਸੀ, ਕਿਉਂਕਿ ਸੁਧਾਰ ਦੇ ਗਰਲਸ ਸਕੂਲ ਵਿੱਚ ਪੜ੍ਹਾਉਣ ਲਈ ਉਹ ਇਸੇ ਬੱਸ ਸਰਵਿਸ ਦੀਆਂ ਬੱਸਾਂ 'ਚ ਸਫ਼ਰ ਕਰਦੀ ਹੁੰਦੀ ਸੀ। ਪਰ ਬੱਸ ਅੰਦਰ ਪਹੁੰਚ ਕੇ ਬੈਠਣ ਲਈ ਥਾਂ ਮਿਲਣ ਦਾ ਉਹਨੂੰ ਕੋਈ ਭਰੋਸਾ ਨਹੀਂ ਸੀ। ਜਦੋਂ ਬੱਸ ਵਿੱਚ ਚੜ੍ਹੀ ਤਾਂ ਬੱਸ ਦੀਆਂ ਪਿਛਲੀਆਂ ਸੀਟਾਂ ਉੱਤੇ ਬੈਠੇ ਨੌਜਵਾਨਾਂ ਵਿੱਚੋਂ ਇੱਕ ਨੇ ਉਸ ਲਈ ਸੀਟ ਬਣਾ ਲਈ। ਉਸ ਆਪਣੀ ਥਾਂ ਖਾਲੀ ਕਰਦਿਆਂ ਆਖਿਆ, ਲੈ ਬੀਬੀ ਬੈਠ ਜਾ, ਤੂੰ ਕੁਝ ਬਿਮਾਰ ਲੱਗਦੀ ਹੈ। ਮਨਜੀਤ ਬੈਠਣ ਨੂੰ ਤਾਂ ਸੀਟ ਉੱਤੇ ਬੈਠ ਗਈ, ਪਰ ਉਹ ਆਪਣੇ ਮਨ ਹੀ ਮਨ ਵਿੱਚ ਸੋਚਣ ਲੱਗ ਪਈ ਕਿ ਉੱਪਰੇ ਜਵਾਨ ਮੁੰਡੇ ਨੂੰ ਉਹਦੀ ਬਿਮਾਰੀ ਦਾ ਕਿਵੇਂ ਪਤਾ ਲੱਗ ਗਿਆ। ਹੱਕੀ ਗੱਲ ਤਾਂ ਇਹ ਸੀ ਕਿ ਉਹ ਪਿਛਲੇ 3 ਸਾਲਾਂ ਤੋਂ ਬਿਮਾਰ ਚੱਲੀ ਆ ਰਹੀ ਸੀ। ਜਦੋਂ ਦਾ ਉਹਨੇ ਆਪਣੇ ਘਰ ਵਾਲੇ ਦੇ ਕਹਿਣ ਉੱਤੇ ਚੈੱਕ ਪੇਸਟ ਦੀ ਥਾਂ ਕਾਪਰ ਟੀ ਲਗਵਾਈ ਸੀ, ਉਸਨੂੰ ਮਾਹਵਾਰੀ ਵੇਲੇ ਸਿਰ ਨਹੀਂ ਸੀ ਆ ਰਹੀ ਤੇ ਜਦੋਂ ਕੁਵੇਲੇ ਦਾ ਖੂਨ ਪੈਣ ਲੱਗਦਾ ਤਾਂ ਕਈ ਕੁ ਦਿਨ ਰੁਕਦਾ ਨਹੀਂ ਸੀ। ਜਦੋਂ ਸੀਟ 'ਤੇ ਬੈਠ ਗਈ ਤਾਂ ਉਹਦਾ ਜੀ ਕੀਤਾ ਕਿ ਉਹ ਨੌਜਵਾਨ ਮੁਸਾਫਰ ਨੂੰ ਵੀ ਆਪਣੇ ਕੋਲ ਬੈਠਣ ਦੇਵੇ। ਉਹਦੇ ਨਾਲ 3 ਜਣਿਆਂ ਲਈ ਬਣੀ ਸੀਟ ਉੱਤੇ ਬਾਕੀ ਦੀਆਂ ਦੋਵੇਂ ਸਵਾਰੀਆਂ ਔਰਤਾਂ ਸਨ।
ਇਸ ਕਾਰਨ ਉਹਨੂੰ ਇਸ ਗੱਲ ਉੱਤੇ ਸੰਕੋਚ ਨਹੀਂ ਸੀ ਹੋਣਾ ਕਿ ਉਹ ਆਪ ਸੀਟ ਦੇ ਉੱਤੇ ਪਰਲੇ ਪਾਸੇ ਸਰਕ ਜਾਏ, ਪਰ ਉਹਨੂੰ ਕੁਝ ਵੀ ਕਹਿਣ ਦਾ ਹੌਸਲਾ ਨਾ ਹੋਇਆ। ਆਖਰ ਲੋਕ ਕੀ ਕਹਿਣਗੇ? ਬੱਸ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਦੇ ਨਾਂ ਪਤੇ ਦਾ ਉਹਨੂੰ ਕੁਝ ਵੀ ਨਹੀਂ ਸੀ ਪਤਾ, ਪਰ ਸਵੇਰ ਵਾਲੀ ਇਸ ਬੱਸ ਦੇ ਬਹੁਤੇ ਮੁਸਾਫਰਾਂ ਦੇ ਮੂੰਹ ਮੱਥੇ ਤੋਂ ਭਲੀ ਪ੍ਰਕਾਰ ਜਾਣੂ ਸੀ, ਕਿਉਂਕਿ ਉਹ ਸਾਰੇ ਮੁਸਾਫਰ ਅਕਸਰ ਲੁਧਿਆਣੇ ਤੋਂ ਆਸ-ਪਾਸ ਦੇ ਪਿੰਡਾਂ ਵਿੱਚ ਆਉਂਦੇ ਜਾਂਦੇ ਰਹਿੰਦੇ ਸਨ। ਬਹੁਤੀ ਗਿਣਤੀ ਉਹਨਾਂ ਮੁਸਾਫਰਾਂ ਦੀ ਸੀ ਜਿਹੜੇ ਕਿ ਜਾਂ ਤਾਂ ਆਸ-ਪਾਸ ਦੇ ਪਿੰਡਾਂ 'ਚ ਪੜ੍ਹਾਉਂਦੇ ਸਨ ਜਾਂ ਪਿੰਡਾਂ ਵਿੱਚ ਮਿਲਦੀਆਂ ਟੈਕਸਾਂ ਦੀਆਂ ਰਾਇਤਾਂ ਦਾ ਫਾਇਦਾ ਉਠਾ ਕੇ ਖੋਲ੍ਹੇ ਗਏ ਕਾਰਖਾਨਿਆਂ ਵਿੱਚ ਕੰਮ ਕਰਨ ਜਾਂਦੇ ਹੁੰਦੇ ਸਨ। ਇੰਨੀ ਗੱਲ ਦਾ ਅੰਦਾਜ਼ਾ ਤਾਂ ਮਨਜੀਤ ਉਹਨਾਂ ਦੇ ਪਹਿਰਾਵਿਆਂ ਤੋਂ ਲਗਾ ਲੈਂਦੀ ਹੁੰਦੀ ਸੀ, ਪਰ ਜਿਸ ਜਵਾਨ ਮੁੰਡੇ ਨੇ ਉਸ ਲਈ ਸੀਟ ਖਾਲੀ ਕੀਤੀ ਸੀ, ਉਸਨੇ ਤਾਂ ਉਹਨੂੰ ਪਹਿਲੀ ਵਾਰ ਹੀ ਵੇਖਿਆ ਸੀ। ਵੈਸੇ ਵੀ ਬੱਸ 'ਚ ਸਫ਼ਰ ਕਰਦਿਆਂ ਉਹ ਕਿਸੇ ਓਪਰੇ ਬੰਦੇ ਵਿੱਚ ਘੱਟ ਹੀ ਦਿਲਚਸਪੀ ਲੈਂਦੀ ਹੁੰਦੀ ਸੀ। ਅਸਲ ਵਿੱਚ ਉਹਦੀ ਜ਼ਿੰਦਗੀ ਇੰਨੀ ਮਸਰੂਫ ਸੀ, ਉਹ ਕਿਸੇ ਭੁੱਖੇ ਜਾਨਵਰ ਵਾਂਗ ਆਪਣੀ ਸੂਝ-ਬੂਝ ਤੋਂ ਕੰਮ ਲੈਣ ਦੀ ਥਾਂ ਆਪਣੀਆਂ ਪ੍ਰਾਕਿਰਤਿਕ ਪ੍ਰਵਿਰਤੀਆਂ ਦੇ ਆਸਰੇ ਜਿਉਣ ਦੇ ਸਮਰੱਥ ਹੋ ਗਈ ਸੀ। ਜਿਵੇਂ ਕੀੜਿਆਂ ਦੇ ਭੌਣ ਉਤਲੇ ਕੀੜਿਆਂ ਵਿੱਚੋਂ ਉਹ ਇੱਕ ਨਿਮਾਣੀ ਜਿਹੀ ਕੀੜੀ ਹੋਵੇ ਤਾਂ ਉਸ ਵਿੱਚ ਕੋਈ ਜੀਵਨ ਉਮੰਗ ਬਾਕੀ ਨਾ ਰਹੀ ਹੋਵੇ। ਉਸ ਨੂੰ ਸੁਧਾਰ ਦੇ ਗਰਲਸ ਸਕੂਲ ਵਿੱਚ ਨੌਕਰੀ 'ਤੇ ਪਹੁੰਚਣ ਲਈ ਤੜਕਸਾਰ ਹੀ ਉੱਠਣਾ ਪੈਂਦਾ ਸੀ ਅਤੇ ਸਕੂਲ ਲਈ ਰਵਾਨਾ ਹੋਣ ਤੋਂ ਪਹਿਲਾਂ ਟੱਬਰ ਦੇ ਬੰਦਿਆਂ ਨੂੰ ਨਾਸ਼ਤਾ ਤਿਆਰ ਕਰਕੇ ਦੇਣਾ ਹੁੰਦਾ ਸੀ। ਇਸ ਤੋਂ ਪਹਿਲਾਂ ਬੱਚਿਆਂ ਨੂੰ ਉਠਾ ਕੇ ਉਹਨਾਂ ਨੂੰ ਸਕੂਲ ਜਾਣ ਲਈ ਤਿਆਰ ਕਰਨਾ ਹੁੰਦਾ ਸੀ। ਆਪਣੇ ਘਰ ਵਾਲੇ ਦੇ ਦਫ਼ਤਰ ਜਾਣ ਤੋਂ ਪਹਿਲਾਂ ਉਸ ਲਈ ਟਿਫਨ ਤਿਆਰ ਕਰਨਾ ਹੁੰਦਾ ਸੀ। ਇਹ ਸਭ ਕੁਝ ਉਹ ਮਸ਼ੀਨੀ ਢੰਗ ਨਾਲ ਕਰਦੀ ਹੁੰਦੀ ਸੀ, ਜਿਵੇਂ ਉਹ ਕੋਈ ਰੋਬੋਟ ਹੋਵੇ। ਉਹਦਾ ਘਰ ਜੌੜ ਸੜਕਾਂ ਦੇ ਨੇੜੇ ਲੁਧਿਆਣੇ ਦੀ ਇੱਕ ਨਵੀਂ ਆਬਾਦੀ 'ਚ ਸੀ, ਪਰ ਇਸ ਨੂੰ ਉਹਦਾ ਘਰ ਕਹਿਣਾ ਗਲਤ ਹੋਏਗਾ। ਅਸਲ 'ਚ ਇੱਕ ਸ਼ਾਨਦਾਰ ਕੋਠੀ ਦਾ ਆਊਟ ਹਾਊਸ ਸੀ ਅਤੇ ਮਾਲਕਾਂ ਵੱਲੋਂ ਇਸ ਨੂੰ ਸਰਵੈਂਟਸ ਕੁਆਰਟਰਸ ਵਜੋਂ ਵਰਤਿਆ ਜਾਂਦਾ ਸੀ। ਇਹਦੇ ਇੱਕ ਹਿੱਸੇ 'ਚ ਮਨਜੀਤ ਦਾ ਘਰ ਵਾਲਾ ਕਿਰਾਏਦਾਰ ਸੀ। ਉਹ ਕਈ ਦਿਨ ਤੋਂ ਪਿੱਠ ਦਰਦ ਨਾਲ ਬੁਰੀ ਤਰ੍ਹਾਂ ਬੇਹਾਲ ਸੀ। ਜੇਕਰ ਇਹ ਭਲਾ ਮੁੰਡਾ ਉਹਨੂੰ ਆਪਣੀ ਥਾਂ ਨਾ ਦਿੰਦਾ, ਉਹ ਆਪ ਹੀ ਜਾਣਦੀ ਸੀ ਕਿ ਉਹਦਾ ਕਿੰਨਾ ਬੁਰਾ ਹਾਲ ਹੋਣਾ ਸੀ। ਜਦੋਂ ਉਸ ਦੇ ਮਨ ਵਿੱਚ ਇਹ ਖਿਆਲ ਆਇਆ ਤਾਂ ਉਸ ਉੱਡਦੀ ਨਜ਼ਰ ਖਚਾ-ਖਚ ਭਰੀ ਹੋਈ ਬੱਸ ਉੱਤੇ ਮਾਰੀ। ਬੱਸ ਦੇ ਅੰਦਰ ਬੜਾ ਹੁਮਸ ਸੀ। ਗਰਮੀ ਦੇ ਦਿਨ ਸਨ ਅਤੇ ਮੁਸਾਫਰਾਂ ਦੇ ਪਸੀਨੇ ਮਾਰੇ ਕੱਪੜਿਆਂ ਤੇ ਬਦਨ ਦੀ ਬੂ ਉਹਦੇ ਸਿਰ ਨੂੰ ਚਕਰਾ ਰਹੀ ਸੀ। ਸੱਚਮੁੱਚ ਹੀ ਉਹ ਬੜੀ ਖੁਸ਼ ਨਸੀਬ ਸੀ ਕਿ ਉਸ ਸਾਊ ਮੁੰਡੇ ਨੇ ਉਹਨੂੰ ਧੱਕੇ ਖਾਂਦਿਆਂ ਖੜੇ ਰਹਿਣ ਦੀ ਮੁਸੀਬਤ ਤੋਂ ਬਚਾ ਲਿਆ ਸੀ। ਇੱਕ ਵਾਰ ਫਿਰ ਉਸ ਸ਼ੁਕਰਾਨੇ ਭਰੀਆਂ ਨਜ਼ਰਾਂ ਨਾਲ ਆਪਣੇ ਮਿਹਰਬਾਨ ਮੁੰਡੇ ਵੱਲ ਵੇਖਿਆ। ਉਸਨੇ ਦੇਖਿਆ ਕਿ ਉਹਦੇ ਮਿਹਰਬਾਨ ਦੇ ਸੱਜੇ ਹੱਥ ਵਿੱਚ ਇੱਕ ਭਾਰੀ ਥੈਲਾ ਫੜਿਆ ਹੋਇਆ ਸੀ। ਉਸ ਦੀ ਸੱਜੀ ਬਾਂਹ ਦੀਆਂ ਰਗਾਂ ਥੈਲੇ ਦੇ ਬੋਝ ਕਾਰਨ ਤਣੀਆਂ ਹੋਈਆਂ ਸਨ ਅਤੇ ਗੋਰੇ ਗੁੱਟ ਉੱਤੇ ਨੀਲੀਆਂ ਰਗਾਂ ਦਾ ਤਾਣਾ ਬਾਣਾ ਉਹਨੂੰ ਅਕਹਿ ਖਿੱਚ ਪਾ ਰਿਹਾ ਸੀ। ਪਰ ਉਹ ਕਿਸ ਤਰ੍ਹਾਂ ਨੌਜਵਾਨ ਨੂੰ ਆਪਣਾ ਭਾਰੀ ਥੈਲਾ ਉਹਨੂੰ ਪਕੜਾਉਣ ਲਈ ਆਖੇ। ਫਿਰ ਕਿਸੇ ਫੁਰਨੇ ਵੱਸ ਉਹਨੇ ਆਪਣੀ ਨਾਲ ਬੈਠੀ ਔਰਤ ਨੂੰ ਹੌਲੇ ਜਿਹੇ ਆਖਿਆ, ਭੈਣਾ ਜ਼ਰਾ ਪਰਾਂ ਖਿਸਕ ਜਾ, ਮੈਂ ਆਪਣੇ ਮਿਹਰਬਾਨ ਵੀਰੇ ਕੋਲੋਂ ਭਾਰਾ ਥੈਲਾ ਲੈ ਕੇ ਸੀਟ ਹੇਠਾਂ ਟਿਕਾ ਲਵਾਂ। ਉਸ ਔਰਤ ਨੇ ਸਿਰ ਨੂੰ ਨੀਵਾਂ ਕਰਦਿਆਂ ਹੌਲੀ ਸਾਰੇ ਆਖਿਆ, ਤੂੰ ਹੋਸ਼ ਤੋਂ ਕੰਮ ਲੈ। ਅੱਜ ਕੱਲ੍ਹ ਕਿਹੜਾ ਬੰਦਾ ਕਿਹੋ ਜਿਹਾ, ਇਸ ਬਾਰੇ ਕੀ ਕਹਿ ਸਕਦੇ ਹਾਂ? ਨਾਲੇ ਸਾਨੂੰ ਕੀ ਪਤਾ ਇਸ ਥੈਲੇ 'ਚ ਕੀ ਹੈ? ਖਬਰੇ ਮੁੰਡਾ ਆਤੰਕਵਾਦੀ ਹੋਵੇ। ਜਦੋਂ ਮਨਜੀਤ ਨੇ ਆਪਣੇ ਲਾਗੇ ਬੈਠੀ ਸਿਆਣੀ ਔਰਤ ਦੀ ਗੱਲ ਸੁਣੀ ਤਾਂ ਉਹ ਦੁਚਿੱਤੀ ਦਾ ਸ਼ਿਕਾਰ ਹੋ ਗਈ। ਉਸ ਸ਼ੰਕਾ ਭਰੀ ਨਜ਼ਰ ਨਾਲ ਆਪਣੇ ਲਾਗੇ ਖੜੇ ਨੌਜਵਾਨ ਮੁੰਡੇ ਵੱਲ ਵੇਖਿਆ, ਪਰ ਉਸਨੂੰ ਤੌਖਲੇ ਵਾਲੀ ਕੋਈ ਗੱਲ ਨਜ਼ਰ ਨਾ ਆਈ। ਉਸਦਾ ਚੌੜਾ ਮੱਥਾ ਉਸਦੀ ਨੇਕ ਦਿਲੀ ਦਾ ਸੂਚਕ ਸੀ ਅਤੇ ਅੱਖੀਆਂ ਦੀ ਭੂਰੀ ਚਮਕੀਲੀ ਰੌਸ਼ਨੀ ਵਿੱਚ ਅਜਿਹੀ ਮਾਸੂਮੀਅਤ ਸੀ ਜਿਹੜੀ ਕਿ ਉਹਦੀ ਸਿਦਕ ਦਿਲੀ ਦਾ ਪ੍ਰਭਾਵ ਪਾਉਂਦੀ ਸੀ। ਉਸਦੀ ਕਮੀਜ਼ ਦਾ ਗਲਮਾ ਖੁੱਲ੍ਹਾ ਡੁੱਲਾ ਸੀ ਅਤੇ ਸਿਹਤਮੰਦ ਛਾਤੀ ਦਾ ਉਭਾਰ ਰੋਮਾਂਚਿਕ ਸੁਝਾਅ ਦਿੰਦਾ ਸੀ। ਸਾਰਿਆਂ ਤੋਂ ਤਸੱਲੀ ਵਾਲੀ ਗੱਲ ਇਹ ਸੀ ਕਿ ਮੁੰਡਾ ਇੱਧਰ ਉੱਧਰ ਤੱਕਣ ਦੀ ਥਾਂ ਟਿਕਾ ਅਤੇ ਇਕਾਗਰ ਢੰਗ ਨਾਲ ਆਪਣੀ ਥਾਂ 'ਤੇ ਖੜ੍ਹਾ ਸੀ। ਇਸ ਸਾਰੇ ਪ੍ਰਭਾਵ ਅਧੀਨ ਉਹਦੇ ਮਨ ਆਕਾਸ਼ ਉੱਤੇ ਘੁੱਗੀ ਵਾਂਗ ਉੱਡ ਰਹੇ ਸਨ ਅਤੇ ਝੱਟ ਪਿੱਛੋਂ ਹੀ ਉਹਨੂੰ ਇੰਝ ਲੱਗਾ ਕਿ ਉਹ ਲੋਪ ਹੋ ਰਹੇ ਸਨ। ਹਾਲੇ ਉਹ ਇਹਨਾਂ ਗਿਣਤੀਆਂ ਵਿੱਚ ਹੀ ਸੀ ਕਿ ਬੱਸ ਦਾਖੇ ਪਹੁੰਚ ਗਈ ਅਤੇ ਦੂਸਰੇ ਬਹੁਤ ਸਾਰੇ ਮੁਸਾਫਰਾਂ ਨਾਲ ਉਹਦਾ ਮਿਹਰਬਾਨ ਮੁੰਡਾ ਵੀ ਬੱਸ ਤੋਂ ਉਤਰ ਗਿਆ। ਉਹਨੇ ਉਤਰਨ ਲੱਗਿਆ ਮਨਜੀਤ ਵੱਲ ਮੁੜ ਕੇ ਵੀ ਨਾ ਦੇਖਿਆ।
ਜਿਵੇਂ ਉਹਦੇ ਮਨ ਵਿੱਚ ਇਸ ਗੱਲ ਦਾ ਉਚੇਚਾ ਖਿਆਲ ਨਾ ਹੋਵੇ ਕਿ ਉਸ ਮਨਜੀਤ 'ਤੇ ਕੋਈ ਅਹਿਸਾਨ ਕੀਤਾ ਸੀ। ਨੌਜਵਾਨ ਮੁੰਡੇ ਦੇ ਬੱਸ ਤੋਂ ਉਤਰ ਜਾਣ 'ਤੇ ਵੀ ਮਨਜੀਤ ਉਸ ਨੌਜਵਾਨ ਮੁੰਡੇ ਬਾਰੇ ਸੋਚਦੀ ਰਹੀ ਕਿ ਉਸ ਦੇ ਨਾਲ ਬੈਠੀ ਸਿਆਣੀ ਔਰਤ ਵੱਲੋਂ ਦਿੱਤੀ ਚੇਤਾਵਨੀ 'ਚ ਕੋਈ ਸਾਰ ਸੀ ਕਿ ਅੱਜ ਕੱਲ੍ਹ ਕੁਝ ਪਤਾ ਨਹੀਂ। ਇਹਦੇ ਨਾਲ ਹੀ ਉਹ ਪੰਜਾਬ ਵਿੱਚ ਨਿੱਤ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਸੋਚਣ ਲੱਗ ਪਈ। ਕਿਸ ਤਰ੍ਹਾਂ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਇਸੇ ਗੱਲ ਦਾ ਚਰਚਾ ਸੀ, ਫਲਾਂ ਪਿੰਡ ਵਿੱਚ ਜਾਂ ਫਲਾਂ ਸ਼ਹਿਰ ਵਿੱਚ ਆਤੰਕਵਾਦੀਆਂ ਹੱਥੋਂ ਇੰਨੇ ਮਾਸੂਮ ਬੰਦੇ ਮਾਰੇ ਗਏ, ਜਿਨ੍ਹਾਂ ਵਿੱਚ ਅਕਸਰ ਬੱਚੇ ਤੇ ਔਰਤਾਂ ਵੀ ਸ਼ਾਮਲ ਹੁੰਦੀਆਂ ਸਨ। ਇਸ ਤੋਂ ਛੁੱਟ ਉਹਨੂੰ ਆਪਣੇ ਮੁਹੱਲੇ ਜਾਂ ਸਕੂਲ ਵਿੱਚ ਹੀ ਰਿਸੈਸ ਵੇਲੇ ਜਾਂ ਖਾਲੀ ਪੀਰੀਅਡ ਵਿੱਚ ਗੱਲਾਂ ਦਾ ਮੁੱਖ ਵਿਸ਼ਾ ਆਤੰਕਵਾਦੀਆਂ ਦੀਆਂ ਹਰਕਤਾਂ ਹੁੰਦੀਆਂ ਸੀ। ਕੱਟੜਪੰਥੀ ਵੱਲੋਂ ਇੱਕ ਫਿਰਕੇ ਨੂੰ ਜਾਂ ਦੂਸਰੇ ਫਿਰਕੇ ਨੂੰ ਦੋਸ਼ੀ ਠਹਿਰਾਇਆ ਜਾਂਦਾ ਸੀ ਤੇ ਤਾਨ ਹਮੇਸ਼ਾ ਇਸ ਗੱਲ 'ਤੇ ਟੁੱਟਦੀ ਸੀ ਕਿ ਸਭ ਕੁਝ ਉੱਪਰਲੇ ਦੀ ਮਰਜ਼ੀ ਨਾਲ ਹੀ ਹੁੰਦਾ ਹੈ। ਪਰ ਚੁੰਝ ਚਰਚਾ ਕਰਨ ਵਾਲੇ ਕਦੇ ਵੀ ਇਸ ਗੱਲ ਨੂੰ ਸਪਸ਼ਟ ਨਹੀਂ ਸਨ ਕਰਦੇ ਕਿ ਉੱਪਰਲੀ ਮਰਜ਼ੀ ਰੱਬ ਦੀ ਸੀ, ਸੱਤਾਧਾਰ ਆਗੂਆਂ ਦੀ ਸੀ ਜਾਂ ਕਿਸੇ ਐਸੀ ਰਹੱਸਮਈ ਤਾਕਤ ਦੀ ਜਿਸ ਬਾਰੇ ਕੋਈ ਕੁਝ ਨਹੀਂ ਸੀ ਜਾਣਦਾ। ਬੱਸ ਦੇ ਸੁਧਾਰ ਤੱਕ ਪਹੁੰਚਦਿਆਂ ਬੱਸ ਵਿੱਚੋਂ ਬਹੁਤੀਆਂ ਸਵਾਰੀਆਂ ਉਤਰ ਚੁੱਕੀਆਂ ਸਨ ਤੇ ਸਾਰੀਆਂ ਸਵਾਰੀਆਂ ਨੂੰ ਬੈਠਣ ਯੋਗ ਥਾਂ ਮਿਲਣ ਕਾਰਨ ਵਾਤਾਵਰਨ ਵਧੇਰੇ ਭਾਈਚਾਰਕ ਬਣ ਗਿਆ ਸੀ। ਲੋਕ ਆਪਸ ਵਿੱਚ ਜਿਹੜੀਆਂ ਗੱਲਾਂ ਕਰ ਰਹੇ ਸਨ, ਉਹ ਗੱਲਾਂ ਇੱਕ ਦੂਸਰੇ ਦੀ ਸਮਝ ਵਿੱਚ ਆਉਣ ਲੱਗ ਪਈਆਂ ਸਨ। ਮਨਜੀਤ ਨੇ ਭਾਵੇਂ ਆਪਣੇ ਨਾਲ ਸੀਟ ਉੱਤੇ ਬੈਠੀਆਂ ਔਰਤਾਂ ਨਾਲ ਥੋੜ੍ਹਾ ਬਹੁਤਾ ਬਚਨ ਬਿਲਾਸ ਕੀਤਾ ਸੀ, ਪਰ ਉਹ ਇੰਨੀ ਚੁਸਤ ਨਹੀਂ ਸੀ ਕਿ ਕਿਸੇ ਵਿਸ਼ੇ ਬਾਰੇ ਗੱਲ ਕਰਨ ਦੀ ਪਹਿਲ ਕਰਦੀ। ਨਾਲੇ ਉਹਦੀ ਕਲਪਨਾ ਉੱਤੇ ਤਾਂ ਦਾਖੇ ਦੇ ਅੱਡੇ ਉੱਤੇ ਉਤਰ ਚੁੱਕਾ ਨੌਜਵਾਨ ਮੁੰਡਾ ਹੀ ਸਵਾਰ ਸੀ। ਉਸ ਆਪਣੀ ਅਗਲੀ ਸੀਟ ਉੱਤੇ ਕਿਸੇ ਸਿਆਣੀ ਕਿਰਪਾਨਧਾਰੀ ਔਰਤ ਨੂੰ ਪੰਥਕ ਏਕਤਾ ਨਾਂ ਦਾ ਰਸਾਲਾ ਪੜ੍ਹਦਿਆਂ ਵੇਖਿਆ। ਉਹ ਉਤਸੁਕਤਾਵਸ ਆਪਣੀ ਥਾਂ 'ਤੇ ਬੈਠਿਆਂ ਹੀ ਅੱਗੇ ਵੱਲ ਨੂੰ ਉੱਲਰੀ। ਉਸ ਸਿਆਣੀ ਕਿਰਪਾਨਧਾਰੀ ਔਰਤ ਨੇ ਜਿਵੇਂ ਉਸ ਦੀ ਰੀਝ ਨੂੰ ਤਾੜ ਲਿਆ ਹੋਵੇ, ਉਸ ਮਨਜੀਤ ਵੱਲ ਮੂੰਹ ਮੋੜਦਿਆਂ ਆਖਿਆ, ਲੈ ਬੀਬੀ ਪੜ੍ਹ ਲੈ, ਜੇ ਤੇਰਾ ਜੀ ਕਰਦਾ ਈ ਵੇਲਾ ਆਰਾਮ ਨਾਲ ਕੱਟ ਜਾਊ। ਮਨਜੀਤ ਨੇ ਕੋਈ ਉੱਤਰ ਨਾ ਦਿੱਤਾ ਤੇ ਚੁੱਪਚਾਪ ਪੰਥਕ ਏਕਤਾ ਫੜ ਲਿਆ। ਰਸਾਲੇ ਦਾ ਇਹ ਸ਼ਹੀਦੀ ਅੰਕ ਸੀ ਤੇ ਇਸ ਵਿੱਚ ਮੁਗਲ ਕਾਲ ਤੋਂ ਲੈ ਕੇ ਨੀਲੇ ਤਾਰੇ ਦੇ ਸ਼ਹੀਦਾਂ ਤੱਕ ਸਾਰੇ ਸ਼ਹੀਦਾਂ ਦਾ ਵਿਸਤ੍ਰਿਤ ਵਰਣਨ ਸੀ। ਪਰ ਇੱਕ ਸ਼ਹੀਦੀ ਸਾਕੇ ਦਾ ਵਿਸਥਾਰਪੂਰਨ ਹਾਲ ਦਿੱਤਾ ਹੋਇਆ ਸੀ। ਉਹ ਰਸਾਲਾ ਪੜ੍ਹਦਿਆਂ ਕਿਸੇ ਹੋਰ ਹੀ ਦੁਨੀਆ 'ਚ ਪਹੁੰਚ ਗਈ ਸੀ। ਜਦੋਂ ਕੰਮ ਕਾਜ ਖਤਮ ਕਰਕੇ ਰਾਤ ਨੂੰ ਸੌਣ ਲੱਗਦੀ ਤਾਂ ਅਕਸਰ ਉਸ ਗੁਆਂਢ ਵਿੱਚ ਜਿਹੜਾ ਗੁਰਦੁਆਰਾ ਸੀ ਉੱਥੇ ਦੀਵਾਨ ਲੱਗਾ ਹੁੰਦਾ ਸੀ ਤੇ ਲਾਊਡ ਸਪੀਕਰ ਲੱਗਾ ਹੋਣ ਕਰਕੇ ਉਹ ਕੀਰਤਨ ਨੂੰ ਘਰ ਬੈਠੀ ਹੀ ਸੁਣਦੀ ਰਹਿੰਦੀ ਸੀ। ਜਦੋਂ ਘਰ ਪਹੁੰਚੀ ਤਾਂ ਗੁਆਂਢੀ ਗੁਰਦੁਆਰੇ ਦਾ ਲਾਊਡ ਸਪੀਕਰ ਸੰਗਤਾਂ ਨੂੰ ਗੁਰਦੁਆਰੇ ਪਹੁੰਚ ਕੇ ਅੱਜ ਦੇ ਸਾਕਿਆਂ ਬਾਰੇ ਸਹੀ ਵਾਕਫੀ ਹਾਸਲ ਕਰਨ ਲਈ ਪ੍ਰੇਰ ਰਿਹਾ ਸੀ। ਭਾਵੇਂ ਉਸ ਨੂੰ ਘਰ ਬੈਠਿਆਂ ਹੀ ਲਾਊਡ ਸਪੀਕਰ ਰਾਹੀਂ ਅਜੋਕੇ ਸਮਾਚਾਰਾਂ ਬਾਰੇ ਪਤਾ ਲੱਗ ਜਾਂਦਾ ਸੀ, ਫਿਰ ਵੀ ਜਦੋਂ ਉਸ ਦੀ ਗੁਆਂਢਣ ਜੁਝਾਰ ਕੌਰ ਉਸ ਨੂੰ ਗੁਰਦੁਆਰੇ ਚੱਲਣ ਲਈ ਕਹਿੰਦੀ ਤਾਂ ਉਸ ਦਾ ਜੀ ਗੁਰਦੁਆਰੇ ਜਾ ਕੇ ਗੁਰੂ ਦੇ ਚਰਨਾਂ 'ਚ ਚਿੱਤ ਲਾਉਣ ਲਈ ਘਰ ਆਉਂਦਾ। ਜਦੋਂ ਗੁਰਦੁਆਰੇ ਪਹੁੰਚਦੀ ਤਾਂ ਗਲੀ ਗੁਆਂਢ ਦੀਆਂ ਔਰਤਾਂ ਅੱਗੇ ਹੀ ਉੱਥੇ ਮੌਜੂਦ ਹੁੰਦੀਆਂ। ਇਹਨਾਂ ਵਿੱਚੋਂ ਬਹੁਤੀਆਂ ਅਨਪੜ੍ਹ ਘਰੇਲੂ ਟਾਈਪ ਦੀਆਂ ਸਿਦਕਵਾਨ ਅਧਖੜ ਜਾਂ ਵਡੇਰੀ ਉਮਰ ਦੀਆਂ ਸਨ ਤੇ ਉਹ ਦਿਨ ਦੇ ਸਾਕਿਆਂ ਦੇ ਸਮਾਚਾਰਾਂ ਨਾਲੋਂ ਸੁਖਮਨੀ ਸਾਹਿਬ ਦੇ ਸਮੂਹਿਕ ਪਾਠ ਵਿੱਚ ਵਧੇਰੇ ਦਿਲਚਸਪੀ ਰੱਖਦੀਆਂ ਸਨ। ਇਹਨਾਂ ਵਿੱਚੋਂ ਕਰੀਬ ਸਾਰੀਆਂ ਨੂੰ ਸੁਖਮਨੀ ਸਾਹਿਬ ਜ਼ਬਾਨੀ ਯਾਦ ਸੀ ਤੇ ਬਹੁਤ ਸਾਰੀਆਂ ਨੂੰ ਸੁਖਮਨੀ ਸਾਹਿਬ ਦੇ ਸਮੂਹਿਕ ਪਾਠ ਦੀ ਗਾਇਨ ਵਿਧੀ ਨਾਲ ਆਪਣੇ ਆਪ ਨੂੰ ਇੱਕ ਸੁਰ ਕਰਕੇ ਬੜਾ ਆਨੰਦ ਆਉਂਦਾ ਸੀ। ਉਸਨੇ ਆਪਣੇ ਨਾਲ ਦੀ ਸੀਟ ਉੱਤੇ ਬੈਠੀ ਇੱਕ ਬਜ਼ੁਰਗ ਔਰਤ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਸੁਣਿਆ। ਉਹ ਮੂੰਹ ਜ਼ਬਾਨੀ ਪਾਠ ਕਰ ਰਹੀ ਸੀ, ਪਰ ਮਨਜੀਤ ਜਾਣਦੀ ਸੀ ਕਿ ਉਹ ਸੁਖਮਨੀ ਸਾਹਿਬ ਦੇ ਕਿਸ ਭਾਗ ਦਾ ਪਾਠ ਕਰ ਰਹੀ ਹੈ। ਅਚੇਤ ਹੀ ਉਹਦੀਆਂ ਬੁੱਲੀਆਂ ਫਰਕਣ ਲੱਗ ਪਈਆਂ ਤੇ ਉਹ ਆਪ ਪਾਠ ਕਰਨ ਲੱਗ ਪਈ। ਇਸ ਲਈ ਇਹ ਬੜੀ ਹੈਰਾਨੀ ਵਾਲੀ ਗੱਲ ਸੀ ਕਿ ਉਹਦੀ ਚੇਤਨਤਾ ਦੇ ਪ੍ਰਵਾਹ ਉੱਤੇ ਫੈਲਦੇ ਅਨੇਕ ਦ੍ਰਿਸ਼ ਇੱਕਦਮ ਗਾਇਬ ਹੋ ਗਏ ਸਨ। ਉਹ ਆਪਣੇ ਆਲੇ ਦੁਆਲੇ ਤੋਂ ਲਾਪਰਵਾਹ ਹੋ ਕੇ ਚੁੱਪਚਾਪ ਮੂਕ ਢੰਗ ਨਾਲ ਪਾਠ ਕਰ ਰਹੀ ਸੀ। ਹਾਲੇ ਉਹ ਇਸ ਮਾਨਸਿਕ ਅਵਸਥਾ ਵਿੱਚ ਹੀ ਸੀ ਕਿ ਰਾਏਕੋਟ ਦਾ ਬੱਸ ਅੱਡਾ ਆ ਗਿਆ। ਬੱਸ ਦੇ ਅੱਡੇ ਦੀ ਹੱਦ ਅੰਦਰ ਦਾਖਲ ਹੋਣ ਤੋਂ ਪਹਿਲਾਂ ਹਾਕਰਾਂ ਨੇ ਬੱਸ ਨੂੰ ਘੇਰ ਲਿਆ। ਮਨਜੀਤ ਨੇ ਬੱਸ ਤੋਂ ਉਤਰ ਕੇ ਬਾਜ਼ਾਰ ਦੀ ਗਹਿਮਾ ਗਹਿਮੀ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਟਿਕਾਣੇ ਪਹੁੰਚਣ ਦੀ ਕੀਤੀ। ਇਸ ਸਮੇਂ ਉਹ ਬੱਸ ਵਿੱਚ ਮਿਲੇ ਨੌਜਵਾਨ ਨੂੰ ਭੁੱਲ ਚੁੱਕੀ ਸੀ।
ਉਹ ਕਈ ਦਿਨਾਂ ਪਿੱਛੋਂ ਰਾਏਕੋਟ ਵਿਖੇ ਆਪਣੇ ਪੇਕੇ ਘਰ ਆਈ ਸੀ। ਰਾਏਕੋਟ ਦੇ ਬਾਜ਼ਾਰਾਂ ਵਿੱਚੋਂ ਲੰਘਦਿਆਂ ਉਹਨੂੰ ਕਈ ਵਾਰ ਇਸ ਗੱਲ ਦਾ ਭੁਲੇਖਾ ਪਿਆ ਕਿ ਉਹਦਾ ਪਿਓ ਕਿਸੇ ਦੁਕਾਨ ਅੰਦਰ ਦਾਖਲ ਹੋਇਆ ਹੈ। ਇੱਕ ਦੋ ਵਾਰ ਤਾਂ ਉਹਦੇ ਮਨ ਵਿੱਚ ਆਇਆ ਕਿ ਉਹ ਵੀ ਦੁਕਾਨ ਅੱਗੇ ਰੁਕ ਕੇ ਆਪਣੇ ਪਿਓ ਦੀ ਉਡੀਕ ਕਰੇ, ਪਰ ਆਖਰ ਤਾਂ ਉਸ ਆਪਣੇ ਪੇਕੇ ਘਰ ਹੀ ਮੁੜਨਾ ਸੀ। ਉਸ ਤੇਜ਼ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ। ਉਹ ਆਪਣੇ ਟਿਕਾਣੇ ਜਲਦੀ ਤੋਂ ਜਲਦੀ ਪਹੁੰਚ ਜਾਣਾ ਚਾਹੁੰਦੀ ਸੀ। ਜਦੋਂ ਪੇਕੇ ਘਰ ਪਹੁੰਚੀ ਤਾਂ ਉਹਦਾ ਵੀਰ ਟਰਾਂਜਿਸਟਰ ਲਗਾ ਕੇ ਖਬਰਾਂ ਸੁਣ ਰਿਹਾ ਸੀ। ਦਾਖਾ ਬੱਸ ਅੱਡੇ ਉੱਤੇ ਸ਼ੇਖੂਪੁਰ ਬੱਸ ਸਰਵਿਸ ਦੀ ਬੱਸ ਤੋਂ ਉਤਰਦਿਆਂ ਇੱਕ ਆਤੰਕਵਾਦੀ ਨੂੰ ਪੁਲਿਸ ਨੇ ਕਾਬੂ ਕਰ ਲਿਆ। ਉਸ ਦੇ ਹਥਲੇ ਥੈਲੇ ਵਿੱਚੋਂ ਚੀਨੀ ਸਾਖਤ ਦਾ ਪਿਸਤੌਲ ਤੇ AK-47 ਮਿਲੀ ਹੈ। ਜਦੋਂ ਮਨਜੀਤ ਨੇ ਖਬਰ ਸੁਣੀ ਤਾਂ ਉਹਦੇ ਮੂੰਹ ਇੱਕਦਮ ਨਿਕਲ ਗਿਆ, ਇਹ ਮੈਨੂੰ ਬੱਸ 'ਚ ਥਾਂ ਦੇਣ ਵਾਲਾ ਜਵਾਨ ਮੁੰਡਾ ਹੀ ਹੋਊ। ਮਨਜੀਤ ਦਾ ਇਸ ਤਰ੍ਹਾਂ ਇੱਕਦਮ ਬੁਖਲਾ ਉੱਠਣਾ ਉਹਦੇ ਭਰਾ ਲਈ ਬੜੀ ਹੈਰਾਨੀ ਵਾਲੀ ਗੱਲ ਸੀ। ਕਹਿਣ ਲੱਗਾ, ਕੀ ਤੈਨੂੰ ਸੁਧਾਰ ਦੇ ਖਾਲਸਾ ਕਾਲਜ ਦੇ ਕਿਸੇ ਮੁੰਡੇ ਨੇ ਬੱਸ 'ਚ ਛੇੜਖਾਨੀ ਨਹੀਂ ਕੀਤੀ ਹੈ? ਨਹੀਂ ਵੀਰਾ, ਨਹੀਂ, ਅਜਿਹੀ ਕੋਈ ਗੱਲ ਨਹੀਂ ਹੋਈ, ਉਸ ਉੱਤਰ ਦਿੱਤਾ ਤੇ ਗੁੰਮ-ਸੁੰਮ ਹੋਈ ਨਵੇਕਲੀ ਜਿਹੀ ਬੈਠ ਗਈ। ਧੰਨਵਾਦ। ਸਰਦਾਰ ਸੁਰਿੰਦਰ ਸਿੰਘ ਨਰੂਲਾ ਦੀ ਪੁਸਤਕ ਪੰਛੀ ਦੀ ਉਡਾਨ ਦੀ ਕਹਾਣੀ ਹੈ ਭੈਣਾਂ ਭੈਣਾਂ। ਜਦੋਂ ਨੱਥਾ ਸਿੰਘ ਅੱਤਵਾਦੀਆਂ ਹੱਥੋਂ ਮਾਰਿਆ ਗਿਆ ਤਾਂ ਮੁਹੱਲੇ ਦੇ ਸਾਰੇ ਲੋਕਾਂ ਨੂੰ ਬੜਾ ਅਫਸੋਸ ਹੋਇਆ। ਭਾਵੇਂ ਨਿੱਤ ਦੀਆਂ ਅੱਤਵਾਦੀ ਘਟਨਾਵਾਂ ਸਰਕਾਰ ਵੱਲੋਂ ਅਣਗਹਿਲੀ ਦਾ ਤੇ ਅੱਡ-ਅੱਡ ਰਾਜਸੀ ਪਾਰਟੀਆਂ ਦੀ ਆਪਸੀ ਰੱਸਾਕਸ਼ੀ ਦਾ ਵਰਣਨ ਅੱਤਵਾਦੀਆਂ ਦੀ ਹਰੇਕ ਕਾਰਵਾਈ ਪਿੱਛੋਂ ਕੀਤਾ ਜਾਂਦਾ ਸੀ, ਪਰ ਨੱਥਾ ਸਿੰਘ ਦੇ ਕਤਲ ਦੇ ਸਮੇਂ ਲੋਕਾਂ ਵੱਲੋਂ ਘਟਨਾ ਬਾਰੇ ਚਰਚਾ ਘੱਟ ਕੀਤਾ ਗਿਆ ਸੀ। ਲੋਕ ਘਟਨਾ ਨੂੰ ਨੱਥਾ ਸਿੰਘ ਦੀਆਂ ਕੁੜੀਆਂ ਦੀ ਭੈੜੀ ਕਿਸਮਤੀ ਕਹਿੰਦੇ ਸਨ। ਕੁਲਦੀਪ ਕੌਰ ਤੇ ਜਗਦੀਪ ਕੌਰ ਦੋਹਾਂ ਭੈਣਾਂ ਦੀਆਂ ਉਮਰਾਂ ਵਿੱਚ 8 ਸਾਲਾਂ ਦਾ ਫਰਕ ਸੀ। ਦੋਹਾਂ ਭੈਣਾਂ ਦੀ ਆਪਸ ਵਿੱਚ ਸੁਰ ਨਹੀਂ ਸੀ ਮਿਲਦੀ। ਦੋਵੇਂ ਇੱਕ ਦੂਸਰੀ ਨਾਲ ਵੱਟੀਆਂ ਰਹਿੰਦੀਆਂ ਸਨ। ਜਦੋਂ ਨੱਥਾ ਸਿੰਘ ਜਿਉਂਦਾ ਸੀ ਤਾਂ ਲੱਗਦੀ ਵਾਏ ਉਸਨੇ ਦੋਹਾਂ ਕੁੜੀਆਂ ਨੂੰ ਖੁਸ਼ ਰੱਖਿਆ। ਨੱਥਾ ਸਿੰਘ ਲੁਧਿਆਣੇ ਦੀ ਇੱਕ ਵੱਡੀ ਫਰਮ ਵਿੱਚ ਜਨਰਲ ਮੈਨੇਜਰ ਸੀ ਤੇ ਸ਼ਹਿਰ ਦੇ ਅਨੇਕਾਂ ਲੋਕਾਂ ਦੇ ਟਾਕਰੇ 'ਚ ਉਹਦੀ ਰਹਿਣੀ ਬਹਿਣੀ ਬਹੁਤ ਅੱਛੀ ਸੀ। ਉਹ ਸਰਾਭਾ ਨਗਰ ਵਿਖੇ ਇੱਕ ਵੱਡੀ ਕੋਠੀ 'ਚ ਰਹਿੰਦਾ ਸੀ ਤੇ ਇਸ ਕੋਠੀ 'ਚ ਹਰ ਪ੍ਰਕਾਰ ਦਾ ਘਰੇਲੂ ਆਰਾਮਦੇਹ ਸਾਮਾਨ ਮੌਜੂਦ ਸੀ। ਸਾਰੇ ਜੀ ਆਨੰਦਮਈ ਜੀਵਨ ਬਤੀਤ ਕਰ ਰਹੇ ਸਨ। ਖਾਣ ਪੀਣ ਦੀ ਇੰਨੀ ਖੁੱਲ੍ਹ ਸੀ ਕਿ ਭੰਡਾਰੇ ਭਰੇ ਰਹਿੰਦੇ ਸਨ। ਉਹ ਆਪਣੇ ਆਂਢੀਆਂ ਗੁਆਂਢੀਆਂ ਕੋਲੋਂ ਵਧੇਰੇ ਸੁਖੀ ਜੀਵਨ ਬਿਤਾਉਂਦੇ ਸਨ। ਨੱਥਾ ਸਿੰਘ ਨੇ ਆਪਣੀ ਕੋਠੀ ਦਾ ਨਾਂ ਆਪਣੀ ਛੋਟੀ ਕੁੜੀ ਦੇ ਨਾਂ 'ਤੇ ਜਗਦੀਪ ਨਿਵਾਸ ਰੱਖਿਆ ਹੋਇਆ ਸੀ। ਆਪਣੇ ਪਿਓ ਸਦਕਾ ਦੋਵੇਂ ਕੁੜੀਆਂ ਆਪਣੇ ਸੁਖੀ ਜੀਵਨ 'ਤੇ ਫੁੱਲੀਆਂ ਨਹੀਂ ਸੀ ਸਮਾਉਂਦੀਆਂ। ਵੱਡੀ ਕੁੜੀ ਕੁਲਦੀਪ ਹਰ ਵੇਲੇ ਹੁਸ਼ਿਆਰ ਰਹਿਣ ਵਾਲੀ ਚਲਾਕ ਕੁੜੀ ਸੀ। ਇਹਦਾ ਭਾਵ ਕਦਾਚਿਤ ਇਹ ਨਹੀਂ ਕਿ ਉਹ ਕੋਈ ਵੱਡੀ ਕੁਣਤਰੀ ਸੀ। ਇੰਨੀ ਗੱਲ ਜ਼ਰੂਰ ਸੀ ਕਿ ਉਹਨੂੰ ਆਸਾਨੀ ਨਾਲ ਬੁੱਧੂ ਨਹੀਂ ਸੀ ਬਣਾਇਆ ਜਾ ਸਕਦਾ। ਜਗਦੀਪ ਕੌਰ ਮੁਹੱਲੇ ਵਾਲਿਆਂ ਦੇ ਕਹਿਣ ਅਨੁਸਾਰ ਕਿਸਮਤ ਦੀ ਮਾਰੀ ਸੀ। ਕਹਿੰਦੇ ਨੇ ਕਿ ਜਨਮ ਸਮੇਂ ਦਾਈ ਦੀ ਅਣਗਹਿਲੀ ਦੇ ਕਾਰਨ ਉਸਦੇ ਸਰੀਰ 'ਚ ਕੋਈ ਵਿਘਨ ਪੈ ਗਿਆ ਸੀ। ਵਾਧੇ ਪੈਣ ਦੀ ਉਮਰ ਤੱਕ ਉਹਦੀ ਸਿਹਤ ਠੀਕ ਠਾਕ ਰਹੀ। ਦੇਖਣ ਨੂੰ ਉਹ ਰਿਸ਼ਟ ਪੁਸ਼ਟ ਲੱਗਦੀ ਸੀ, ਪਰ ਪਿੱਛੋਂ ਕੁਝ ਅਜਿਹਾ ਵਿਘਨ ਪਿਆ ਕਿ ਉਸਦੀ ਮਾਨਸਿਕ ਦਸ਼ਾ ਵਿਗੜਨ ਲੱਗ ਪਈ ਤੇ ਉਸਦਾ ਮਾਨਸਿਕ ਵਿਕਾਸ ਨਾ ਹੋ ਸਕਿਆ। ਉਹ ਇੱਕ ਬਾਲੜੀ ਦੀ ਮਾਨਸਿਕ ਦਸ਼ਾ ਤੋਂ ਅੱਗੇ ਨਾ ਵੱਧ ਸਕੀ। ਉਹ ਬੈਠੀ ਆਪ ਮੁਹਾਰੇ ਹੱਸਣ ਲੱਗ ਜਾਂਦੀ ਤੇ ਕਈ ਵਾਰ ਹਫ਼ਤਿਆਂ ਬੱਧੀ ਗੁੰਮ-ਸੁੰਮ ਰਹਿੰਦੀ। ਗੱਲ ਉੱਤੇ ਰੁੱਸ ਬਹਿੰਦੀ ਤੇ ਮਨਾਇਆ ਮੰਨਦੀ ਨਹੀਂ ਸੀ। ਮੁਹੱਲੇ ਵਾਲਿਆਂ ਨੂੰ ਉਹਦੀ ਭੈੜੀ ਮਾਨਸਿਕ ਦਸ਼ਾ ਬਾਰੇ ਸਭ ਕੁਝ ਪਤਾ ਸੀ ਤੇ ਉਹ ਹਮੇਸ਼ਾ ਉਹਨੂੰ ਤਰਸ ਦੀ ਨਿਗਾਹ ਨਾਲ ਦੇਖਦੇ ਸਨ। ਉਹਨਾਂ ਲਈ ਜਗਦੀਪ ਕੌਰ ਦੇ ਮਾਨਸਿਕ ਵਿਕਾਸ ਦਾ ਇਸ ਤਰ੍ਹਾਂ ਰੁਕ ਜਾਣਾ ਬੜਾ ਦੁਖਦਾਈ ਸੀ। ਅਕਸਰ ਇਸ ਗੱਲ ਦਾ ਹੀ ਜ਼ਿਕਰ ਹੁੰਦਾ ਰਹਿੰਦਾ ਕਿ ਵਿਚਾਰੀ ਜਗਦੀਪ ਕਿੰਨੀ ਬਦਕਿਸਮਤ ਹੈ। ਮੁਹੱਲੇ ਦੇ ਲੋਕ ਉਹਦੇ ਸਰੀਰਕ ਤੇ ਮਾਨਸਿਕ ਰੋਗਾਂ ਤੋਂ ਭਲੀ ਭਾਂਤੀ ਜਾਣੂ ਸਨ। ਉਹ ਇਸ ਨੂੰ ਸਥੂਲ ਵਾਸਤਵਿਕਤਾ ਵਜੋਂ ਕਬੂਲ ਕਰਦੇ ਸਨ। ਉਹਨਾਂ ਲਈ ਜਿਵੇਂ ਜਗਦੀਪ ਕੌਰ ਜਿਉਂਦੀ ਜਾਗਦੀ ਕੁੜੀ ਹੋਣ ਦੀ ਥਾਂ ਮੁਹੱਲੇ ਦੀ ਖੂਹੀ ਲਾਗੇ ਉੱਗਿਆ ਪੁਰਾਣਾ ਪਿੱਪਲ ਹੋਵੇ। ਆਪਣੀ ਛੋਟੀ ਭੈਣ ਦੇ ਟਾਕਰੇ 'ਚ ਕੁਲਦੀਪ ਕੌਰ ਮੌਜੀ ਠਾਕਰ ਸੀ ਤੇ ਆਪਣੇ ਪਿਓ ਦੀ ਛਤਰ ਛਾਇਆ ਹੇਠ ਉਹਨੂੰ ਚੜੀ ਲੱਥੀ ਦਾ ਕੋਈ ਫਿਕਰ ਨਹੀਂ ਸੀ। ਕਦੇ ਉਹਦੇ ਮਨ ਆਕਾਸ਼ ਉੱਤੇ ਅਪਸਾਰਵਾਦ ਦੇ ਬੱਦਲ ਉਮੜ ਆਉਂਦੇ ਸਨ ਤੇ ਉਹ ਆਪਣੇ ਭਵਿੱਖ ਬਾਰੇ ਸੋਚਦੀ ਹੋਈ ਦੂਸਰੀਆਂ ਜਵਾਨ ਕੁੜੀਆਂ ਵਾਂਗ
ਆਪਣੇ ਢੋਲ ਸਿਪਾਹੀ ਬਾਰੇ ਸੋਚਦੀ ਸੀ। ਭਾਵੇਂ ਉਸਦੇ ਸੁਪਨੇ ਸਾਕਾਰ ਨਹੀਂ ਸਨ ਹੋਏ, ਪਰ ਉਹਨਾਂ ਦਾ ਸਦਕਾ ਉਹਦੇ ਚਿਹਰੇ ਮੂਹਰੇ ਉੱਤੇ ਅਨੋਖੀ ਆਭਾ ਖੇਡਦੀ ਰਹਿੰਦੀ ਸੀ। ਉਸਦੇ ਇਸੇ ਪ੍ਰਭਾਵਸ਼ਾਲੀ ਚਿਹਰੇ ਸਦਕਾ ਉਹਨੂੰ ਮਿਲਣ ਆਈਆਂ ਜਵਾਨ ਔਰਤਾਂ ਉਹਦੇ ਪ੍ਰਭਾਵਸ਼ਾਲੀ ਚਿਹਰੇ ਦਾ ਜ਼ਿਕਰ ਕਰਦੀਆਂ, ਉਸਦਾ ਗੁਣ ਗਾਇਨ ਕਰਦੀਆਂ ਰਹਿੰਦੀਆਂ ਸਨ। ਉਹ ਆਪਣੇ ਵਾਲਾਂ ਦਾ ਉਚੇਚਾ ਧਿਆਨ ਰੱਖਦੀ ਸੀ ਤੇ ਸੂਈਆਂ, ਹੈਂਗਰ ਪਿੰਨਾਂ ਆਦਿ ਭਰਪੂਰ ਵਰਤੋਂ ਕਰਕੇ ਆਪਣੇ ਜੂੜੇ ਨੂੰ ਬਣਾ ਸੰਵਾਰ ਕੇ ਰੱਖਦੀ ਸੀ। ਉਸਦਾ ਦੁਪੱਟਾ ਉਹਦੇ ਸਿਰ ਤੋਂ ਤਿਲਕ ਪੈਂਦਾ ਸੀ, ਜਿਵੇਂ ਉਹ ਆਪਣੇ ਜੂੜੇ ਦੀ ਨੁਮਾਇਸ਼ ਕਰਨ ਵਿੱਚ ਉਚੇਚੀ ਦਿਲਚਸਪੀ ਰੱਖਦੀ ਹੋਵੇ। ਨੱਥਾ ਸਿੰਘ ਦਾ ਆਪਣਾ ਕੋਈ ਪੁੱਤਰ ਨਹੀਂ ਸੀ, ਪਰ ਉਹਨੂੰ ਇਸ ਗੱਲ ਦਾ ਧਰਵਾਸ ਜਿਹਾ ਤਾਂ ਸੀ ਕਿ ਉਹਦੇ ਭਰਾ ਲੱਦਾ ਸਿੰਘ ਦਾ ਲੜਕਾ ਫੌਜ 'ਚ ਅਫਸਰ ਸੀ। ਜਦੋਂ ਪੰਜਾਬ 'ਚ ਬਲੂ ਸਟਾਰ ਆਪਰੇਸ਼ਨ ਹੋਇਆ ਤਾਂ ਲੱਦਾ ਸਿੰਘ ਦਾ ਲੜਕਾ ਸਰਕਾਰ ਐਲਾਨਨਾਮੇ ਅਨੁਸਾਰ ਵੀਰਗਤੀ ਪ੍ਰਾਪਤ ਕਰ ਗਿਆ। ਆਪਣੇ ਭਰਾ ਲੱਦਾ ਸਿੰਘ ਦੇ ਮੁੰਡੇ ਦੇ ਮਰਨ ਉਪਰੰਤ ਜਿਵੇਂ ਨੱਥਾ ਸਿੰਘ ਦੀਆਂ ਸਾਰੀਆਂ ਉਮੀਦਾਂ ਦੇ ਪਾਣੀ ਫਿਰ ਗਿਆ ਹੋਵੇ, ਉਹ ਦੀਰਘ ਮਾਨਸਿਕ ਰੋਗ ਮਾਲੀਖੋਲੀਆ ਦਾ ਸ਼ਿਕਾਰ ਹੋ ਗਿਆ। ਇਸ ਦੁਖਾਂਤ ਕਾਰਨ ਕੁਲਦੀਪ ਕੌਰ ਜਿਵੇਂ ਬੰਦਲਾ ਕੇ ਰਹਿ ਗਈ ਹੋਵੇ। ਉਹ ਮਸ਼ੀਨੀ ਢੰਗ ਨਾਲ ਆਪਣੇ ਕੰਮ ਕਾਜ ਵਿੱਚ ਰੁੱਝੀ ਰਹਿੰਦੀ ਸੀ, ਪਰ ਉਹਦੀ ਸ਼ਕਲ ਸੂਰਤ ਤੋਂ ਸਾਫ਼ ਦਿਸ ਆਉਂਦਾ ਸੀ ਕਰਕ ਕਲੇਜੇ ਮਾਹੇ। ਕਈ ਵਾਰ ਉਹਦੇ ਮਨ 'ਚ ਆਉਂਦਾ ਸੀ ਕਿ ਉਹ ਆਪੇ ਸਿਹੇੜੀਆਂ ਜ਼ਿੰਮੇਵਾਰੀਆਂ ਨੂੰ ਤਿਆਗ ਦੇਵੇ ਤੇ ਸਰਾਭਾ ਨਗਰ 'ਚ ਰਹਿਣ ਵਾਲੇ ਦੁਬਈ ਕੰਮ ਕਰਦੇ ਮੁੰਡੇ ਨਾਲ ਵਿਆਹ ਕਰਾ ਲਏ। ਉਹ 5-4 ਵਰ੍ਹੇ ਦੁਬਈ 'ਚ ਕੰਮ ਕਰਕੇ ਚੋਖਾ ਧਨ ਕਮਾ ਕੇ ਲਿਆਇਆ ਸੀ। ਨੱਥਾ ਸਿੰਘ ਦੇ ਜਿਉਂਦਿਆਂ ਵੀ ਉਹ ਅਕਸਰ ਦੁਬਈ ਤੋਂ ਆਏ ਮੁੰਡੇ ਨੂੰ ਚੋਰੀ ਛਿਪੀ ਮਿਲਿਆ ਕਰਦੀ ਸੀ। ਉਹ ਆਪਣੇ ਪਿਓ ਤੋਂ ਇੰਨਾ ਡਰਦੀ ਸੀ ਕਿ ਉਹਨੂੰ ਹੌਸਲਾ ਹੀ ਨਾ ਪਿਆ ਕਿ ਉਹ ਪਿਓ ਨਾਲ ਦੁਬਈ ਤੋਂ ਆਏ ਮੁੰਡੇ ਬਾਰੇ ਕੋਈ ਗੱਲ ਕਰੇ। ਜਵਾਨੀ ਦੇ ਮੁੱਢਲੇ ਦਿਨਾਂ 'ਚ ਕੁਲਦੀਪ ਕੌਰ ਦਾ ਜੀ ਕਰਦਾ ਸੀ ਕਿ ਮਾਹੀ ਮੁੰਡਾ ਬਣ ਕੇ ਮੌਜਾਂ ਕਰੇ। ਜੇਕਰ ਉਹ ਵਿਆਹ ਬਾਰੇ ਸੋਚਦੀ ਸੀ ਤਾਂ ਹਮੇਸ਼ਾ ਕਿਸੇ ਬਹੁਤ ਅਮੀਰ ਘਰਾਣੇ ਦੇ ਮੁੰਡੇ ਬਾਰੇ ਹੀ ਸੋਚਦੀ ਹੁੰਦੀ ਸੀ। ਜਦੋਂ ਦੁਬਈ ਤੋਂ ਆਏ ਮੁੰਡੇ ਨਾਲ ਉਸਦੀ ਮੇਲ ਮੁਲਾਕਾਤ ਦਾ ਸਿਲਸਿਲਾ ਜਾਰੀ ਸੀ ਤਾਂ ਉੱਚੀਆਂ ਹਵਾਵਾਂ 'ਚ ਸੀ। ਆਪਣੇ ਬਾਪ ਦੀ ਹਯਾਤੀ ਵਿੱਚ ਉਸ ਮੁੰਡੇ ਵੱਲੋਂ ਮਿਲੇ ਉਪਹਾਰਾਂ ਨੂੰ ਵਾਪਸ ਕਰਨ ਲਈ ਮਜਬੂਰ ਹੋ ਗਈ ਸੀ। ਇਹਨਾਂ ਉਪਹਾਰਾਂ ਵਿੱਚ ਇੱਕ ਜੇਬੀ ਟਰਾਂਜਿਸਟਰ ਵੀ ਸੀ ਤੇ ਇਸ ਟਰਾਂਜਿਸਟਰ ਨੂੰ ਖੂਬਸੂਰਤ ਢੰਗ ਨਾਲ ਰੰਗ ਬਿਰੰਗੇ ਕਾਗਜ਼ਾਂ 'ਚ ਪੈਕ ਕਰਕੇ ਉਸ ਨੂੰ ਭੇਟਾ ਕੀਤਾ ਗਿਆ ਸੀ। ਇਹ ਉਪਹਾਰ ਕਿਸੇ ਵਿਸ਼ੇਸ਼ ਮੌਕੇ 'ਤੇ ਪੇਸ਼ ਨਹੀਂ ਸੀ ਕੀਤਾ ਗਿਆ ਤੇ ਜਦੋਂ ਨੱਥਾ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਸੀ ਤਾਂ ਉਸ ਸਾਫ਼ ਸਪਸ਼ਟ ਸ਼ਬਦਾਂ 'ਚ ਕੁਲਦੀਪ ਕੌਰ ਨੂੰ ਇਹ ਉਪਹਾਰ ਵਾਪਸ ਕਰਨ ਲਈ ਆਖਿਆ ਸੀ। ਇਸ ਉਪਹਾਰ ਦੀ ਵਾਪਸੀ ਨਾਲ ਹੀ ਕੁਲਦੀਪ ਕੌਰ ਦੇ ਸੁਪਨਿਆਂ ਦਾ ਅੰਤ ਹੋ ਗਿਆ ਸੀ। ਨੱਥਾ ਸਿੰਘ ਦੇ ਚਲਾਣਾ ਕਰ ਜਾਣ ਉਪਰੰਤ ਟੱਬਰ ਦੀ ਦੇਖਭਾਲ ਦਾ ਸਾਰਾ ਭਾਰ ਕੁਲਦੀਪ ਉੱਤੇ ਆ ਪਿਆ। ਉਹਦੀ ਮਾਂ ਅਕਸਰ ਬਿਮਾਰ ਰਹਿੰਦੀ ਸੀ ਤੇ ਕਈ ਵਾਰ ਉਸਨੂੰ ਲੰਮੀ ਖਾਂਸੀ ਛਿੜ ਪੈਂਦੀ ਸੀ। ਉਸ ਸਮੇਂ ਉਹ ਹਾਲੋਂ ਬੇਹਾਲ ਹੋ ਜਾਂਦੀ ਸੀ। ਬਸ ਉਹ ਘਰ ਦੀ ਬੈਠਕ ਵਿੱਚ ਮੌਸਮ ਅਨੁਸਾਰ ਸ਼ਾਲ ਜਾਂ ਦੁਪੱਟਾ ਲੈ ਕੇ ਕੁਰਸੀ 'ਤੇ ਬੈਠ ਜਾਂਦੀ। ਉਸਨੂੰ ਬਾਰ-ਬਾਰ ਹੱਥੂ ਆਉਂਦੇ ਸਨ ਤੇ ਮੂੰਹ ਲਾਲ ਹੋ ਜਾਂਦਾ ਸੀ। ਉਹ ਬਾਰ-ਬਾਰ ਰੁਮਾਲ ਨੂੰ ਮੂੰਹ ਵਿੱਚ ਤੁੰਨਦੀ ਹੋਈ ਖਾਂਸੀ ਨੂੰ ਰੋਕਣ ਦਾ ਅਸਫਲ ਯਤਨ ਕਰਦੀ ਸੀ। ਕੁਲਦੀਪ ਕੌਰ ਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਸੀ ਤੇ ਉਹਨੇ ਪ੍ਰਾਈਵੇਟ ਸਕੂਲ ਵਿੱਚ ਮਾਸਟਰਨੀ ਦੀ ਨੌਕਰੀ ਕਰ ਲਈ ਸੀ। ਲੱਗਦੀ ਵਾਹੀ ਉਹ ਘਰ ਦੀ ਦੇਖ ਸੰਭਾਲ ਕਰਦੀ ਸੀ। ਉਹਦੀ ਮਾਂ ਆਪਣੀ ਧੀ ਦੀ ਬਰਖੁਰਦਾਰੀ ਤੇ ਖੁਸ਼ ਸੀ ਤੇ ਉਸਨੂੰ ਕੋਈ ਗਿਲਾ ਸ਼ਿਕਵਾ ਜਾਂ ਸ਼ਿਕਾਇਤ ਨਹੀਂ ਸੀ। ਇਸ ਦੌਰਾਨ ਕੁਲਦੀਪ ਦੀ ਸ਼ਕਲ ਸੂਰਤ ਆਪ ਮੁਹਾਰੀ ਵਿਗੜ ਰਹੀ ਸੀ। ਉਸਦੇ ਤਿੱਖੇ ਪ੍ਰਵੱਟੇ ਢਿੱਲੇ ਪੈ ਕੇ ਫੈਲਵੇਂ ਬਣ ਗਏ ਸਨ ਤੇ ਉਹ ਪਹਿਲੇ ਵਾਂਗ ਕਬੂਲ ਸੂਰਤ ਨਹੀਂ ਸੀ ਰਹੀ। ਉਹਦੀਆਂ ਅੱਖਾਂ ਦੀ ਜੋਤੀ ਪਹਿਲਾਂ ਵਾਂਗ ਚੰਚਲ ਨਹੀਂ ਸੀ ਤੇ ਉਹਨਾਂ ਵਿੱਚ ਟਿਕੇ ਹੋਏ ਪੱਥਰੀਲੇ ਈਰਖਾਲੂਪਣ ਨੂੰ ਦੇਖਿਆ ਜਾ ਸਕਦਾ ਸੀ। ਉਹਦੀਆਂ ਅੱਖਾਂ ਵਿਚਲੀ ਅਹਿਲ ਤੱਕਣੀ ਦਾ ਸਦਕਾ ਇਹ ਈਰਖਾਲੂਪਣ ਉਪਰੇ ਬੰਦੇ ਤਾੜ ਜਾਂਦੇ ਸਨ ਤੇ ਉਹਨਾਂ ਨੂੰ ਬਹੁਤ ਅੱਖਰਦਾ ਸੀ। ਨੱਥਾ ਸਿੰਘ ਦੇ ਚਲਾਣਾ ਕਰ ਜਾਣ ਉਪਰੰਤ ਕੁਲਦੀਪ ਕੌਰ ਨੂੰ ਘਰੇਲੂ ਜ਼ਿੰਮੇਵਾਰੀਆਂ ਦਾ ਜਿਵੇਂ ਇੱਕਦਮ ਅਹਿਸਾਸ ਹੋ ਗਿਆ ਹੋਵੇ। ਉਸਨੇ ਆਪਣੇ ਸਾਰੇ ਨਿੱਜੀ ਉਦੇਸ਼ਾਂ ਨੂੰ ਤਿਆਗ ਦਿੱਤਾ ਤੇ ਹਮੇਸ਼ਾ ਇਸ ਗੱਲ ਦਾ ਯਤਨ ਕਰਨ ਲੱਗ ਪਈ ਕਿ ਜਗਦੀਪ ਦੇ ਅਵਿਕਸਿਤ ਮਨ ਦੀ ਪੀੜਾ ਨੂੰ ਹਰ ਹਾਲ ਲਈ ਘੱਟ ਕਰੇ। ਉਸਨੂੰ ਜਦੋਂ ਵੀ ਘਰ ਜਾਂ ਸਕੂਲ ਦੇ ਕੰਮ ਤੋਂ ਫੁਰਸਤ ਹੁੰਦੀ ਉਹ ਜ਼ਿਆਦਾ ਤੋਂ ਜ਼ਿਆਦਾ ਸਮੇਂ ਜਗਦੀਪ ਕੌਰ ਕੋਲ ਬੈਠੀ ਰਹਿੰਦੀ। ਜਗਦੀਪ ਕੌਰ ਦੇ ਮਾਨਸਿਕ ਰੋਗ ਕਾਰਨ ਉਸ ਨਾਲ ਕਿਸੇ ਘਰੇਲੂ ਜਾਂ ਬਾਹਰਲੀ ਸਮੱਸਿਆ ਬਾਰੇ ਗੰਭੀਰ ਵਿਚਾਰ ਨਹੀਂ ਸੀ ਕਰ ਸਕਦੇ।
ਬਸ ਆਂਢ ਗੁਆਂਢ 'ਚ ਵਾਪਰਨ ਵਾਲੀਆਂ ਨਿੱਤ ਦੀਆਂ ਘਟਨਾਵਾਂ ਬਾਰੇ ਚਰਚਾ ਕਰਦੀ ਰਹਿੰਦੀ ਸੀ। ਕਿਸੇ ਵਿਦੇਸ਼ ਗਏ ਕਿਸੇ ਗੁਆਂਢੀ ਦੇ ਵਿਆਹਤਾ ਜੀਵਨ ਬਾਰੇ ਗੱਲਾਂ ਕਰਦੀਆਂ ਉਹਦੇ ਘਰੇਲੂ ਦੁਖਾਂ ਦਾ ਜ਼ਿਕਰ ਹੁੰਦਾ ਸੀ। ਮਖੇ ਹੁਣ ਮਿਸਟਰ ਚੋਪੜਾ ਨੇ ਕੀਨੀਆ ਤੋਂ ਮੁੜਨਾ ਤਾਂ ਨਹੀਂ, ਪਰ ਜਿਹੜਾ ਪਿੱਛੇ ਕੁੱਛੜ ਬੱਚਾ ਲਈ ਵਹੁਟੀ ਛੱਡ ਗਿਆ ਉਹਦਾ ਕੀ ਬਣੇਗਾ। ਵਿਚਾਰੀ ਜਗਦੀਪ ਕੌਰ ਨੂੰ ਇੰਨਾ ਜਟਿਲ ਸਮਾਜਿਕ ਸਮੱਸਿਆਵਾਂ ਬਾਰੇ ਕੋਈ ਸੂਝ-ਬੂਝ ਨਹੀਂ ਸੀ, ਕਿਉਂਕਿ ਜਵਾਨ ਹੋਣ 'ਤੇ ਵੀ ਉਹ ਬਾਲ ਬੁੱਧ ਵਾਲੀ ਸੀ। ਉਹ ਆਪਣੀ ਭੈਣ ਵੱਲ ਬਿਟ-ਬਿਟ ਤੱਕਦੀ ਹੋਈ ਪਾਲਤੂ ਤੋਤੇ ਵਾਂਗ ਆਪਣੀ ਭੈਣ ਦੇ ਬੱਚਨ ਨੂੰ ਦੁਹਰਾਉਂਦੀ ਰਹਿੰਦੀ ਸੀ। ਕੁਲਦੀਪ ਕੌਰ ਨੇ ਆਪਣੀ ਭੈਣ ਬਾਰੇ ਇਹ ਤਾਂ ਪਤਾ ਹੀ ਸੀ ਕਿ ਉਹਦੀ ਆਪਣੀ ਕੋਈ ਸੋਚ ਨਹੀਂ, ਆਪਣੀ ਸੂਝ ਕੁਝ ਨਹੀਂ। ਉਹ ਆਪਣੀ ਭੈਣ ਦੇ ਖਿਜਣ ਦੀ ਥਾਂ ਉਸਦੀ ਹੋਣ ਨਾਲ ਹੀ ਸੰਤੁਸ਼ਟ ਰਹਿੰਦੀ ਸੀ। ਕੁਲਦੀਪ ਕੌਰ ਨੇ ਆਪਣੀ ਮਾਂ ਨੂੰ ਬਿਮਾਰੀ ਵਸ ਪੋਟਾ ਮਰਦਾ ਦੇਖਿਆ ਸੀ। ਉਸ ਲਈ ਉਹ ਜਾਣਦੀ ਸੀ ਕਿ ਕਿਸੇ ਅਸਾਧ ਰੋਗ ਦੀ ਪੀੜ ਕਿੰਨੀ ਮਾਰੂ ਹੁੰਦੀ ਹੈ। ਇਹ ਦੋ ਧਾਰੀ ਤਲਵਾਰ ਵਾਂਗ ਤਨ ਤੇ ਮਨ ਨੂੰ ਵਿੰਨ੍ਹਦੀ ਹੈ। ਉਹ ਆਪਣੀ ਭੈਣ ਦੇ ਦੁੱਖ ਨੂੰ ਜਾਣਦੀ ਸੀ ਕਿ ਉਹ ਕਿਸੇ ਤਰ੍ਹਾਂ ਵੀ ਉਸ ਦੇ ਦੁੱਖ 'ਚ ਵਾਧਾ ਨਹੀਂ ਸੀ ਕਰਨਾ ਚਾਹੁੰਦੀ। ਉਹ ਕਦੇ ਵੀ ਉਸ ਨਾਲ ਕੌੜਾ ਨਹੀਂ ਸੀ ਬੋਲਦੀ। ਆਪਣੀ ਮਾਂ ਦੇ ਚਲਾਣਾ ਕਰ ਜਾਣ ਉਪਰੰਤ ਨੇੜੇ ਦੇ ਰਿਸ਼ਤੇਦਾਰਾਂ ਦੀ ਸਲਾਹ 'ਤੇ ਉਸਨੇ ਜੱਦੀ ਮਕਾਨ ਵੇਚ ਦਿੱਤਾ ਤੇ ਸ਼ਹਿਰ ਦੀ ਇੱਕ ਨਵੀਂ ਬਸਤੀ 'ਚ ਰਿਹਾਇਸ਼ੀ ਮਕਾਨ ਕਿਰਾਏ 'ਤੇ ਲੈ ਲਿਆ। ਹੁਣ ਜਦੋਂ ਉਹਦੇ ਮਾਂ-ਬਾਪ ਗੁਜ਼ਰ ਚੁੱਕੇ ਸਨ ਤੇ ਜ਼ਿੰਦਗੀ ਭਰ ਉਸਨੇ ਰੋਗੀ ਭੈਣ ਦਾ ਭਾਰ ਢੋਣਾ ਸੀ, ਉਸ ਲਈ ਜ਼ਰੂਰੀ ਸੀ ਕਿ ਉਹ ਪੈਸੇ ਦੀ ਬੱਚਤ ਕਰੇ। ਜਗਦੀਪ ਕੌਰ ਦੀ ਦੇਖਭਾਲ ਕਰਨ ਖਾਤਰ ਕੁਲਦੀਪ ਕੌਰ ਨੇ ਇਹ ਫੈਸਲਾ ਕਰ ਲਿਆ ਕਿ ਉਹ ਜ਼ਿੰਦਗੀ ਭਰ ਕੁਆਰੀ ਰਹੇਗੀ। ਉਸ ਦਾ ਇਹ ਫੈਸਲਾ ਦ੍ਰਿੜ ਸੀ, ਪੱਕਾ ਸੀ, ਪਰ ਉਹ ਅੰਦਰੋਂ ਟੁੱਟ ਚੁੱਕੀ ਸੀ। ਜਦੋਂ ਵੀ ਉਹ ਘਰੋਂ ਬਾਹਰ ਕੰਮਕਾਜ 'ਤੇ ਜਾਂਦੀ ਤਾਂ ਅਕਸਰ ਉਹਨੂੰ ਖੁਸ਼ਹਾਲ ਨਵੀਆਂ ਬਸਤੀਆਂ ਵਿੱਚੋਂ ਹੋ ਕੇ ਜਾਣਾ ਪੈਂਦਾ। ਉਸਨੂੰ ਜੀਵਨ ਨਿਰਬਾਹ ਲਈ ਸਕੂਲ ਦੀ ਨੌਕਰੀ ਤੋਂ ਛੁੱਟ ਅਨੇਕ ਪਾਪੜ ਵੇਲਣੇ ਪੈਂਦੇ। ਉਹ ਸਿਲਾਈ ਦਾ ਕੰਮ ਸਕੂਲੋਂ ਆ ਕੇ ਰਾਤ ਪੈਣ ਤੱਕ ਕਰਦੀ ਰਹਿੰਦੀ। ਜਦੋਂ ਕਦੇ ਮੌਕਾ ਮਿਲਦਾ ਸਕੂਲੋਂ ਆ ਕੇ ਕੱਪੜੇ ਜਾਂ ਸੀਤੇ ਸਿਲਾਈ ਕੱਪੜਿਆਂ ਦੀਆਂ ਵੱਡੀਆਂ ਦੁਕਾਨਾਂ 'ਤੇ ਸੇਲਸ ਗਰਲ ਦਾ ਕੰਮ ਕਰਕੇ ਪੈਸੇ ਫਾਲਤੂ ਕਮਾ ਲੈਂਦੀ ਸੀ। ਛੁੱਟੀਆਂ ਵਿੱਚ ਮਸ਼ਹੂਰ ਕੰਪਨੀਆਂ ਦੇ ਫਿਰਤੂ ਏਜੰਟ ਵਜੋਂ ਘਰੇਲੂ ਸਮਾਨ ਦੀ ਵਿਕਰੀ ਕਰਦੀ ਸੀ। ਸਾਬਣ, ਡਿਟਰਜੈਂਟ, ਹਾਰ ਸ਼ਿੰਗਾਰ ਦਾ ਸਮਾਨ, ਸੁਰਖੀ ਪਾਊਡਰ ਆਦਿ ਘਰ-ਬਾਰ ਜਾ ਕੇ ਵੇਚਦੀ ਸੀ ਤੇ ਇਸ ਤਰ੍ਹਾਂ ਫਾਲਤੂ 4 ਪੈਸੇ ਕਮਾ ਲੈਂਦੀ ਸੀ ਤਾਂ ਜੋ ਘਰ ਦਾ ਖਰਚ ਚਲਾਇਆ ਜਾ ਸਕੇ। ਪਰ ਇਹਨਾਂ ਵਿੱਚੋਂ ਕੋਈ ਕੰਮ ਵੀ ਠੁੱਕਦਾ ਨਹੀਂ ਸੀ। ਉਸ ਵਿਚਾਰੀ ਕੋਲ ਕੋਈ ਦੂਸਰਾ ਚਾਰਾ ਹੀ ਨਹੀਂ ਸੀ। ਹਾਂ, ਕਦੇ-ਕਦੇ ਅਮੀਰ ਘਰਾਣਿਆਂ ਵਿੱਚੋਂ ਬੇਬੀ ਸਿਟਿੰਗ ਕਰਕੇ ਫਾਲਤੂ ਸਮੇਂ ਘਰ ਦੀ ਗੱਡੀ ਚਲਾਈ ਰੱਖਣ ਲਈ ਕੰਮ ਕਰਦੀ ਸੀ। ਇਸ ਤਰ੍ਹਾਂ ਉਹ ਹਰ ਹੀਲੇ ਹਰ ਯਤਨ ਨਾਲ ਆਪਣੀ ਭੈਣ ਦੀ ਦੇਖਭਾਲ ਕਰਦੀ ਸੀ। ਉਹ ਅਜਿਹਾ ਕਈ ਸਾਲ ਕਰਦੀ ਰਹੀ। ਹੁਣ ਜਦੋਂ ਦੋਵੇਂ ਭੈਣਾਂ ਅਧਖੜ ਉਮਰ ਦੀਆਂ ਹੋ ਗਈਆਂ ਸਨ, ਜਗਦੀਪ ਕੌਰ ਦੇ ਅਵਿਕਸਿਤ ਮਨ ਦਾ ਸਦਕਾ ਉਹ ਆਪਣੀ ਸ਼ਕਲ ਸੂਰਤ ਦੀ ਦੇਖਭਾਲ ਵੱਲ ਧਿਆਨ ਨਹੀਂ ਸੀ ਦਿੰਦੀ। ਉਸਦੀ ਮਾਨਸਿਕ ਦਸ਼ਾ ਵਾਂਗ ਉਸਦਾ ਚਿਹਰਾ ਮੂਹਰਾ ਵੀ ਅਜੀਬ ਜਿਹੀ ਵਿੰਗ ਟਿੰਡ ਪ੍ਰਦਰਸ਼ਿਤ ਕਰਦਾ ਸੀ। ਉਸਦੇ ਨੱਕ ਉਤਲਾ ਲਾਲ ਟਿਮਕਣਾ ਗੂੜਾ ਸੰਧੂਰੀ ਨੁਕਤਾ ਬਣ ਕੇ ਰਹਿ ਗਿਆ ਸੀ। ਉਸਦੇ ਗਿੱਟਿਆਂ ਗੋਡਿਆਂ ਉੱਤੇ ਪਹਿਲੇ ਵਾਲੀ ਕਾਲਸ ਗੂੜੀ ਨੀਲਾਹਟ ਵਿੱਚ ਬਦਲ ਚੁੱਕੀ ਸੀ ਤੇ ਉਹਨੂੰ ਸਰੀਰ ਦੀ ਪੀੜ ਬਹੁਤ ਤੰਗ ਕਰਦੀ ਸੀ। ਉਹ ਆਪਣੇ ਗਿੱਟਿਆਂ ਗੋਡਿਆਂ ਤੇ ਪਿੱਠ ਨੂੰ ਦਿਨ ਰਾਤ ਅਨੇਕ ਵਾਰ ਸੇਕ ਦਿੰਦੀ। ਇਸੇ ਲਈ ਜਦੋਂ ਚੱਲ ਰਹੀ ਹੁੰਦੀ ਤਾਂ ਉਹਦੀ ਚਾਲ ਪਿੱਛਲ ਪੈਰੀ ਹੋਣ ਕਾਰਨ ਉਹ ਆਪਣੇ ਸਰੀਰ ਦੇ ਪਿਛਲੇ ਭਾਗ ਨੂੰ ਪਹਿਲਾਂ ਹਰਕਤ ਵਿੱਚ ਲਿਆਉਂਦੀ ਸੀ। ਇਸ ਸਮੇਂ ਉਹ ਆਪਣੇ ਨਾਲ ਟਿਮਕਣੇ ਵਾਲੇ ਨੱਕ ਨੂੰ ਇਸ ਤਰ੍ਹਾਂ ਸੁੰਗੇੜਦੀ ਸੀ ਕਿ ਉਹ ਹਵਾ ਵਿੱਚ ਉਛਲਦਾ ਲੱਗਦਾ ਸੀ। ਲੋਕ ਉਸ ਨੂੰ ਦੇਖਦੇ ਹੋਏ ਬਸ ਤਰਸ ਵਜੋਂ ਹੇ ਵਾਹਿਗੁਰੂ ਆਖ ਛੱਡਦੇ ਸਨ। ਉਹਨਾਂ ਲਈ ਵਿਗੜੇ ਹੋਈ ਮਸ਼ੀਨੀ ਖਿਡੌਣੇ ਵਾਂਗ ਜਿਸ ਦੀ ਚੂਲ ਵਿੰਗੀ ਹੋ ਗਈ ਸੀ ਤੇ ਕੋਈ ਜ਼ਰੂਰੀ ਪੁਰਜ਼ਾ ਗਾਇਬ ਸੀ। ਕੁਲਦੀਪ ਕੌਰ ਨੂੰ ਹਮੇਸ਼ਾ ਇਸ ਗੱਲ ਦਾ ਤੌਖਲਾ ਲੱਗਾ ਰਹਿੰਦਾ ਸੀ ਕਿ ਉਸ ਪਿੱਛੋਂ ਜਗਦੀਪ ਕੌਰ ਦਾ ਕੀ ਬਣੇਗਾ। ਕੀ ਉਸ ਪਿੱਛੋਂ ਜਗਦੀਪ ਕੌਰ ਆਪਣੇ ਮਾਨਸਿਕ ਰੋਗ ਕਾਰਨ ਕੱਲੀ ਕਾਰੀ ਆਪਣਾ ਆਪ ਸੰਭਾਲ ਸਕੇਗੀ। ਇਸ ਚਿੰਤਾ ਕਾਰਨ ਕੁਲਦੀਪ ਕੌਰ ਵੀ ਆਪਣੇ ਆਪ 'ਚ ਸੁੰਗੜ ਕੇ ਰਹਿ ਗਈ ਸੀ। ਹੁਣ ਉਹ ਆਂਢ ਗੁਆਂਢ 'ਚ ਘੱਟ ਹੀ ਜਾਂਦੀ ਸੀ। ਕੰਮਕਾਜੀ ਸਮੇਂ ਉਹ ਆਪਣੇ ਸਹਿਕਰਮੀਆਂ ਨਾਲ ਕੋਈ ਫਾਲਤੂ ਗੱਲ ਨਹੀਂ ਸੀ ਕਰਦੀ। ਇੱਥੋਂ ਤੱਕ ਕਿ ਘਰ ਮੁੜਨ ਉੱਤੇ ਪਹਿਲੇ ਵਾਂਗ ਘਰ ਦੇ ਰੱਖ ਰਖਾਅ, ਸਫਾਈ ਜਾਂ ਰਸੋਈ ਦੇ ਕੰਮ ਲਈ ਵੀ ਕੋਈ ਉਚੇਚ ਨਹੀਂ ਸੀ ਕਰਦੀ। ਬਸ ਦਿਨ ਰਾਤ ਆਪਣੀ ਕਿਸਮਤ ਉੱਤੇ ਝੂਰਦੀ ਅੰਦਰੋਂ ਅੰਦਰ ਖੁਰ ਰਹੀ ਸੀ।
ਉਹ ਦਿਨੋਂ ਦਿਨ ਨਿੱਘਰਦੀ ਜਾ ਰਹੀ ਸੀ। ਕਿਸੇ ਸਹਿਕਰਮਣ ਦੇ ਕਹਿਣ ਉੱਤੇ ਜਦੋਂ ਉਹ ਡਾਕਟਰ ਪਾਸ ਗਈ ਤਾਂ ਡਾਕਟਰਾਂ ਨੇ ਤਾੜਨਾ ਦਿੰਦਿਆਂ ਆਖਿਆ ਕਿ ਉਹ ਤਪਦਿਕ ਜਿਹੇ ਨਾਮੁਰਾਦ ਰੋਗ ਦੀ ਸ਼ਿਕਾਰ ਸੀ। ਡਾਕਟਰ ਦੀ ਗੰਭੀਰ ਤਾੜਨਾ ਦੇ ਬਾਵਜੂਦ ਉਸ ਆਪਣੀ ਸਿਹਤ ਸੰਭਾਲ ਵੱਲ ਉਚੇਚਾ ਧਿਆਨ ਨਾ ਦਿੱਤਾ। ਸਿੱਟੇ ਵਜੋਂ ਸਮਾਂ ਪੈ ਕੇ ਬਿਮਾਰੀ ਨੇ ਜੜ ਪਕੜ ਲਈ ਤੇ ਉਸ ਦਾ ਰੋਗ ਅਸਾਧ ਹੋ ਗਿਆ। ਇਸ ਤਰ੍ਹਾਂ ਜਦੋਂ ਦੋਵੇਂ ਭੈਣਾਂ ਸੰਕਟਗ੍ਰਸਤ ਸਨ ਤੇ ਆਪਣੇ ਮਾਨਸਿਕ ਰੋਗ ਦੇ ਬਾਵਜੂਦ ਜਗਦੀਪ ਕੌਰ ਨੇ ਬੇਮਿਸਾਲ ਜਿਸਮਾਨੀ ਹਿੰਮਤ ਦਾ ਸਬੂਤ ਦਿੱਤਾ। ਉਸਨੇ ਬਾਜ਼ਾਰ ਤੋਂ ਚੀਜ਼ਾਂ ਵਸਤਾਂ ਲਿਆਉਣ ਦੀ ਜ਼ਿੰਮੇਵਾਰੀ ਸੰਭਾਲ ਲਈ। ਭਾਵੇਂ ਆਪਣੀ ਅਵਿਕਸਿਤ ਮਾਨਸਿਕ ਅਵਸਥਾ ਦਾ ਸਦਕਾ ਉਸ ਤੋਂ ਕਈ ਵਾਰ ਅਨੇਕਾਂ ਭੁੱਲਾਂ ਵੀ ਹੋ ਜਾਂਦੀਆਂ ਸਨ, ਪਰ ਕੁਲਦੀਪ ਕੌਰ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਜਗਦੀਪ ਕੌਰ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਘਰੇਲੂ ਕੰਮਕਾਜ ਵਿੱਚ ਉਸ ਦਾ ਹੱਥ ਵਟਾ ਰਹੀ ਸੀ। ਕੁਲਦੀਪ ਕੌਰ ਆਪ ਰਸੋਈ ਦੇ ਕੰਮ ਦਾ ਕੋਈ ਲੰਮਾ ਚੌੜਾ ਖਿਲਾਰਾ ਨਹੀਂ ਸੀ ਪਾਉਂਦੀ। ਅਨੇਕਾਂ ਵਾਰ ਉਹ ਬਾਜ਼ਾਰੋਂ ਡਬਲ ਰੋਟੀ ਮੰਗਵਾ ਲੈਂਦੀ ਸੀ ਤੇ ਦੋਵੇਂ ਭੈਣਾਂ ਸੈਂਡਵਿਚਸ ਬਣਾ ਕੇ ਚਾਹ ਪੀ ਛੱਡਦੀਆਂ ਸਨ ਜਾਂ ਨਿਰੀ ਖਿਚੜੀ ਤੇ ਗੁਜ਼ਾਰਾ ਕਰ ਲੈਂਦੀਆਂ ਸਨ। ਸਵੇਰ ਦੇ ਬ੍ਰੈਕਫਾਸਟ ਸਮੇਂ ਹੁਣ ਬਸ ਦਲੀਆ ਹੀ ਚੱਲਦਾ ਸੀ ਤੇ ਲੋਡੇ ਵੇਲੇ ਦੋਵੇਂ ਭੈਣਾਂ ਬਸ ਸਖਣੀ ਚਾਹ ਨਾਲ ਗੁਜ਼ਾਰਾ ਚਲਾ ਲੈਂਦੀਆਂ ਸਨ। ਜਿਉਂ-ਜਿਉਂ ਜਗਦੀਪ ਕੌਰ ਆਪਣੀ ਮਾਨਸਿਕ ਤੇ ਜਿਸਮਾਨੀ ਕਮਜ਼ੋਰੀ ਦੇ ਬਾਵਜੂਦ ਆਪਣੇ ਫਰਜ਼ ਨੂੰ ਨਿਭਾਉਣ ਦੀ ਕੋਸ਼ਿਸ਼ ਕਰਦੀ ਸੀ, ਕੁਲਦੀਪ ਕੌਰ ਦੀ ਉਪਰਾਮਤਾ ਵੱਧਦੀ ਜਾਂਦੀ ਸੀ। ਉਹ ਰਸੋਈ ਨੂੰ ਸਾਫ਼ ਸੁਥਰਾ ਰੱਖਣ ਦੀ ਥਾਂ ਬਸ ਖਿਲਾਰਾ ਹੀ ਪਾਈ ਰੱਖਦੀ ਸੀ। ਉਹ ਬਿਸਤਰੇ ਦੀ ਮੈਲੀ ਚਾਦਰ ਕਈ ਹਫ਼ਤੇ ਨਾ ਬਦਲਦੀ। ਡਾਕ ਵਿੱਚ ਆਈਆਂ ਚਿੱਠੀਆਂ ਦਾ ਕਦੀ-ਕਦਾਈ ਉੱਤਰ ਦਿੰਦੀ। ਡਾਕਖਾਨੇ 'ਚ ਰੱਖੇ ਰੁਪਈਆਂ ਵਾਲੀ ਕਾਪੀ ਕਦੇ-ਕਦਾਈ ਹੀ ਠੀਕ ਕਰਾਉਂਦੀ ਸੀ। ਬੈਂਕ ਵਿੱਚ ਪੈਸੇ ਜਮ੍ਹਾਂ ਕਰਾਉਣ ਜਾਂ ਕਢਾਉਣ ਤੋਂ ਹਿਚਕਦੀ ਰਹਿੰਦੀ ਸੀ ਤੇ ਸਾਲ ਪਿੱਛੋਂ ਲੱਗਣ ਵਾਲੇ ਸੂਦ ਦੀ ਉਸ ਕਦੇ ਪੜਤਾਲ ਨਹੀਂ ਸੀ ਕੀਤੀ। ਇਹਨਾਂ ਬਾਹਰਲੇ ਕੰਮਾਂ ਵਿੱਚ ਜਗਦੀਪ ਕੌਰ ਉਸ ਦੀ ਕੋਈ ਸਹਾਇਤਾ ਨਹੀਂ ਸੀ ਕਰ ਸਕਦੀ। ਇੰਨੀ ਗੱਲ ਜ਼ਰੂਰ ਸੀ ਕਿ ਉਹ ਘਰੇਲੂ ਕੰਮਕਾਜ ਵਿੱਚ ਉਹਦਾ ਹੱਥ ਵਟਾਉਣ ਲੱਗ ਪਈ ਸੀ। ਮੁਹੱਲੇ ਦੇ ਕੁਝ ਵਾਕਫਕਾਰਾਂ ਨੂੰ ਕੁਲਦੀਪ ਕੌਰ ਦੀ ਇਸ ਉਪਰਾਮਤਾ ਬਾਰੇ ਪਤਾ ਲੱਗਾ ਤਾਂ ਉਹਨਾਂ ਆ ਕੇ ਕੁਲਦੀਪ ਕੌਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਦੋਹਾਂ ਭੈਣਾਂ ਨੇ ਇਸ ਦਖਲ ਅੰਦਾਜ਼ੀ ਦਾ ਬੁਰਾ ਮਨਾਇਆ ਤੇ ਲੋਕਾਂ ਨੇ ਆਪਣੀਆਂ ਸਮਝਾਉਣੀਆਂ ਬੰਦ ਕਰ ਦਿੱਤੀਆਂ। ਇੰਨੀ ਗੱਲ ਜ਼ਰੂਰ ਹੋਈ ਕਿ ਦੋਵੇਂ ਭੈਣਾਂ ਸਵੇਰੇ ਜਾਂ ਸ਼ਾਮ ਗੁਰਦੁਆਰੇ ਮੱਥਾ ਟੇਕਣ ਜਾਣ ਲੱਗ ਪਈਆਂ। ਕਦੇ-ਕਦੇ ਕੁਝ ਸਮਾਂ ਕੀਰਤਨ ਜਾਂ ਕਥਾ ਸੁਣਨ 'ਚ ਬਿਤਾਉਂਦੀਆਂ। ਲੋਕ ਦੋਹਾਂ ਭੈਣਾਂ ਨੂੰ ਗੁਰਦੁਆਰੇ ਦੇਖਦੇ ਤਾਂ ਆਪਸ 'ਚ ਨੀਵੀਆਂ ਸੁਰਾਂ 'ਚ ਗੱਲਾਂ ਕਰਦੇ ਇੱਕ ਦੂਜੇ ਨੂੰ ਕਹਿੰਦੇ, ਗੁਰੂ ਮਿਹਰ ਕਰੇ, ਕਿੰਨੀਆਂ ਬਦਕਿਸਮਤ ਨੇ ਵਿਚਾਰੀਆਂ, ਵੱਡੀ ਨੂੰ ਕੋਈ ਵਰ ਘਰ ਨਹੀਂ ਮਿਲਿਆ ਤੇ ਛੋਟੀ ਵਿਚਾਰੀ ਦਿਮਾਗ ਦੀ ਬਿਲਟੀ ਹੋਈ ਹੈ। ਉਤੋਂ ਕਹਿ ਰਹੇ ਹੋਇਆ ਕਿ ਪਿਓ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਹੈ। ਖਬਰੇ ਗੁਰੂ ਨੂੰ ਕੀ ਮਨਜ਼ੂਰ ਹੈ, ਉਹਦੀਆਂ ਗੱਲਾਂ ਉਹੀ ਜਾਣੇ। ਜੇਕਰ ਨੱਥਾ ਸਿੰਘ ਦਾ ਕਤਲ ਨਾ ਹੁੰਦਾ ਤਾਂ ਦੋਵਾਂ ਭੈਣਾਂ ਨੂੰ ਇਹ ਬੁਰੇ ਦਿਨ ਨਾ ਦੇਖਣੇ ਪੈਂਦੇ। ਇੱਕ ਦਿਨ ਕੁਲਦੀਪ ਕੌਰ ਸਕੂਲੋਂ ਜਲਦੀ ਮੁੜ ਆਈ। ਘਰ ਪਹੁੰਚਣ ਤੇ ਉਹਨੇ ਸਿਰ ਦਰਦ ਤੇ ਜੀ ਘਬਰਾਉਣ ਦੀ ਸ਼ਿਕਾਇਤ ਕੀਤੀ। ਜਗਦੀਪ ਕੌਰ ਗੁਆਂਢਣ ਰਾਮਦਿੱਤੀ ਨੂੰ ਬੁਲਾਉਣ ਗਈ ਤੇ ਝੱਟ ਪਿੱਛੋਂ ਉਹਨੂੰ ਨਾਲ ਲੈ ਕੇ ਪਰਤ ਆਈ। ਦੋਹਾਂ ਨੇ ਦੇਖਿਆ ਕਿ ਕੁਲਦੀਪ ਕੌਰ ਨੰਗੇ ਫਰਸ਼ ਉੱਤੇ ਮੂਧੇ ਮੂੰਹ ਪਈ ਹੋਈ ਹੈ। ਦੋਹਾਂ ਬੇਹੋਸ਼ ਪਈ ਕੁਲਦੀਪ ਕੌਰ ਨੂੰ ਚੁੱਕ ਕੇ ਮੰਜੇ ਉੱਤੇ ਸਿੱਧਾ ਲਟਾਇਆ ਤਾਂ ਰਾਮਦਿੱਤੀ ਨੇ ਕੁਲਦੀਪ ਕੌਰ ਦੇ ਬੇਹਿੱਸ ਸਰੀਰ ਨੂੰ ਦੇਖ ਕੇ ਆਖਿਆ, ਇਹਦੀ ਤਾਂ ਬੁਰੀ ਹਾਲਤ ਹੈ। ਫਿਰ ਜਦੋਂ ਉਸ ਨਬਜ਼ ਦੇਖੀ ਤਾਂ ਉਹ ਝੱਟ ਬੋਲ ਉੱਠੀ, ਇਹ ਵਿਚਾਰੀ ਤਾਂ ਰੱਬ ਨੂੰ ਪਿਆਰੀ ਹੋ ਗਈ ਹੈ। ਜਗਦੀਪ ਕੌਰ ਗੁਆਂਢਣ ਰਾਮਦਿੱਤੀ ਦੇ ਮੂੰਹੋਂ ਨਿਕਲੇ ਵਾਕ ਸੁਣ ਕੇ ਬੌਂਦਲ ਗਈ। ਉਸ ਦੀਆਂ ਭੁੱਬਾਂ ਨਿਕਲ ਗਈਆਂ ਤੇ ਉਹ ਆਪ ਫਰਸ਼ ਉੱਤੇ ਡਿੱਗ ਪਈ। ਰਾਮਦਿੱਤੀ ਨੇ ਝਟਪਟ ਗਲੀ ਮੁਹੱਲੇ ਦੇ ਦੂਸਰੇ ਲੋਕਾਂ ਨੂੰ ਬੁਲਾਉਣ ਚਲੀ ਗਈ। ਗਲੀ ਮੁਹੱਲੇ ਦੇ ਲੋਕ ਇਕੱਠੇ ਹੋ ਗਏ ਤੇ ਉਹਨਾਂ ਵਿੱਚੋਂ ਪਤਵੰਤਿਆਂ ਨੇ ਆਪਸ ਵਿੱਚ ਸਲਾਹ ਕਰਕੇ ਕੁਲਦੀਪ ਕੌਰ ਦੇ ਸੰਸਕਾਰ ਦਾ ਪ੍ਰਬੰਧ ਕਰਨਾ ਸ਼ੁਰੂ ਕੀਤਾ। ਹਰੇਕ ਦੇ ਮੂੰਹ ਤੇ ਲਫ਼ਜ਼ ਸਨ, ਹੁਣ ਵਿਚਾਰੀ ਜਗਦੀਪ ਕੌਰ ਦਾ ਕੀ ਬਣੇਗਾ। ਧੰਨਵਾਦ। ਸੁਰਿੰਦਰ ਸਿੰਘ ਨਰੂਲਾ ਦੀ ਪੁਸਤਕ ਪੰਛੀ ਦੀ ਉਡਾਨ ਦੀ ਕਹਾਣੀ ਹੈ ਸਤਲੁਜ ਰੋਵੇ ਜ਼ਾਰੋ ਜ਼ਾਰ। ਬਾਰ-ਬਾਰ ਚਾਰੇ ਪਾਸੇ ਹਨੇਰਾ ਫੈਲਿਆ ਹੋਇਆ ਸੀ। ਇੰਜ ਲੱਗਦਾ ਸੀ ਕਿ ਹਵਾ ਦੀ ਸਰਸਰਾਹਟ ਸਤਲੁਜ ਦੇ ਪਾਣੀ ਦੀਆਂ ਲਹਿਰਾਂ ਵਾਂਗ ਹਯਾਤੀ ਦੇ ਕੰਢੇ ਖੋਰਨ ਦਾ ਨਿਸਫਲ ਯਤਨ ਕਰ ਰਹੀ ਹੋਵੇ। ਮੈਂ ਬਾਰੀ ਵਿੱਚ ਖੜਾ ਬਾਹਰ ਦੇਖਦਾ ਕਿਸੇ ਧੁੰਦਲੇ ਆਕਾਰ ਨੂੰ ਨਕਸ਼ਿਕ ਦੇਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਆਪਣੀਆਂ ਅੱਖੀਆਂ ਨੂੰ ਸੁਕੇੜਦਿਆਂ ਮੈਂ ਹਨੇਰੇ 'ਚ ਕਿਸੇ ਆਕਾਰ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ,
ਮੈਨੂੰ ਲੱਗਿਆ ਜਿਵੇਂ ਸਰੀਰ ਵੀ ਹੁਣੇ ਪਰਛਾਵੇਂ ਜਿਹੇ ਇੱਧਰ ਉੱਧਰ ਘੁੰਮ ਰਹੇ ਸਨ। ਜਦੋਂ ਮੈਂ ਆਪਣੀ ਯਾਦਦਾਸ਼ਤ ਉੱਤੇ ਬਹੁਤ ਜ਼ੋਰ ਪਾਇਆ ਤਾਂ ਮੈਨੂੰ ਚੇਤਾ ਆਇਆ ਕਿ ਇਹ ਤਾਂ ਪੁਲਿਸ ਵਾਲਿਆਂ ਦੇ ਲੰਮੇ ਓਵਰਕੋਟ ਸਨ, ਜਿਹੜੇ ਕਿ ਰਾਤ ਦੇ ਹਨੇਰੇ 'ਚ ਸਰੀਰ ਵੀ ਹੁਣੇ ਪਰਛਾਵੇਂ ਲੱਗ ਰਹੇ ਸਨ। ਇੱਕ ਓਵਰਕੋਟ ਅਚਾਨਕ ਤੇਜ਼ੀ ਨਾਲ ਮੇਰੇ ਘਰ ਦੀ ਬਾਰੀ ਵੱਲ ਵਧਿਆ, ਜਿਵੇਂ ਉਹਨੇ ਇਸ ਗੱਲ ਦਾ ਗੁੱਸਾ ਖਾਧਾ ਹੋਵੇ ਕਿ ਮੈਂ ਉਹਦੀਆਂ ਹਰਕਤਾਂ ਨੂੰ ਨੀਝ ਲਾ ਕੇ ਕਿਉਂ ਦੇਖ ਰਿਹਾ ਸਾਂ। ਫਿਰ ਪਤਾ ਨਹੀਂ ਉਹ ਓਵਰਕੋਟ ਪਿਛਲੇ ਪੈਰੀਂ ਕਿਉਂ ਪਰਤ ਗਿਆ ਤੇ ਕਿਸੇ ਹੋਰ ਓਵਰਕੋਟ ਨੂੰ ਕਹਿਣ ਲੱਗਾ, ਇਹ ਤਾਂ ਕਿਸੇ ਤਰ੍ਹਾਂ ਵੀ ਆਪਣੇ ਜੁਰਮ ਦਾ ਇਕਬਾਲ ਨਹੀਂ ਕਰਦਾ। ਮੇਰਾ ਖਿਆਲ ਹੈ ਕਿ ਉਹਨੂੰ ਇੰਨੀ ਮਾਰ ਪਈ ਹੈ ਕਿ ਬਚ ਨਹੀਂ ਸਕਦਾ। ਜਦੋਂ ਮੈਂ ਇਹ ਗੱਲ ਸੁਣੀ ਤਾਂ ਮੈਂ ਸੋਚਣ ਲੱਗ ਪਿਆ ਕਿ ਇਹ ਓਵਰਕੋਟ ਨੁਮਾ ਪਰਛਾਵੇਂ ਸ਼ਾਇਦ ਅੱਤਵਾਦੀਆਂ ਹੱਥੋਂ ਮਾਰੇ ਗਏ ਪੁਲਸੀਆਂ ਦੇ ਪ੍ਰੇਤ ਸਨ, ਜਾਂ ਪੁਲਿਸ ਹੱਥੋਂ ਕੁੱਟੇ ਮਾਰੇ ਗਏ ਅੱਤਵਾਦੀਆਂ ਦੇ ਕਲਬੂਤ ਵੀ ਹੋਣੇ ਆਕਾਰ। ਇਸ ਸੋਚ ਨੇ ਮੇਰੇ ਅਚੇਤ ਮਨ ਨੂੰ ਹੰਗਾਲਣਾ ਸ਼ੁਰੂ ਕਰ ਦਿੱਤਾ ਤੇ ਮੈਂ ਓਵਰਕੋਟ ਨੁਮਾ ਆਕਾਰਾਂ ਦੀ ਆਪਸੀ ਗੱਲਬਾਤ ਨੂੰ ਧਿਆਨ ਨਾਲ ਸੁਣਨ ਲੱਗ ਪਿਆ। ਓਵਰਕੋਟ ਨੁਮਾ ਆਕਾਰਾਂ ਨੇ ਆਪਸੀ ਗੱਲਬਾਤ ਨੂੰ ਜਾਰੀ ਰੱਖਦਿਆਂ ਆਖਿਆ, ਕਿਉਂਕਿ ਬਚ ਨਹੀਂ ਸਕਦਾ, ਇਸ ਲਈ ਇਸ ਨੂੰ ਮਰਨੋਂ ਪਹਿਲਾਂ SDM ਦੀ ਅਦਾਲਤ ਵਿੱਚ ਪੇਸ਼ ਕਰ ਦੇਣਾ ਚਾਹੀਦਾ ਹੈ। ਇਸ ਪਿੱਛੋਂ ਦੋਵੇਂ ਓਵਰਕੋਟ ਨੁਮਾ ਆਕਾਰ ਮੋਟਰਸਾਈਕਲ ਉੱਤੇ ਬੈਠ ਕੇ ਸਤਲੁਜ ਤਲ ਤੋਂ ਪਾਰ ਕਿਤੇ ਚਲੇ ਗਏ। ਮੈਂ ਸੋਚਿਆ ਘਰੋਂ ਬਾਹਰ ਜਿਹੜਾ CRP ਦਾ ਆਦਮੀ ਖੜਾ ਹੈ, ਉਸ ਕੋਲੋਂ ਵਾਰਦਾਤ ਬਾਰੇ ਪੁੱਛਗਿੱਛ ਕਰਨੀ ਚਾਹੀਦੀ ਹੈ। ਅੱਗੇ ਕਈ ਵਾਰ ਮੇਰੇ ਘਰੋਂ ਬਾਹਰ ਖੜੇ CRPF ਦੇ ਆਦਮੀ ਨਾਲ ਮੇਰੇ ਗੱਲਬਾਤ ਕਰਨ ਲਈ ਉਸ ਨੂੰ ਫਲ ਫਰੂਟ ਪੇਸ਼ ਕਰਦਾ ਹੁੰਦਾ ਸਾਂ। ਜਦੋਂ ਵੀ ਘਰ 'ਚ ਕੋਈ ਵਿਸ਼ੇਸ਼ ਡਿਸ਼, ਹਲਵਾ ਪੂਰੀ ਜਾਂ ਖੀਰ ਆਦਿ ਤਿਆਰ ਹੁੰਦੀ ਤਾਂ ਮੈਂ ਉਹਨੂੰ ਚਖਾ ਹੁੰਦਾ ਸਾਂ। ਮੈਂ ਆਪਣੇ ਘਰ ਦੇ ਵਿਹੜੇ ਵਿੱਚ ਉੱਗੇ ਜਾਮਣਾਂ ਦੇ ਰੁੱਖ ਤੋਂ ਲਾਹੇ ਜਾਮਣਾਂ ਦਾ ਵੱਡਾ ਕੌਲਾ ਭਰ ਕੇ ਘਰੋਂ ਬਾਹਰ ਨਿਕਲਿਆ ਤੇ ਬਾਹਰ ਖੜੇ CRP ਦੇ ਜਵਾਨ ਨਾਲ ਗੱਲਾਂ ਕਰਨ ਲੱਗ ਪਿਆ। ਅਸੀਂ ਦੋਵੇਂ ਆਪਸ ਵਿੱਚ ਗੱਲਾਂ ਕਰਦੇ ਹੋਏ ਜਾਮਣ ਵੀ ਨਾਲ ਦੀ ਨਾਲ ਖਾਂਦੇ ਰਹੇ। ਉਹਨੇ ਮੇਰੀਆਂ ਗੱਲਾਂ ਵੱਲ ਕੋਈ ਖਾਸ ਧਿਆਨ ਨਾ ਦਿੱਤਾ ਅਤੇ ਮੈਨੂੰ ਉਸ ਦੀ ਬੇਰੁਖੀ ਤੇ ਖਿਝ ਜਿਹੀ ਆਈ। ਆਖਰ ਅੱਜ ਕਿਹੜੀ ਅਨੋਖੀ ਗੱਲ ਵਾਪਰੀ ਸੀ। ਜਦੋਂ ਦੇ ਪੰਜਾਬ ਵਿੱਚ ਅੱਤਵਾਦੀ ਸਾਕੇ ਵਾਪਰਨ ਲੱਗੇ ਸਨ, ਮੈਂ ਪਰੇਸ਼ਾਨ ਰਹਿੰਦਾ ਸੀ ਤੇ ਅੱਜ ਦੇ ਸਾਕੇ ਵਾਲੇ ਸਾਕੇ ਨਿੱਤ ਦੀ ਘਟਨਾ ਬਣ ਗਏ ਸਨ। ਅੱਜ ਜਿਹੜੀ ਅਨੋਖੀ ਘਟਨਾ ਵਾਪਰੀ ਉਹ ਇਹ ਸੀ ਕਿ ਉਸ ਮੇਰੇ ਤੋਂ ਮੂੰਹ ਮੋੜ ਲਿਆ ਸੀ। ਅੱਗੇ ਤਾਂ ਮੈਂ ਕਰਫਿਊ ਦੇ ਸਮੇਂ ਵਿੱਚ ਵੀ ਘਰੋਂ ਬਾਹਰ ਆ ਕੇ ਗਸ਼ਤ ਕਰ ਰਹੇ ਕਿਸੇ CRP ਦੇ ਨੌਜਵਾਨ ਨਾਲ 50 ਵਾਰ ਗੱਲਾਂ ਕੀਤੀਆਂ ਸਨ। ਹਮੇਸ਼ਾ ਹੀ ਇਹ ਮੇਰੀ ਤੀਬਰ ਇੱਛਾ ਹੁੰਦੀ ਸੀ ਕਿ ਮੈਂ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਵਿੱਚ ਅੱਤਵਾਦੀਆਂ ਵੱਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਬਾਰੇ ਪੁੱਛ-ਗਿੱਛ ਕਰਾਂ। ਅਖਬਾਰਾਂ ਵਿੱਚ ਤਾਂ ਸਭ ਕੁਝ ਛਪਦਾ ਨਹੀਂ ਸੀ ਤੇ ਲੋਕ ਸਨ ਕਿ ਐਵੇਂ ਖੰਭਾਂ ਦੀਆਂ ਡਾਰਾਂ ਬਣਾਉਣ ਦੇ ਆਦੀ ਹੋ ਗਏ ਸਨ। ਮੈਨੂੰ ਇਸ ਗੱਲ ਦਾ ਮਾਣ ਸੀ ਕਿ ਮੈਂ ਅੱਤਵਾਦੀਆਂ ਬਾਰੇ ਬੜਾ ਸੰਤੁਲਿਤ ਦ੍ਰਿਸ਼ਟੀਕੋਣ ਅਪਣਾਇਆ ਹੋਇਆ ਸੀ। ਜਿੱਥੇ ਮੈਂ ਉਹਨਾਂ ਵੱਲੋਂ ਕੀਤੇ ਜਾ ਰਹੇ ਮਾਸੂਮਾਂ ਦੇ ਕਤਲਾਂ ਦੀ ਘੋਰ ਨਿੰਦਾ ਕਰਦਾ ਸੀ, ਉੱਥੇ ਮੈਂ ਸੈਮੀਨਾਰਾਂ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਕਮੇਟੀਆਂ ਵਿੱਚ ਜਾਂ ਨਿੱਜੀ ਗੱਲਬਾਤ ਵਿੱਚ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਦੀ ਖੁੱਲ੍ਹ ਕੇ ਨਿੰਦਾ ਕਰਦਾ ਸੀ। ਮੈਂ ਇਹ ਨਹੀਂ ਚਾਹੁੰਦਾ ਸੀ ਕਿ ਡਿਊਟੀ 'ਤੇ ਖੜਾ CRP ਦਾ ਬੰਦਾ ਮੈਨੂੰ ਕੁਝ ਤਾਂ ਦੱਸੇ। ਮੈਂ ਇਹੀ ਚਾਹੁੰਦਾ ਸੀ ਕਿ ਡਿਊਟੀ 'ਤੇ ਖੜਾ CRP ਦਾ ਬੰਦਾ ਮੈਨੂੰ ਕੁਝ ਤਾਂ ਦੱਸੇ। ਸ਼ਹਿਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਆਤੰਕ ਫੈਲਿਆ ਹੋਇਆ ਸੀ। ਅੱਤਵਾਦੀਆਂ ਵੱਲੋਂ ਹਫ਼ਤੇ ਵਿੱਚ 2 ਵਾਰ ਬੰਦ ਦਾ ਸੱਦਾ ਦਿੱਤਾ ਜਾ ਚੁੱਕਾ ਸੀ। ਉਹਨਾਂ ਦਾ ਕਹਿਣਾ ਸੀ ਕਿ ਭੁੱਖੇ ਬਘਿਆੜਾਂ ਵਾਂਗ ਪੁਲਿਸ ਵਾਲੇ ਤੇ CRP ਦੇ ਬੰਦੇ ਸ਼ਹਿਰ ਤੇ ਲਾਗਲੇ ਪਿੰਡਾਂ ਵਿੱਚ ਫਿਰਦੇ ਹੋਏ ਅੱਤਵਾਦੀਆਂ ਬਾਰੇ ਪੁੱਛ ਪੜਤਾਲ ਕਰਦੇ ਹਨ। ਮਾਸੂਮ ਮਸ-ਫੁੱਟ ਦੇ ਨੌਜਵਾਨਾਂ ਨੂੰ ਫੜ ਲੈਂਦੇ ਸਨ, ਫਿਰ ਸ਼ਹਿਰ ਦੇ ਇੰਟਰੋਗੇਸ਼ਨ ਸੈਂਟਰ 'ਚ ਲਿਆ ਉਹਨਾਂ ਨੂੰ ਤਸੀਹੇ ਦਿੰਦੇ, ਫਰਾਰ ਹੋਏ ਅੱਤਵਾਦੀਆਂ ਬਾਰੇ ਵਾਕਫੀਅਤ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਸਨ। ਜਦੋਂ ਕੁਝ ਨਾ ਦੱਸਦੇ ਤਾਂ ਉਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਜਾਂਦਾ ਸੀ। ਅਕਸਰ ਨੌਜਵਾਨ ਮਾਰ-ਕੁੱਟ ਕਾਰਨ ਬੇਹੋਸ਼ ਹੋ ਜਾਂਦੇ ਸਨ, ਫਿਰ ਉਹਨਾਂ ਨੂੰ ਅਧਮੋਇਆ ਸਮਝ ਕੇ ਉਹਨਾਂ ਦੇ ਪਿੰਡ ਦੀ ਫਿਰਨੀ 'ਤੇ ਸੁੱਟ ਜਾਂਦੇ ਸਨ। ਮੈਨੂੰ ਇਹਨਾਂ ਗੱਲਾਂ ਦੇ ਸੱਚੀਆਂ ਜਾਂ ਝੂਠੀਆਂ ਹੋਣ ਬਾਰੇ ਕੁਝ ਪਤਾ ਨਹੀਂ ਸੀ। ਅਖਬਾਰਾਂ ਵਿੱਚ ਤਾਂ ਸਰਕਾਰੀ ਐਲਾਨ ਹੀ ਛਪਦੇ ਸਨ, ਜਿਨ੍ਹਾਂ ਵਿੱਚ ਬਸ ਇਹ ਦੱਸਿਆ ਜਾਂਦਾ ਸੀ ਕਿ ਫਲਾਣੀ ਥਾਂ ਇੰਨੇ ਪੁਲਿਸ ਮੁਕਾਬਲੇ 'ਚ ਮਾਰੇ ਗਏ। ਛਾਪਿਆਂ ਬਾਰੇ ਜਾਂ ਨੌਜਵਾਨਾਂ ਦੀ ਫੜੋ-ਫੜੀ ਬਾਰੇ ਕੁਝ ਵੀ ਨਹੀਂ ਸੀ ਦੱਸਿਆ ਜਾਂਦਾ। ਸ਼ਹਿਰ 'ਚ ਕੋਈ ਨਵੀਂ ਵਾਰਦਾਤ ਨਹੀਂ ਸੀ ਵਾਪਰੀ ਤੇ ਨਾ ਹੀ ਅੱਤਵਾਦੀਆਂ ਵੱਲੋਂ ਕਿਸੇ ਬੰਦ ਦਾ ਸੱਦਾ ਦਿੱਤਾ ਗਿਆ ਸੀ।
ਫਿਰ ਇਹ ਡਿਊਟੀ ਉੱਤੇ ਖੜਾ CRP ਦਾ ਬੰਦਾ ਇੰਨੀ ਬੇਰੁਖੀ ਕਿਉਂ ਦਰਸਾ ਰਿਹਾ ਸੀ ਤੇ ਇੰਨਾ ਤਣਿਆ ਕਿਉਂ ਸੀ? ਮੈਂ ਇਹਨਾਂ ਗੱਲਾਂ ਬਾਰੇ ਬੜਾ ਹੈਰਾਨ ਸਾਂ। ਫਿਰ ਮੈਨੂੰ ਅਚਾਨਕ ਇਸ ਗੱਲ ਦਾ ਅਹਿਸਾਸ ਹੋਇਆ ਕਿ ਆਕਾਸ਼ ਨਿਕਰਿਆ ਹੋਇਆ ਹੈ, ਮੀਂਹ ਪੈਣ ਦੀ ਕੋਈ ਸ਼ੰਕਾ ਨਹੀਂ, ਮੌਸਮ ਖੁਸ਼ਗਵਾਰ ਹੈ। ਕਿਉਂ ਨਾ ਮੌਕੇ ਦਾ ਫਾਇਦਾ ਉਠਾ ਕੇ ਦਰਿਆ ਦੇ ਕੰਢੇ ਲੰਮੀ ਸੈਰ ਕੀਤੀ ਜਾਏ। ਮੇਰਾ ਜੱਦੀ ਪਿੰਡ ਖੇਮਕਰਨ ਅੱਤਵਾਦੀਆਂ ਦੀਆਂ ਹਰਕਤਾਂ ਤੇ ਹਿੰਦ ਪਾਕ ਦੇ ਆਪਸੀ ਵਿਰੋਧ ਤੇ ਖਿੱਚਾਤਾਣੀ ਸਦਕਾ ਉੱਜੜ ਗਿਆ ਸੀ। ਇਸੇ ਕਾਰਨ ਮੈਂ ਫਲੋਰ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਕੋਲ ਆ ਟਿਕਿਆ ਸਾਂ। ਉਹ ਕਰਿਆਨੇ ਦੀ ਦੁਕਾਨ ਕਰਦਾ ਸੀ ਤੇ ਮੈਂ ਫਲੋਰ ਆਉਣ ਉਪਰੰਤ ਦੁਕਾਨ ਦੇ ਕੰਮਕਾਜ ਵਿੱਚ ਉਹਦੀ ਮਾੜੀ ਮੋਟੀ ਮਦਦ ਕਰਦਾ ਸੀ। ਬਦਲੇ ਵਿੱਚ ਉਹ ਮੇਰੀ ਨਵੇਕਲੀ ਰਿਹਾਇਸ਼ ਦਾ ਪ੍ਰਬੰਧ ਕਰ ਦਿੱਤਾ ਸੀ ਤੇ ਮੇਰੇ ਰਿਹਾਇਸ਼ੀ ਮਕਾਨ ਦਾ ਕਿਰਾਇਆ ਉਹ ਦੁਕਾਨ ਦੇ ਖਰਚ 'ਚ ਪਾ ਦਿੰਦਾ ਸੀ। ਮੈਂ ਫਲੋਰ ਵਿਖੇ ਇਕੱਲਾ ਰਹਿੰਦਾ ਸਾਂ। ਘਰਵਾਲੀ ਚਲਾਣਾ ਕਰ ਚੁੱਕੀ ਸੀ ਤੇ ਦੋਵੇਂ ਮੁੰਡੇ ਫਰੀਦਾਬਾਦ ਦੇ ਕਿਸੇ ਕਾਰਖਾਨੇ 'ਚ ਨੌਕਰ ਸਨ। ਉਹਨਾਂ ਮੈਨੂੰ ਕਈ ਵਾਰ ਪੰਜਾਬ ਛੱਡ ਕੇ ਫਰੀਦਾਬਾਦ ਆ ਟਿਕਣ ਲਈ ਆਖਿਆ ਸੀ, ਪਰ ਮੇਰਾ ਜੀ ਨਹੀਂ ਸੀ ਕਰਦਾ ਕਿ ਪੰਜਾਬ ਤੋਂ ਬਾਹਰ ਚਲਾ ਜਾਵਾਂ। ਜਦੋਂ ਦਾ ਮੈਂ ਫਲੋਰ ਆਇਆ ਸੀ, ਮੌਕਾ ਮਿਲਣ ਤੇ ਵੇਲ ਹੋਣ ਤੇ ਮੈਂ ਅਕਸਰ ਸਤਲੁਜ ਦੇ ਕੰਢੇ ਸੈਰ ਕਰਦਾ ਹੁੰਦਾ ਸਾਂ। ਵਧੇਰੇ ਕਰਕੇ ਮੇਰੀ ਇਹ ਖਾਹਿਸ਼ ਹੁੰਦੀ ਸੀ ਕਿ ਮੈਂ ਇਕੱਲਾ ਹੀ ਸੈਰ ਤੇ ਜਾਵਾਂ। ਇੱਕ ਲੋਰ ਜਿਹੀ ਵਿੱਚ ਮੈਂ ਸਤਲੁਜ ਕੰਢੇ ਘੁੰਮਦਾ ਰਹਿੰਦਾ ਸੀ। ਇੱਕ ਵਾਰ ਮੈਂ ਕਈ ਦਿਨਾਂ ਪਿੱਛੋਂ ਸਤਲੁਜ ਦੇ ਕੰਢੇ ਸੈਰ ਲਈ ਗਿਆ। ਉਹਨਾਂ ਦਿਨਾਂ ਵਿੱਚ ਦਰਿਆ ਦਾ ਪਾਣੀ ਬਹੁਤ ਨੀਵਾਂ ਲੈ ਚੁੱਕਿਆ ਸੀ। ਕੰਢੇ ਦੇ ਲਾਗੇ ਰੇਤਾ ਢੋਣ ਵਾਲੇ ਟਰੱਕਾਂ ਨੇ ਡੂੰਘੇ ਪਹੇ ਪਾਏ ਹੋਏ ਸਨ ਤੇ ਸਰਕੰਡੇ ਦੇ ਝੁੰਡਾਂ ਨੂੰ ਟਰੱਕਾਂ ਵਾਲਿਆਂ ਥਾਈਂ ਅੱਗਾਂ ਲਾਈਆਂ ਸਨ, ਜਿਸ ਸਦਕਾ ਇਹ ਧੁਖਦੇ ਹੀ ਰਹਿੰਦੇ ਸਨ ਤੇ ਜਿਹੜੇ ਬਿਲਕੁਲ ਬੁੱਝ ਚੁੱਕੇ ਸਨ ਉਹ ਵਾਢਾਕਾਰੀ ਕਾਲੇ ਧੱਬਿਆਂ ਵਾਂਗ ਨਜ਼ਰ ਆ ਰਹੇ ਸਨ। ਦਰਿਆ ਦੇ ਦੋਵੇਂ ਕੰਢਿਆਂ ਦੇ ਨਾਲ ਬਰੇਤੀ ਦੇ ਫੈਲਾਓ ਵਿੱਚ ਦਰਿਆ ਦੇ ਪਾਣੀ ਦੀ ਧਾਰਾ ਨਿਰਮਲ ਸੀ, ਪਰ ਦਰਿਆ ਦਾ ਬਾਕੀ ਪਾਰਟ ਬੂਹ ਮਾਰਦੇ ਕਾਲਸ ਪਕੜ ਰਹੇ ਗੰਦੇ ਪਾਣੀ ਦਾ ਰੂਪ ਧਾਰ ਚੁੱਕਾ ਸੀ। ਇੰਜ ਲੱਗਦਾ ਸੀ ਕਿ ਸਤਲੁਜ ਹਾਲਾਤ ਦੇ ਵਿਨਾਸ਼ਕਾਰੀ ਹਮਲੇ ਤੋਂ ਬਚਦਾ ਹੋਇਆ ਕੰਢਿਆਂ ਦੇ ਪੈਰਾਂ ਹੇਠ ਵਿੱਚ ਹੀ ਬਰੇਤੀ ਵਿੱਚ ਪਨਾਹ ਲੈਣ ਲਈ ਮਜਬੂਰ ਹੋ ਗਿਆ ਸੀ। ਇਹ ਸਭ ਕੁਝ ਵੇਖ ਕੇ ਮੈਨੂੰ ਬੜਾ ਅਫਸੋਸ ਹੋਇਆ ਕਿ ਕੰਢਿਆਂ ਦੀ ਬਰੇਤੀ ਵਿੱਚ ਸਤਲੁਜ ਦਾ ਬਚਿਆ ਖੁਚਿਆ ਪਾਣੀ ਸਿਸਕੀਆਂ ਭਰਦਾ ਰੋ ਰਿਹਾ ਸੀ। ਮੈਂ ਦਰਿਆ ਦੇ ਕੰਢੇ ਇੱਕ ਉੱਚੀ ਥਾਂ ਤੇ ਬੈਠ ਗਿਆ ਤੇ ਮੇਰੇ ਮਨ ਵਿੱਚ ਪਰਬਲ ਰੀਝ ਉੱਠੀ ਕਿ ਮੈਂ ਆਪਣੇ ਪ੍ਰਿਆ ਸਤਲੁਜ ਨਾਲ ਗੱਲਾਂ ਕਰਾਂ। ਸਤਲੁਜ ਦੇ ਕੰਢੇ ਜਿਸ ਥਾਂ ਉੱਤੇ ਮੈਂ ਬੈਠਾ ਸੀ, ਕਿਸੇ ਜ਼ਮਾਨੇ ਇੱਥੇ ਸਤਲੁਜ ਦਾ ਪਾਟ ਬਹੁਤ ਚੌੜਾ ਹੁੰਦਾ ਸੀ। ਫਿਰ ਅਨੇਕ ਥਾਵਾਂ ਤੇ ਸਤਲੁਜ ਉੱਤੇ ਬੰਨ੍ਹ ਬੰਨੇ ਗਏ ਤੇ ਸਤਲੁਜ ਦੇ ਅਨੇਕ ਮੋੜਾਂ ਤੋਂ ਨਹਿਰਾਂ ਕੱਢੀਆਂ ਗਈਆਂ। ਇਸ ਕਾਰਨ ਸਤਲੁਜ ਦਾ ਪ੍ਰਭਾਵੀ ਵਹਿਣ ਔਲੂ 'ਚ ਵਗਦੇ ਪਾਣੀ ਵਾਂਗ ਬਣ ਕੇ ਰਹਿ ਗਿਆ ਸੀ। ਸਤਲੁਜ ਦੇ ਕੰਢਿਆਂ ਤੇ ਲਾਏ ਗਏ ਕਾਰਖਾਨਿਆਂ ਦੇ ਮਲ ਨਿਕਾਸੀ ਪਾਣੀ ਕਾਰਨ ਸਤਲੁਜ ਦਾ ਪਾਣੀ ਗੰਦਾ ਹੋ ਕੇ ਕਾਲਸ ਪਕੜਨ ਲੱਗ ਪਿਆ ਸੀ। ਇਸ ਤੋਂ ਛੁੱਟ ਲਾਗਲੇ ਸ਼ਹਿਰਾਂ ਦਾ ਮਲ ਮੂਤਰ ਵੀ ਇਸੇ 'ਚ ਪੈਣ ਲੱਗਾ ਤਾਂ ਸਤਲੁਜ ਦਾ ਪਾਣੀ ਹੋਰ ਵੀ ਗੰਦਾ ਹੋ ਗਿਆ। ਇਸ ਕਾਰਨ ਫਲੋਰ ਦੇ ਨੇੜੇ ਸਤਲੁਜ ਦਾ ਹੁਲੀਆ ਹੀ ਵਿਗੜ ਗਿਆ। ਕੋਈ ਸਮਾਂ ਸੀ ਕਿ ਫਲੋਰ ਨੇੜੇ ਸਤਲੁਜ ਦੇ ਦੋਹਾਂ ਕੰਢਿਆਂ ਤੇ ਟਾਹਲੀ ਦੇ ਰੁੱਖਾਂ ਦੀਆਂ ਲੰਮੀਆਂ ਕਤਾਰਾਂ ਹੁੰਦੀਆਂ ਸਨ। ਹੁਣ ਤਾਂ ਉਹ ਪੁਰਾਣੀਆਂ ਟਾਹਲੀਆਂ ਕਦੇ ਦੀਆਂ ਕੱਟੀਆਂ ਜਾ ਚੁੱਕੀਆਂ ਸਨ ਤੇ ਉਹਨਾਂ ਦੀ ਥਾਂ ਜਿਹੜੇ ਸਫੈਦੇ ਦੇ ਰੁੱਖ ਲਗਾਏ ਗਏ ਸਨ ਉਹ ਉਚੇਚੀ ਦੇਖਭਾਲ ਨਾ ਹੋਣ ਕਾਰਨ ਬੌਣਾ ਕੱਦ ਰਹਿ ਗਏ ਸਨ। ਬਸ ਗਿੱਠ ਮੁੱਠੀਏ ਉਹਨਾਂ ਦਾ ਕੱਦ ਇੰਨਾ ਛੋਟਾ ਸੀ ਕਿ ਉਹ ਬਸ ਆਪਣੇ ਪਰਛਾਵਿਆਂ ਵਿੱਚ ਹੀ ਉਲਝ ਕੇ ਰਹਿ ਗਏ ਸਨ। ਪਹਿਲੇ ਵਾਲੀਆਂ ਟਾਹਲੀਆਂ ਤਾਂ ਮੁਗਲ ਦਰਬਾਰ ਦੇ ਮੁਸਾਹਿਬਾਂ ਵਾਂਗ ਹਮੇਸ਼ਾ ਹੀ ਬਾਮੁਲਾਜ਼ਾ ਹੋਸ਼ਿਆਰ ਦੇ ਅੰਦਾਜ਼ 'ਚ ਖੜੀਆਂ ਦਿਸ ਆਉਂਦੀਆਂ ਸਨ, ਪਰ ਉਹਨਾਂ ਦੀ ਥਾਂ ਤੇ ਲੱਗੇ ਸਫੈਦਿਆਂ ਦੇ ਦਰਖਤ ਇੰਝ ਲੱਗਦੇ ਸਨ ਜਿਵੇਂ ਉਹ ਕਾਲ ਗਰੱਸੇ ਬਿਪਤਾ ਮਾਰੇ ਹੋਣ। ਦਰਿਆ ਦਾ ਪਾਟ ਪਹਿਲੇ ਵਾਂਗ ਵਿਸ਼ਾਲ ਸੀ, ਪਰ ਇਹ ਵਿਸ਼ਾਲਤਾ ਵੀਰਾਨਗੀ ਦਾ ਸੂਚਕ ਸੀ, ਕਿਸੇ ਮਾਰੂਥਲ ਦੀ ਵਿਸ਼ਾਲਤਾ ਦੇ ਵਾਂਗ। ਇਸ ਪਾਟ ਵਿੱਚ ਥਾਂ ਦਰਿਆ ਦੇ ਪਾਟ ਦੇ ਖੁਸ਼ਕ ਹਿੱਸੇ ਉਧੇੜੀ ਖੱਲ ਵਾਂਗ ਲੱਗਦੇ ਸਨ, ਜਿਵੇਂ ਕਿਸੇ ਮੱਝ ਦੀ ਖੱਲ ਨੂੰ ਉਤਾਰ ਕੇ ਚਮਿਆਰਾਂ ਨੇ ਸੁੱਕਣੇ ਪਾਇਆ ਹੋਵੇ। ਪਾਟ ਦਾ ਵਿਸਥਾਰ ਥਾਂ ਤੋਂ ਛਿੱਦਿਆ ਹੋਇਆ ਸੀ ਤੇ ਕਿਤੇ ਮਿੱਟੀ ਦੇ ਢੇਰ ਟਾਪੂਆਂ ਜਿਉਂ ਨਜ਼ਰ ਆਉਂਦੇ ਸਨ। ਜਿੱਥੋਂ ਤੱਕ ਨਜ਼ਰ ਜਾਂਦੀ ਵਹਿਣ ਵੀ ਹੋਣੇ ਪਾਟ ਵਿੱਚ ਥਾਂ ਟਾਪੂ ਉੱਭਰ ਆਏ ਸਨ,
ਜਿਹੜੇ ਕੰਢਿਆਂ ਉੱਤੇ ਬੈਠਿਆਂ ਸਹਿਜੇ ਹੀ ਦੇਖੇ ਜਾ ਸਕਦੇ ਸਨ। ਇਹਨਾਂ ਟਾਪੂਆਂ ਵਿੱਚ ਆਪ ਮੁਹਾਰੇ ਉੱਗੀਆਂ ਟਹਿਣੀਆਂ ਦੀ ਭਰਮਾਰ ਸੀ। ਦੂਰੋਂ ਤਾਂ ਇੰਝ ਲੱਗਦਾ ਸੀ ਕਿ ਸਰਕੰਡਿਆਂ ਦਾ ਹੱਥ ਉੱਚਾ ਸੀ, ਕਿਉਂਕਿ ਉਹਨਾਂ ਦੇ ਬੁੰਬਲਾਂ ਨੂੰ ਹਵਾ ਵਿੱਚ ਲਹਿਰਾਉਂਦਿਆਂ ਦੂਰੋਂ ਦੇਖਿਆ ਜਾ ਸਕਦਾ ਸੀ। ਜਦੋਂ ਮੈਂ ਇਹਨਾਂ ਨੂੰ ਦੇਖ ਰਿਹਾ ਸੀ ਤਾਂ ਮੈਨੂੰ ਇਹ ਕਿਸੇ ਬੁੱਢੇ ਦੇ ਬਬਾਣ ਉੱਤੇ ਲਟਕਾਈਆਂ ਚਿੱਟੀਆਂ ਪਰ ਮਟਮੈਲੀਆਂ ਟੱਲੀਆਂ ਲੱਗਦੇ ਸਨ। ਇਸੇ ਵੇਲੇ ਕੰਢੇ ਦੀ ਬਰੇਤੀ ਦੇ ਪੈਰਾਂ ਵਿੱਚ ਲੋਟਣੀਆਂ ਲੈਂਦਾ ਪਾਣੀ ਸਿਸਕੀਆਂ ਭਰਦਾ ਲੱਗਦਾ ਸੀ। ਮੈਂ ਮਹਿਸੂਸ ਕਰ ਰਿਹਾ ਸਾਂ ਕਿ ਲੋਟਣੀਆਂ ਲੈਂਦਾ ਪਾਣੀ ਹੁਣੇ ਰੋਣ ਲੱਗ ਪਏਗਾ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਮੈਂ ਹੀਲਾ ਕਰਕੇ ਕਿਸੇ ਟਾਪੂ ਤੱਕ ਪਹੁੰਚ ਜਾਂਦਾ ਸਾਂ। ਜਦੋਂ ਮੈਂ ਟਾਪੂ 'ਤੇ ਪਹੁੰਚਦਾ ਤਾਂ ਟਾਪੂ ਦੀ ਮਿੱਟੀ 'ਚੋਂ ਉੱਠਦੀ ਸੜਾਂਦ ਮੇਰਾ ਨੱਕ 'ਚ ਦਮ ਕਰ ਦਿੰਦੀ ਸੀ। ਮੈਂ ਇਸ ਸੜਿਆਂਦ ਨੂੰ ਮਹਿਸੂਸ ਕਰਦਾ ਖਾਮਖਾ ਸੋਚਣ ਲੱਗ ਜਾਂਦਾ ਸਾਂ ਕਿ ਟਾਪੂ ਦੀ ਕਿਸੇ ਨੁਕਰੇ ਉਹਨਾਂ ਮਾਸੂਮਾਂ ਦੇ ਗਲਦੇ ਸੜਦੇ ਪਿੰਜਰ ਪਏ ਹੋਣਗੇ, ਜਿਹੜੇ ਜਾਂ ਤਾਂ ਮਾਰ ਧਾੜੀਏ ਅੱਤਵਾਦੀਆਂ ਹੱਥੋਂ ਮਾਰੇ ਗਏ ਸਨ ਜਾਂ ਪੁਲਿਸ ਵਾਲਿਆਂ ਹੱਥੋਂ ਗੋਲੀਆਂ ਦੇ ਸ਼ਿਕਾਰ ਹੋਏ ਸਨ। ਜਦੋਂ ਮੈਂ ਕੰਢੇ ਤੋਂ ਥੋੜ੍ਹੀ ਦੂਰ ਇੱਕ ਟਾਪੂ 'ਤੇ ਪਹੁੰਚਿਆ ਤਾਂ ਮੈਂ ਦੇਖਿਆ ਕਿ ਸਰਕੰਡੀਆਂ ਦੇ ਵਿਚਾਲੇ ਸੁੱਕੇ ਭੂਰੇ ਘਾਹ ਵਿੱਚ ਅਨੇਕ ਕਿਸਮ ਦੇ ਕੀੜੇ ਕੁਰਬਲ ਕਰ ਰਹੇ ਸਨ। ਮੈਂ ਇਹਨਾਂ ਕੀੜਿਆਂ ਦੇ ਨਾਂ ਨਹੀਂ ਸੀ ਜਾਣਦਾ, ਪਰ ਇਹਨਾਂ ਦੇ ਆਕਾਰ ਮੈਨੂੰ DNA ਤੇ RNA ਦੇ ਨੁਕਲੀਆਈ ਜੀਨਸ ਬਾਰੇ ਵਿਗਿਆਨਕ ਰਸਾਲਿਆਂ ਵਿੱਚ ਦੇਖੇ ਜਿਓਮੈਟ੍ਰਿਕ ਚਾਰਟਾਂ ਦੀ ਯਾਦ ਦਿਵਾਉਂਦੇ ਸਨ। ਇਹ ਕੀੜੇ ਮਕੌੜੇ ਟਾਪੂ ਦੀ ਭੋਇੰ ਉੱਤੇ ਰੀਂਗਦੇ ਹੋਏ ਤਿਲ ਮਿਲਾ ਰਹੇ ਸਨ। ਇਸ ਤੇ ਦੂਸਰੇ ਟਾਪੂਆਂ ਦੇ ਇਰਦ ਗਿਰਦ ਗੰਦੇ ਪਾਣੀ ਦੀਆਂ ਘਰਾਲਾਂ ਜਿਹੀਆਂ ਸਨ ਤੇ ਇਹਨਾਂ ਵਿੱਚ ਦਰਿਆ ਦੀਆਂ ਬੱਚੀਆਂ ਕੁਚੀਆਂ ਛੋਟੀਆਂ ਮੱਛੀਆਂ ਬੇਕਰਾਰ ਜਿਹੀਆਂ ਇੱਧਰ ਉੱਧਰ ਘੁੰਮਦੀਆਂ ਨਜ਼ਰ ਆਉਂਦੀਆਂ ਸਨ। ਇਹਨਾਂ ਛੋਟੀਆਂ ਮੱਛੀਆਂ ਦੀ ਮੂੰਗਰੀ ਵਿੱਚ ਕਦੇ-ਕਦੇ ਕੋਈ ਵੱਡੀ ਮੱਛੀ ਦਿਸ ਆਉਂਦੀ ਸੀ। ਉਹ ਬਹੁਤ ਬੇਹਾਲ ਲੱਗਦੀ ਤੇ ਮੈਂ ਤੌਖਲਾ ਮਹਿਸੂਸ ਕਰਦਾ ਸਾਂ ਕਿ ਉਹ ਪਲ ਦੋ ਪਲ 'ਚ ਮਰ ਜਾਏਗੀ। ਹੈਰਾਨੀ ਦੀ ਗੱਲ ਇਹ ਸੀ ਕਿ ਜਦੋਂ ਵੀ ਮੈਂ ਟਾਪੂ 'ਚ ਜਾਂਦਾ ਸਾਂ, ਇਹ ਮਰੀਅਲ ਵੱਡੀ ਮੱਛੀ ਮੈਨੂੰ ਜਿਉਂਦੀ ਨਜ਼ਰ ਆਈ। ਉਸ ਬਾਰੇ ਮੇਰੇ ਸਾਰੇ ਤੌਖਲੇ ਨਿਰਮੂਲ ਸਾਬਤ ਹੋਏ। ਬਸ ਉਹ ਹਮੇਸ਼ਾ ਹੀ ਤੜਫਦੀ ਨਜ਼ਰ ਆਉਂਦੀ ਸੀ ਅਤੇ ਮੂੰਗਰੀ ਦੀਆਂ ਛੋਟੀਆਂ-ਛੋਟੀਆਂ ਮੱਛੀਆਂ ਉਸ ਦੇ ਇਰਦ ਗਿਰਦ ਘੁੰਮਦੀਆਂ ਰਹਿੰਦੀਆਂ ਨਜ਼ਰ ਆਉਂਦੀਆਂ। ਫਿਰ ਇੱਕ ਵਾਰ ਜਦੋਂ ਕਿਸੇ ਹੋਰ ਮੌਕੇ ਉੱਤੇ ਉਸ ਟਾਪੂ ਵਿੱਚ ਗਿਆ ਤਾਂ ਮੈਂ ਦੇਖਿਆ ਕਿ ਮੂੰਗਰੀ ਦੀਆਂ ਛੋਟੀਆਂ ਮੱਛੀਆਂ ਤਾਂ ਘੱਟ ਸਨ, ਪਰ ਵੱਡੇ ਝੀਂਗਰ, ਕੀੜੇ ਮਕੌੜੇ ਤੇ ਡੱਡੂਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਸੀ। ਦਰਿਆ ਦਾ ਨਿਰਮਲ ਜਲ ਬਸ ਕੰਢਿਆਂ ਦੀ ਬਰੇਤੀ 'ਚ ਸਿਮਟ ਕੇ ਰਹਿ ਗਿਆ ਸੀ, ਪਰ ਟਾਪੂ ਉੱਤੇ ਡੱਡੂਆਂ ਦੀ ਗਿਣਤੀ 'ਚ ਨਿੱਤ ਵਾਧਾ ਹੁੰਦਾ ਜਾਂਦਾ ਸੀ। ਉਹਨਾਂ ਦੀ ਟਰੈਨ ਦੂਰ ਤੱਕ ਸੁਣੀ ਜਾਂਦੀ ਸੀ। ਇਹ ਡੱਡੂ ਟੋਲੀਆਂ 'ਚ ਵੰਡੇ ਹੋਏ ਦਿਨ ਰਾਤ ਟਰੈਂ ਕਰਦੇ ਰਹਿੰਦੇ ਸਨ। ਜਦੋਂ ਮੈਂ ਇਹ ਸਭ ਕੁਝ ਦੇਖਿਆ ਤਾਂ ਖਾਮਖਾ ਮੈਨੂੰ ਉਹ ਦਿਨ ਯਾਦ ਆ ਗਏ ਜਦੋਂ ਦਰਿਆ ਦੇ ਪਾਟ ਵਿੱਚ ਭਰਵਾਂ ਪਾਣੀ ਹੁੰਦਾ ਸੀ। ਹੁਣ ਤਾਂ ਦਰਿਆ ਦੇ ਆਸ-ਪਾਸ ਦੇ ਇਲਾਕੇ 'ਚ ਅੱਤਵਾਦੀਆਂ ਦੀਆਂ ਸਰਗਰਮੀਆਂ 'ਚ ਵਾਧਾ ਹੋ ਜਾਣ ਦੇ ਕਾਰਨ ਜਿਵੇਂ ਦਰਿਆ ਵੀ ਆਤੰਕਗ੍ਰਸਿਆ ਹੋ ਗਿਆ ਸੀ। ਉਸ ਦਾ ਜਿਵੇਂ ਸੋਕੇ ਨਾਲ ਬੁਰਾ ਹਾਲ ਹੋ ਗਿਆ ਹੋਵੇ ਤੇ ਭੈ ਭੀਤ ਹੋ ਕੇ ਉਹ ਮਰਨਹਾਰ ਲੋਟਣੀਆਂ ਲੈ ਰਿਹਾ ਹੋਵੇ। ਜਿਹੜੀ ਮੁਰਦੇ ਹਾਣੀ ਉਹਦੇ ਚਿਹਰੇ ਮੂਹਰੇ 'ਤੇ ਛਾਈ ਹੋਈ ਸੀ, ਉਸ ਤੋਂ ਪਤਾ ਲੱਗਦਾ ਸੀ ਕਿ ਉਹ ਥੋੜ੍ਹੇ ਦਿਨਾਂ ਦਾ ਹੀ ਮਹਿਮਾਨ ਹੈ। ਉਹ ਵਿਸੰਗਤੀ ਦਾ ਸ਼ਿਕਾਰ ਹੋ ਕੇ ਇਕੱਲਾ ਰਹਿ ਗਿਆ ਮਹਿਸੂਸ ਕਰਦਾ ਸੀ। ਹਰੇਕ ਟਾਪੂ ਉੱਤੇ ਕਿਸੇ ਨਾ ਕਿਸੇ ਵੱਡ ਆਕਾਰੀ ਡੱਡੂ ਦਾ ਕਬਜ਼ਾ ਸੀ ਤੇ ਉਹਦੇ ਪੈਰੋਕਾਰ ਛੋਟੇ ਡੱਡੂ ਦਿਨ ਰਾਤ ਟਰੈਂ ਕਰਦੇ ਰਹਿੰਦੇ ਸਨ। ਵੱਡਾ ਡੱਡੂ ਟਾਪੂ ਦੀ ਸਾਰਿਆਂ ਤੋਂ ਉੱਚੀ ਥਾਂ 'ਤੇ ਬੈਠਾ ਟਰੈਂ ਕਰਦਾ ਇਸ ਗੱਲ ਦਾ ਐਲਾਨ ਕਰਦਾ ਸੀ ਕਿ ਟਾਪੂ ਉੱਤੇ ਉਸ ਦੀ ਸਰਦਾਰੀ ਹੈ। ਟਾਪੂ ਉੱਤੇ ਜਿਹੜੇ ਦੂਜੇ ਡੱਡੂ ਸਨ ਉਹ ਵੀ ਟਰੈਂ ਕਰਦੇ ਉਹਦੀ ਹਾਂ 'ਚ ਹਾਂ ਮਿਲਾਉਂਦੇ ਰਹਿੰਦੇ ਸਨ। ਜਦੋਂ ਵੱਡਾ ਡੱਡੂ ਤੇ ਉਹਦੇ ਛੋਟੇ ਸਾਥੀ ਇਸ ਤਰ੍ਹਾਂ ਦਾ ਰੌਲਾ ਪਾ ਰਹੇ ਹੁੰਦੇ ਤਾਂ ਉਹ ਆਪਣੀਆਂ ਅੱਖਾਂ ਨੂੰ ਬਾਰ-ਬਾਰ ਬੰਦ ਕਰਦੇ ਤੇ ਬਾਰ-ਬਾਰ ਖੋਲ੍ਹਦੇ ਸਨ, ਜਿਵੇਂ ਆਕਾਸ਼ ਵਿਚਲੇ ਸੂਰਜ ਨੂੰ ਇਹ ਗੱਲ ਜਤਾ ਰਹੇ ਹੋਣ ਕਿ ਦੇਖ ਲੈ, ਅਸੀਂ ਕਿਸ ਤਰ੍ਹਾਂ ਮਜਬੂਰ ਕਰ ਦਿੱਤਾ ਹੈ ਕਿ ਉਹ ਆਪਣੇ ਪਾਣੀ ਨੂੰ ਕੰਢਿਆਂ ਦੇ ਬਰੇਤੇ ਵਿੱਚ ਲੁਕੋਈ ਰੱਖੇ ਤੇ ਸਾਡੀ ਸਰਦਾਰੀ ਹੇਠਲੀ ਟਾਪੂ ਧਰਤੀ ਦੇ ਨੇੜੇ ਨਾ ਆਵੇ। ਟਾਪੂ ਵਿਚਲੀ ਸਾਰਿਆਂ ਤੋਂ ਉੱਚੀ ਥਾਂ ਉੱਤੇ ਖੜੇ ਹੋ ਕੇ ਵੱਡਾ ਡੱਡੂ ਆਖਣ ਲੱਗਾ, ਮੈਂ ਚਾਹਾਂ ਤਾਂ ਆਕਾਸ਼ ਵਿੱਚ ਇੱਕੋ ਛਲਾਂਗ ਲਗਾ ਕੇ ਸੂਰਜ ਦੀਆਂ ਚਮਕੀਲੀਆਂ ਅੱਖੀਆਂ ਨੋਚ ਸਕਦਾ। ਵੱਡੇ ਡੱਡੂ ਦੀ ਗੱਲ ਸੁਣ ਕੇ ਛੋਟੇ ਡੱਡੂ ਆਪਸ 'ਚ ਘੁਸਰ-ਮੁਸਰ ਕਰਨ ਲੱਗ ਪਏ, ਜਿਵੇਂ ਵੱਡੇ ਡੱਡੂ ਦੇ ਦਾਅਵੇ ਬਾਰੇ ਕੋਈ ਗੱਲ ਕਹਿਣ ਤੋਂ ਕੰਨੀ ਕਤਰਾਉਂਦੇ ਹੋਣ। ਇਸ ਤਰ੍ਹਾਂ ਦਾ ਸਿਲਸਿਲਾ ਦਰਿਆ ਦੇ ਸੁੱਕੇ ਵਹਿਣ ਵਿੱਚ ਦਿਨ ਰਾਤ ਚੱਲਦਾ ਰਹਿੰਦਾ ਸੀ। ਜਦ ਵੀ ਮੈਂ ਉਸ ਪਾਸੇ ਜਾਂਦਾ ਤਾਂ ਮੈਨੂੰ ਕੰਢਿਆਂ ਦੀ ਬਰੇਤੀ ਵਿੱਚ ਸਤਲੁਜ ਦਾ ਵਗਦਾ ਪਾਣੀ
ਜ਼ਾਰੋ ਜ਼ਾਰ ਰੋਂਦਾ ਲੱਗਦਾ, ਪਰ ਉਹਦੇ ਵਗਦੇ ਹੰਝੂ ਬਰੇਤੀ ਦੇ ਰੇਤੇ ਵਿੱਚ ਝੱਟ ਹੀ ਜਜ਼ਬ ਹੋ ਜਾਂਦੇ। ਪਰ ਉਸ ਪਾਣੀ ਦੇ ਰੋਣ ਦੀ ਆਵਾਜ਼ ਘਰ ਮੁੜਨ ਪਿੱਛੋਂ ਵੀ ਮੇਰੇ ਕੰਨਾਂ 'ਚ ਗੂੰਜਦੀ ਰਹਿੰਦੀ, ਤੇ ਮੈਂ ਆਪਣੇ ਆਪ ਤੋਂ ਪੁੱਛਦਾ ਕਿ ਕੀ ਸਤਲੁਜ ਦਿਨ ਰਾਤ ਆਪਣੀ ਨਿੱਘਰ ਦੀ ਹਾਲਤ ਉੱਤੇ ਰੋਂਦਾ ਹੈ, ਜਾਂ ਉਹਨਾਂ ਮਾਸੂਮ ਨੌਜਵਾਨਾਂ ਨੂੰ ਯਾਦ ਕਰਕੇ ਰੋਂਦਾ ਹੈ ਜਿਹੜੇ ਉਹਦੇ ਕੰਢਿਆਂ 'ਤੇ ਪੁਲਿਸ ਹੱਥੋਂ ਮਾਰੇ ਗਏ, ਜਾਂ ਜਿਹੜੇ ਅੱਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਸਨ। ਧੰਨਵਾਦ।